ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਜਾਈਦਾ ਤੇ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਖਬਰਾਂ 24 ਘੰਟਿਆਂ 'ਚ ਵਾਪਰਦੀਆਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰ ਲਈਏ। ਅੱਜ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਕੁਛ ਇੱਕ ਚੀਜ਼ਾਂ ਨੇ ਜਿਹੜੀਆਂ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸੁਰਖੀਆਂ ਵੀ ਬਣ ਜਾਣ। ਫਿਰ ਆਪਾਂ ਦੇਸ਼ ਲੈਵਲ ਦੀ ਕੁਛ ਗੱਲਬਾਤ ਕਰਾਂਗੇ ਤੇ ਖਾਸ ਕਰਕੇ ਕਿਸਾਨੀ ਨਾਲ ਰਿਲੇਟਡ ਇੱਕ ਦੋ ਮਸਲੇ ਨੇ ਜਿਹੜੇ ਕਿ ਹੁਣ ਦੁਬਾਰਾ ਉੱਭਰਨ ਲੱਗ ਪਏ ਆ, ਉਹਨਾਂ ਦਾ ਕੀ ਹਿਸਾਬ ਕਿਤਾਬ ਹੋ ਸਕਦਾ ਉਹ ਵੀ ਆਪਾਂ ਵਿਚਾਰ ਲੈਣਾ। ਨਾਲ ਵੀਰ ਪਰਮੀਤ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ, ਵਧੀਆ ਜੀ। ਬਹਿ ਜਾ ਜਿੱਦਾਂ ਨਹੀਂ, ਸਾਰਿਆਂ ਦੇ ਨਾਲ ਹੀ ਨੇ ਕਿਉਂਕਿ ਉੱਧਰ ਕਣਕ ਵਿਕ ਰਹੀ ਹੈ, ਉੱਧਰ ਯੂਕਰੇਨ ਦੇ ਵਿੱਚ ਰੌਲਾ ਹੁਣ ਬਹੁਤੀਆਂ ਵਧੀਆ ਕਹੀਏ ਤਾਂ ਫਿਰ ਚੰਗਾ ਨਹੀਂ ਲੱਗਦਾ। ਮਤਲਬ ਠੀਕ ਠਾਕ ਜਿਹਾ ਕੰਮ ਚੱਲੀ। ਠੀਕ ਠਾਕ ਜਿਹਾ ਕੰਮ ਚੱਲੀ। ਅਰੇ ਕਣਕ ਵਾਲੀ ਗੱਲ ਤਾਂ ਦੇਖੋ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਇਹ ਜਿਹੜੇ ਹੁਣ ਅਚਾਨਕ ਤੋਂ ਗਰਮੀ ਵੱਧ ਗਈ ਹੈ ਵੀ ਇਹਨੇ ਦਾਣੇ 'ਤੇ ਅਸਰ ਪਾਉਣਾ ਤੇ ਉਹ ਹੁਣ ਪੈ ਵੀ ਰਿਹਾ, ਕਹਿੰਦੇ ਵੀ ਝਾੜ ਘਟਿਆ। ਇਹ ਸੰਧਾਲੀਆ ਸਾਹਿਬ ਵੈਸੇ ਕਿਸਾਨ ਤਾਂ ਕਰੋਪੀ ਦਾ ਸ਼ਿਕਾਰ ਜਿਹੜਾ ਰਿਹਾ ਹੀ ਹੈ, ਕਿਉਂਕਿ ਆਪਾਂ ਸੋਚਦੇ ਸੀ ਕਿ ਮੀਂਹ ਨਾ ਪਵੇ, ਵਾਢੀ ਚੱਲਦੀ ਹੈ, ਜੇ ਮੀਂਹ ਪੈ ਗਿਆ ਤਾਂ ਕੰਮ ਔਖਾ ਹੋ ਜੂ। ਪਰ ਅਚਾਨਕ ਜਿਹੜੀ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਫਰਵਰੀ 'ਚ ਹੋਣ ਲੱਗ ਪਈ ਵੈਸੇ ਉਹਨੇ ਫਿਰ ਜਿਹੜਾ ਫਸਲ ਨੂੰ ਪੱਕਣ ਦੇ ਲਈ ਜਿੱਦਾਂ ਦਾ ਤਾਪਮਾਨ ਚਾਹੀਦਾ ਹੁੰਦਾ ਕਿ ਭਾਈ ਦਾਣਾ ਵੀ ਨਾਲ ਨਾਲ ਵੱਡਾ ਹੋਈ ਜਾਵੇ, ਫਸਲ ਪੱਕ ਵੀ ਜਾਵੇ, ਵੇਲੇ ਸਿਰ ਸਾਰਾ ਕੁਝ ਹੋ ਜਾ, ਉਹਦੇ 'ਤੇ ਅਸਰ ਪਾਇਆ। ਕਿਸਾਨ ਜਥੇਬੰਦੀਆਂ ਤਾਂ ਇੱਥੋਂ ਤੱਕ ਕਹਿਣ ਲੱਗ ਪਈਆਂ ਕਿ 8 ਤੋਂ 10% ਦੀ ਝਾੜ ਘਟ ਗਿਆ। ਹੁਣ 8 ਤੋਂ 10% ਤੋਂ ਭਾਵ ਤਾਂ ਇਹ ਹੈ ਕਿ ਜੇ 10,000 ਦੀ ਹੋਣੀ ਆ ਤਾਂ 9,000 ਦੀ ਹੋਣੀ ਹੈ। ਬੱਚਤ ਉੱਥੇ ਕੀ ਟਿਕੀ ਹੁੰਦੀ ਹੈ? 10% ਦੀ ਬਚਦੇ ਹੁੰਦੇ ਆ, ਬਹੁਤੇ ਤਾਂ ਬਚਦੇ ਨਹੀਂ, ਕਿਉਂਕਿ ਕਣਕ ਦੇ ਦਾਣੇ ਜਿਹੜੇ ਹੈ ਉਹ ਆਪਾਂ ਘਰੇ ਵੀ ਰੱਖਣੇ ਆ, ਉਹ ਆਪਾਂ ਮੰਡੀ ਦੇ ਵਿੱਚ ਵੇਚ ਕੇ ਤੇ ਉਹਦੇ ਤੋਂ ਬਾਅਦ ਫਿਰ ਆਪਾਂ ਕਿਸ਼ਤਾਂ ਕੁਸ਼ਤਾਂ ਵੀ ਲਾਉਣੀਆਂ ਤੇ ਉਹਨਾਂ ਪੈਸਿਆਂ ਦੇ ਵਿੱਚੋਂ ਹੀ ਝੋਨੇ ਦੀ ਲਵਾਈ ਬੜੀ ਖਰਚ ਵਾਲੀ ਹੁੰਦੀ ਹੈ। ਉਹ ਖਰਚ ਜਿਹੜਾ ਆ ਉਹ ਵੀ ਆਪਾਂ ਰੱਖਣਾ ਹੈ। ਤੇ ਜੇ 10% ਦੀ ਵੀ ਝਾੜ ਘਟ ਗਿਆ ਜਿੱਦਾਂ ਉਹ ਕਹਿੰਦੇ ਆ, ਸਾਨੂੰ ਨਹੀਂ ਪਤਾ ਉਹ 4% ਦੀ ਘਟੂਗਾ ਕਿ 14 ਘਟੂਗਾ, ਇਹਦੇ ਨਾਲ ਨੁਕਸਾਨ ਤਾਂ ਹੈਗਾ ਕਿਸਾਨ ਦਾ। ਤੇ ਦੂਸਰਾ ਜਿਹੜਾ ਹੁੰਦਾ ਕਿ ਸਹਾਇਕ ਧੰਦੇ ਕਰ ਲਓ ਜੀ, ਸਬਜ਼ੀਆਂ ਦੀ ਕਾਸ਼ਤ ਨਾਲ ਕਰੋ। ਅਚਾਨਕ ਪਈ ਗਰਮੀ ਦਾ ਸਬਜ਼ੀ ਦੀ ਕਾਸ਼ਤ ਦੇ ਉੱਤੇ ਵੀ ਅਸਰ ਪੈ ਰਿਹਾ। ਜਿਹੜਾ ਕਿਸਾਨ ਥੋੜ੍ਹੀ ਜਿਹੀ ਵੱਧ ਮਿਹਨਤ ਕਰਦਾ ਉਹ ਵੀ ਇਸ ਵੇਲੇ ਥੋੜ੍ਹਾ ਜਿਹਾ ਝੰਜੋੜਿਆ, ਯਾਰ ਵੀ ਹੋ ਕੀ ਗਿਆ। ਨਹੀਂ, ਫਰਕ ਤਾਂ ਹੈਗਾ। ਹੁਣ ਮੁਸ਼ਕਿਲ ਇਹ ਆ ਵੀ ਜੇ ਹੋਰ ਕਿਸੇ ਸਬਜ਼ੀ ਦੀ ਆਪਾਂ ਗੱਲ ਕਰ ਲਈਏ ਜਾਂ ਕਿਸੇ ਨੇ ਕਹਿਣਾ ਵੀ ਮੈਂ ਯਾਰ ਇਹ ਤੋਂ ਬਿਨਾਂ ਵੀ ਕੁਛ ਨਾ ਕੁਛ ਕਰ ਲਵਾਂ, ਫਿਰ ਉਹ ਬੱਤੀ ਡੀਕਦਾ ਤੇ ਬੱਤੀ ਦੇ ਵੈਸੇ ਘੱਟ ਹੈ ਵੀ ਉੱਥੇ ਜੇ ਤਾਰਾਂ 'ਚ ਕਰੰਟ ਆਇਆ ਤਾਂ ਕਿਤੇ ਨਾ ਕਿਤੇ ਪਟਾਕਾ ਪੈ ਗਏ ਤੇ ਕੁਛ ਨਾ ਕੁਛ ਨੁਕਸਾਨ ਹੋਊਗਾ। ਮਤਲਬ ਕਹਿਣ ਤੋਂ ਇਹ ਆ ਵੀ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚੌਥਾ ਪੇਚ ਆ ਜਿਹੜਾ ਆਪਸ 'ਚ ਫਸਿਆ। ਹੁਣ ਕਾਰਨ ਹੈ ਵੀ ਇਹ ਜਾਂ ਤੈਨੂੰ ਖੋਲ ਕੇ ਓਵਰਹਾਲ ਕਰ ਲਿਆ ਜਾਵੇ ਤੇ ਜੇ ਨਹੀਂ ਤੇ ਫਿਰ ਇਸੇ ਤਰ੍ਹਾਂ ਹੀ ਹੈ, ਇੱਕ ਦੂਸਰੇ ਦੇ ਵਿੱਚ ਪੇਚ ਫਸਿਆ ਕਿ ਨਹੀਂ ਜੀ। ਇਹ ਅੱਜ ਖਬਰਾਂ ਬਹੁਤ ਸਾਰੀਆਂ ਨੇ, ਕਈ ਪਾਸਿਆਂ ਤੋਂ ਨੇ। ਤੁਸੀਂ ਦੇਖੋ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕੇ ਚੰਦਰ ਸ਼ੇਖਰ ਰਾਓ, ਤੇਲੰਗਾਨਾ ਰਾਸ਼ਟਰ ਸਮਿਤੀ ਜਿਹੜੀ ਆ TRS ਜਿਹਨੂੰ ਕਹਿੰਦੇ ਆ, ਉਹਦਾ ਆਪਣੇ ਸੂਬੇ ਦੇ ਵਿੱਚ ਉਸ ਬੰਦੇ ਦਾ ਆਧਾਰ ਬਹੁਤ ਹੈ, ਪਾਰਟੀ ਦਾ ਆਧਾਰ ਬਹੁਤ ਹੈ। ਇਸੇ ਕਰਕੇ ਹੀ ਉਹ ਰਾਸ਼ਟਰੀ ਪਾਰਟੀਆਂ ਨੂੰ ਵੀ ਤੇਲੰਗਾਨਾ ਦੇ ਵਿੱਚ ਨੇੜੇ ਨਹੀਂ ਢੁੱਕਣ ਦਿੰਦੇ। ਪਹਿਲੀ ਵਾਰ ਤੇਲੰਗਾਨਾ ਦਾ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਫਸਲ ਦੀ ਖਰੀਦ ਦੇ ਮੁੱਦੇ ਦੇ ਉੱਤੇ ਦਿੱਲੀ ਧਰਨਾ ਲਾਉਣ ਆਇਆ। ਨਹੀਂ ਤਾਂ ਦੋ ਬੰਦੇ, ਤੇਲੰਗਾਨਾ ਦਾ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਤੇ ਉੜੀਸਾ ਦਾ ਮੁੱਖ ਮੰਤਰੀ ਨਵੀਨ ਪਟਨਾਇਕ ਐਸੇ ਮੰਨੇ ਜਾਂਦੇ ਆ ਜਿਹੜੇ ਬਹੁਤ ਵਾਧੇ ਘਾਟੇ 'ਚ ਆਉਂਦੇ ਨਹੀਂ, ਸੂਬਾ ਚਲਾਈ ਜਾਂਦੇ ਆ, ਸੂਬੇ ਦੇ ਲੋਕਾਂ ਦਾ ਵਿਸ਼ਵਾਸ ਹਾਸਲ ਕਰੀ ਰੱਖਦੇ ਆ, ਕਦੇ ਵੀ ਕੇਂਦਰ ਦੇ ਖਿਲਾਫ ਇਦਾਂ ਨਹੀਂ ਆਉਂਦੇ ਕਿ ਕੋਈ ਬਹੁਤਾ ਪੰਗਾ ਪਵੇ। ਪਰ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਆਪਣੀ ਪਾਰਟੀ ਵੱਲੋਂ, ਆਪਣੀ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਆਣ ਕੇ ਇਹ ਕਹਿਣਾ ਕਿ ਭਾਈ ਸਾਡੀ ਝੋਨੇ ਦੀ ਫਸਲ ਜਿਹੜੀ ਆ ਚੱਕਿਓ ਜ਼ਰੂਰ, ਤੇ ਇਹ ਵੀ ਕਹਿਣਾ ਕਿ ਤੁਹਾਨੂੰ 24 ਘੰਟੇ ਦਾ ਅਲਟੀਮੇਟਮ ਕੇਂਦਰ ਸਰਕਾਰ ਵਾਲਿਓ ਦੇ ਦਿੱਤਾ। ਰਕੇਸ਼ ਟਕੈਤ ਹੋਰਾਂ ਦਾ ਕੇ ਚੰਦਰ ਸ਼ੇਖਰ ਰਾਓ ਹੋਰਾਂ ਦੇ ਨਾਲ ਸਟੇਜ ਸਾਂਝੀ ਕਰਨਾ, ਤੇ ਉੱਥੇ ਕੇ ਚੰਦਰ ਸ਼ੇਖਰ ਰਾਓ ਹੋਰਾਂ ਨੇ ਇੱਕ ਗੱਲ ਜਿਹੜੀ ਹੋਰ ਆਖੀ, ਉਹ ਕਹਿੰਦੇ ਜੀ ਦੇਖੋ ਕਿਸਾਨ ਦਾ ਹੱਕ ਬਣਦਾ ਕਿ ਉਹਨੂੰ ਘੱਟੋ ਘੱਟ ਸਮਰਥਨ ਮੁੱਲ ਮਿਲੇ, MSP। ਤੇ ਇਹ ਵੀ ਗੱਲ ਹੈ, ਕਹਿੰਦੇ ਜੇ ਕਿਸਾਨਾਂ ਨੂੰ ਉਹਦਾ ਹੱਕ ਨਾ ਦਿੱਤਾ ਜਾਵੇ ਤਾਂ ਕਿਸਾਨ ਸਰਕਾਰ ਪਲਟਾ ਦਿੰਦੇ ਹੁੰਦੇ ਆ ਜਦੋਂ ਕਿਤੇ ਉਹਨੂੰ ਵੋਟ ਪਾ ਕੇ ਸਰਕਾਰ ਬਦਲਣ ਦਾ ਮੌਕਾ ਮਿਲਦਾ। ਅੱਗੇ ਤਾਂ ਜੇ ਕੋਈ ਸੰਘਰਸ਼ ਦੀ ਆਵਾਜ਼ ਆਉਂਦੀ ਸੀ, ਫਸਲ ਦੀ ਖਰੀਦ ਦੀ ਗੱਲ ਆਉਂਦੀ ਸੀ, ਉਹ ਪੰਜਾਬ 'ਚੋਂ, ਹਰਿਆਣੇ 'ਚੋਂ, ਥੋੜ੍ਹੀ ਜਿਹੀ ਰਾਜਸਥਾਨ 'ਚੋਂ, ਥੋੜ੍ਹੀ ਜਿਹੀ ਯੂਪੀ ਵਾਲੇ ਪਾਸਿਓਂ ਜਾਂ ਮਾੜਾ ਮੋਟਾ ਉੱਤਰਾਖੰਡ ਵਾਲੇ ਪਾਸਿਓਂ ਕੰਮ ਚੱਲਦਾ ਸੀ। ਐਤਕੀ ਪਰ ਦਿੱਲੀ ਦੇ ਵਿੱਚ ਧਰਨਾ ਜਿਹੜਾ ਲੱਗਿਆ ਉਹ ਥੋੜ੍ਹਾ ਹੋਵੇ, ਲੰਬਾ ਹੋਵੇ, ਜਿੱਦਾਂ ਦਾ ਮਰਜ਼ੀ ਹੋਵੇ, ਉਹ ਜੇ ਇੱਕ ਤੇਲੰਗਾਨਾ ਵਰਗੇ ਸੂਬੇ ਦਾ ਮੁੱਖ ਮੰਤਰੀ ਲਾਉਂਦਾ ਰਕੇਸ਼ ਟਕੈਤ ਉਹਦੇ ਨਾਲ ਜੇ ਸਟੇਜ ਸਾਂਝੀ ਕਰਦੇ ਆ, ਤੇ ਇਹਦਾ ਮਤਲਬ ਹੈ ਕਿ ਪਿਛਲੇ ਅੰਦੋਲਨ ਦਾ ਪ੍ਰਭਾਵ ਬਾਕੀ ਪਾਸੇ ਵੀ ਗਿਆ। ਪੂਰਾ ਗਿਆ। ਪਰ ਇਹਦੇ 'ਚ ਦੇਖੋ ਇੱਕ ਗੱਲ ਨੋਟ ਕਰਨ ਵਾਲੀ ਆ ਵੀ ਜਿਸ ਚੀਜ਼ ਦਾ ਕਰਕੇ ਅੰਦੋਲਨ ਹੋਇਆ ਸੀ ਵੀ ਯਾਰ ਜੇ ਸਰਕਾਰ MSP ਰੱਖਦੀ ਆ, ਜੇ ਉਹਨੂੰ ਚੁੱਕਿਆ ਹੀ ਨਹੀਂ ਜਾਣਾ ਤੇ ਫਿਰ ਉਹਦਾ ਫਾਇਦਾ ਵੀ ਕੀ। ਤੇ ਜੇ ਆਪਾਂ ਉਹ ਮੰਡੀਆਂ ਹੀ ਖਤਮ ਕਰਕੇ ਤੇ ਉਸ ਤੋਂ ਬਾਅਦ ਪ੍ਰਾਈਵੇਟ ਖਰੀਦਦਾਰਾਂ ਦੇ ਅੱਗੇ ਸੁੱਟ ਦੇਣਾ ਵੀ ਆਹ ਚੱਕੋ ਜੀ, ਜਿਹੜਾ ਕੋਈ ਜਿਸ ਭਾਅ ਚੱਕਦਾ ਵਪਾਰੀ ਵੇਚ ਲਓ, ਨਹੀਂ ਵਿਕਦੀ ਤੇ ਨਾ ਸਹੀ। ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਜੇ ਵੱਖ-ਵੱਖ ਸੂਬਿਆਂ ਦੇ ਤੱਕ ਵੀ ਅਵੇਅਰਨੈਸ ਪਹੁੰਚੀ ਕਿ ਯਾਰ ਜੋ MSP ਹੈ ਜੇ ਉਹਨੂੰ ਸਰਕਾਰ ਚੁੱਕੇ ਤੇ ਫਿਰ ਹੀ ਕਿਸੇ ਨਾ ਕਿਸੇ ਕਿਸਾਨ ਦਾ ਕੁਛ ਨਾ ਕੁਛ ਫਾਇਦਾ ਹੁੰਦਾ।
ਇਹਦਾ ਮਤਲਬ ਹੁਣ ਤਾਂ ਤੇਲੰਗਾਨਾ ਤੁਰਿਆ, ਕੱਲ੍ਹ ਨੂੰ ਬਾਕੀ ਸਟੇਟ ਵੀ ਤੁਰ ਸਕਦੇ ਆ, ਹੌਲੀ ਹੌਲੀ ਹਰੇਕ ਨੂੰ ਲੱਗੂਗਾ ਵੀ ਯਾਰ ਇੱਕ ਤਾਂ ਹੁੰਦਾ ਵੀ ਸਿਰਫ ਮੈਂ ਕਿਸਾਨਾਂ ਦਾ ਭਲਾ ਕਰਨਾ, ਇੱਕ ਹੁੰਦਾ ਵੀ ਮੁੱਦਾ ਬਣ ਗਿਆ, ਇਸ ਮੁੱਦੇ 'ਤੇ ਕੁਰਸੀ ਬਚੀ ਰਹਿ ਸਕਦੀ ਹੈ, ਕਿਸੇ ਦਾ ਕੋਈ ਕਾਰਨ ਨਹੀਂ ਹੋ ਸਕਦਾ। ਉਹ ਜੇ ਚੀਜ਼ ਤੁਰਦੀ ਤੁਰਦੀ ਇਸ ਪਾਸੇ ਚੱਲ ਪਈ ਤੇ ਇਹ ਨਾ ਹੋਵੇ ਵੀ ਜਿੱਥੇ ਇਸ ਵਕਤ ਇਹ ਡਿਬੇਟ ਹੈ ਕਿ ਵੀ ਉਹ ਮੰਡੀਆਂ ਹੋਣੀਆਂ ਨਹੀਂ ਚਾਹੀਦੀਆਂ, ਉੱਥੇ ਡਿਬੇਟ ਦਾ ਵਿਸ਼ਾ ਇਹ ਬਣ ਜਾਵੇ ਵੀ ਪੂਰੇ ਭਾਰਤ ਦੀ ਇਕੱਲੀ ਇਕੱਲੀ ਸਟੇਟ ਦੀ ਇਕੱਲੀ ਇਕੱਲੀ ਮੰਡੀ 'ਚੋਂ ਖਰੀਦ ਸਰਕਾਰੀ ਹੋਵੇ। ਬਣ ਹੀ ਸਕਦਾ ਜੀ, ਬਣ ਸਕਦਾ, ਉਹ ਬਣ ਸਕਦਾ ਤੇ ਬੜੇ ਚੰਗੇ ਤਰੀਕੇ ਨਾਲ ਬਣ ਸਕਦਾ। ਤਾਂ ਫਿਰ ਉਹਦੇ ਤੋਂ ਬਾਅਦ ਕਿਸੇ ਵੀ ਧਿਰ ਦੇ ਲਈ ਪਿਛਾਂਹ ਨੂੰ ਹਟਣਾ ਔਖਾ ਹੋ ਸਕਦਾ। ਹੁਣ ਜਦੋਂ MSP ਦੀ ਗੱਲ ਚੱਲੀ ਹੈ, ਖਰੀਦ ਦੀ ਗੱਲ ਚੱਲੀ ਹੈ, ਫਸਲ ਦੀ ਗੱਲ ਚੱਲੀ ਹੈ, ਤਾਂ ਡਾਕਟਰ ਰਮੇਸ਼ ਜੀ ਹੋਰਾਂ ਦਾ ਚੇਤਾ ਆਪੇ ਆ ਜਾਂਦਾ। ਹੁਣ ਨੀਤੀ ਆਯੋਗ ਭਾਰਤ ਸਰਕਾਰ ਸਾਰੇ ਦੇ ਵਿੱਚ ਪਾਲਿਸੀ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਹੈ। ਨੀਤੀ ਆਯੋਗ ਜਿੱਧਰਲੇ ਪਾਸੇ ਨੂੰ ਤੁਰਦਾ ਉਧਰਲੇ ਪਾਸੇ ਨੂੰ ਦੇਸ਼ ਦੀ ਰਣਨੀਤੀ ਤੁਰਦੀ ਹੈ। ਉਸ ਨੀਤੀ ਆਯੋਗ ਦੇ ਡਾਕਟਰ ਰਮੇਸ਼ ਜੀ ਹੋਰੀ ਮੈਂਬਰ ਨੇ। ਹੁਣ ਉਹਨਾਂ ਦਾ ਇੱਕ ਬਿਆਨ ਆਇਆ ਜਿਹਦੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਵਿੱਚ ਵਿਚਾਲੇ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ। ਉਹ ਕਹਿੰਦੇ ਜੀ ਦੇਖੋ, ਸਾਨੂੰ ਬਹੁਤ ਸਾਰੇ ਕਿਸਾਨ, ਬਹੁਤ ਸਾਰੇ ਭਾਰਤ ਦੇ ਆਮ ਲੋਕ ਸੰਪਰਕ ਕਰ ਰਹੇ, ਉਹਨਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ। ਉਹ ਖੇਤੀ ਖੇਤਰ ਦੇ ਵਿੱਚ ਸੁਧਾਰ ਚਾਹੁੰਦੇ ਆ, ਖੇਤੀ ਕਾਨੂੰਨਾਂ ਦਾ ਜ਼ਿਕਰ ਕੀਤਾ ਗਿਆ। ਤੇ ਉਹ ਕਹਿੰਦੇ ਮੈਂ ਤਾਂ ਸਰਕਾਰ ਨੂੰ ਸਲਾਹ ਦਿੰਦਾ, ਕੇਂਦਰ ਵਾਲੇ ਨੂੰ, ਕਿ ਸੂਬਾ ਸਰਕਾਰਾਂ ਦੇ ਨਾਲ ਗੱਲ ਤੋਰੀ ਜਾਵੇ ਤੇ ਸੂਬਾ ਸਰਕਾਰਾਂ ਦੇ ਨਾਲ ਗੱਲ ਤੋਰ ਕੇ ਖੇਤੀਬਾੜੀ ਦੀ ਖੜੋਤ ਆਪਾਂ ਤੋੜ ਲਈਏ। ਖੜੋਤ ਤੋੜਨ ਤੋਂ ਭਾਵ ਉਹ ਕਹਿੰਦੇ ਜੀ ਪਿਛਲੇ ਸਮੇਂ 'ਚ 3 ਖੇਤੀਬਾੜੀ ਕਾਨੂੰਨ ਬਣਾਏ ਗਏ ਸੀ, ਕੁਝ ਕਿਸਾਨਾਂ ਵਿਰੋਧ ਕੀਤਾ, ਉਹਦੇ ਤੋਂ ਬਾਅਦ ਵਾਪਸ ਹੋ ਗਏ, ਪਰ ਆਪਾਂ ਖੇਤੀ ਨੂੰ ਮੌਜੂਦਾ ਸਥਿਤੀ 'ਚ ਛੱਡ ਨਹੀਂ ਸਕਦੇ। ਕਹਿੰਦੇ ਕਿਸਾਨ ਜਿਹੜੇ ਆ ਉਹ ਸੁਸਾਈਡ ਕਰ ਰਹੇ ਆ, ਕਿਸਾਨ ਦੀ ਆਮਦਨ ਨਹੀਂ ਵਧ ਰਹੀ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇ ਸੁਧਾਰ ਨਾ ਕੀਤੇ ਗਏ ਤਾਂ ਜਿਹੜੀ ਆਮਦਨ ਦੁੱਗਣੀ ਕਰਨੀ ਹੈ ਉਹਦਾ ਮਾਮਲਾ ਅੱਧ ਵਿਚਾਲੇ ਲਟਕ ਜਾਣਾ। ਇਸ ਕਰਕੇ ਸੂਬਾ ਸਰਕਾਰਾਂ ਦੇ ਨਾਲ ਰਾਏ ਕਰਕੇ, ਉਹਦੇ ਨਾਲ ਵਿਚਾਰ ਵਟਾਂਦਰਾ ਕਰਕੇ ਕਿਤੇ ਨਾ ਕਿਤੇ ਅਗਲੇ ਪਾਸੇ ਨੂੰ ਵਧਣਾ ਚਾਹੀਦਾ। ਤੇ ਇੱਥੋਂ ਗੱਲ ਜਿਹੜੀ ਗਾਂਹ ਧੁੱਖ ਗਈ। ਇਹ ਧੁਖੀ ਆ। ਹੁਣ ਇਹਦੇ ਦੇਖੋ ਰਿਐਕਸ਼ਨ ਕਿਸਾਨਾਂ ਦਾ ਆਇਆ ਹੀ ਆਇਆ। ਨੁਮਾਇੰਦੇ ਨੇ BJP ਦੇ ਹਰੀਸ਼ ਗਰੇਵਾਲ ਹੋਰੀ ਜੀ, ਪੁੱਛ ਲਿਆ ਉਹਨਾਂ ਨੇ ਵੀ ਗਰੇਵਾਲ ਸਾਹਿਬ ਇਹ ਦੁਬਾਰਾ ਗੱਲ ਚੱਲੀ ਏ। ਉਹ ਆਪਣਾ ਤਰਕ ਦੱਸਦੇ, ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਖੇਤੀ ਦੇ ਵਿੱਚ ਸਿਰਫ 3% ਦੀ ਪਿਛਲੇ ਸਮੇਂ ਦੇ ਵਿੱਚ ਗਰੋਥ ਹੋਈ ਆ ਤੇ ਇਹ ਤਾਂ ਬੜੀ ਮਾਮੂਲੀ ਗਰੋਥ ਆ, ਖੇਤੀ ਘਾਟੇ ਦਾ ਸੌਦਾ। ਇਸ ਕਰਕੇ ਇਹਨੂੰ ਜੇ ਆਪਾਂ ਬਦਲਣਾ, ਜੇ ਇਹਨੂੰ ਲਾਹੇਵੰਦ ਧੰਦਾ ਬਣਾਉਣਾ ਤੇ ਇਹਦੇ 'ਚ ਚੇਂਜ ਲਿਆਉਣੀ ਪੈਣੀ ਹੈ। ਫਿਰ ਉਹਨਾਂ ਦੀ ਗੱਲ ਕੋਟ ਕਰਦਿਆਂ ਕਹਿੰਦੇ ਵੀ ਪਹਿਲਾਂ ਰਿਪੋਰਟ ਆਈ ਸੀ ਵੀ 17 ਸਾਲਾਂ ਦਾ ਪਾਣੀ ਬਚਿਆ, ਹੁਣ ਰਿਪੋਰਟ ਆ ਵੀ 8 ਸਾਲਾਂ ਦਾ ਪਾਣੀ ਰਹਿ ਗਿਆ ਜ਼ਮੀਨ ਦੇ ਥੱਲੇ ਜੀ। ਫਿਰ ਕਹਿੰਦੇ ਵੀ ਜਿਹੜੀ ਸਾਡੀ ਉਪਜ ਹੈ ਉਹ ਜੇ ਆਪਾਂ ਕਿਤੇ ਬਾਹਰ ਭੇਜਦੇ ਹਾਂ ਤਾਂ ਅਗਲੇ ਨਾਲ ਹੀ ਉਹ ਟੈਂਕਰ ਜਿਹਾ ਮੋੜ ਦਿੰਦੇ, ਵੀਰ ਮੇਰੇ ਚੱਕ ਕੇ ਲੈ ਜਾਓ। ਸਾਡੇ ਵਾਲੀ ਰਿਪੋਰਟ ਤਾਂ ਇਹ ਕਹਿੰਦੀ ਵੀ ਡੰਗਰ ਵੀ ਨਹੀਂ ਖਾ ਸਕਦੇ ਜਿਹੜੀ ਤੁਸੀਂ ਬੰਦਿਆਂ ਨੂੰ ਖਵਾਈ ਜਾਂਦੇ ਹੋ ਚੀਜ਼, ਵੀ ਇੰਨਾ ਜ਼ਿਆਦਾ ਇਹਦੇ ਵਿੱਚ ਜ਼ਹਿਰਾਂ ਦਾ, ਖਾਦਾਂ ਦਾ ਅਸਰ ਹੈ। ਹੁਣ ਮੈਨੂੰ ਇੱਕ ਗੱਲ ਤਾਂ ਵਧੀਆ ਲੱਗੀ ਵੀ ਜੇ ਗਰੇਵਾਲ ਸਾਹਿਬ ਤੱਕ ਇਹ ਜਾਣਕਾਰੀ ਹੈਗੀ ਆ, ਜਿਹੜੀਆਂ ਰਿਪੋਰਟਾਂ ਉਹਨਾਂ ਕੋਲ ਨੇ, ਤਾਂ ਮਤਲਬ ਕੇਂਦਰ ਸਰਕਾਰ ਕੋਲ ਵੀ ਹੋਣਗੀਆਂ। ਤੇ ਜਿਹੜੇ ਬੰਦੇ ਜਿੱਦਾਂ ਹੁਣ ਨੀਤੀ ਆਯੋਗ ਦੇ ਉਹ ਮਾਣਯੋਗ ਮੈਂਬਰ ਸਾਹਿਬ ਨੇ ਜ਼ਿਕਰ ਕੀਤਾ ਵੀ ਯਾਰ ਇਹਦੇ ਵਿੱਚ ਕੁਝ ਕਰਨ ਦੀ ਲੋੜ ਆ, ਜਾਂ ਹੁਣ ਕੇਂਦਰ ਸਰਕਾਰ ਕਹਿੰਦੇ ਵੀ ਆਪਾਂ ਜ਼ੀਰੋ ਬਜਟ ਖੇਤੀ ਲੈ ਕੇ ਆਉਣੀ, ਆਰਗੈਨਿਕ ਖੇਤੀ ਕਰਨੀ ਆ, ਇਹੀ ਤਾਂ ਭਾਲਦੇ ਨੇ ਪੰਜਾਬੀ ਕੱਦ ਕਿਸਾਨ। ਕਿਹਦਾ ਜੀ ਕਰਦਾ ਵੀ ਮੈਂ ਝੋਨਾ ਜ਼ਰੂਰ ਲਾਵਾਂ ਤੇ ਮੈਂ ਮੋਟਰ ਇੱਕ ਹੋਰ ਬੋਰ ਕਰਾਵਾਂ ਤੇ ਮੈਨੂੰ ਜਦੋਂ ਉਤੋਂ ਬੱਤੀ ਨਾ ਆਵੇ ਤੇ ਉਧਰੋਂ ਝੋਨਾ ਸੁੱਕਦਾ ਹੋਵੇ ਤੇ ਮੈਂ ਡੀਜ਼ਲ ਲੈਣ ਨੂੰ ਡਰਮ ਲੈ ਕੇ ਤੁਰਿਆ ਫਿਰਾਂ। ਜੇ ਇਹ ਚੀਜ਼ਾਂ ਦੇ ਉੱਪਰ ਇੱਕ ਪਲੇਟਫਾਰਮ ਤੇ ਆ ਜਾਵੇ ਕੇਂਦਰ ਸਰਕਾਰ ਜਾਂ BJP, ਤੇ ਜੇ ਪਹਿਲਾਂ 66 ਦੇ ਵਿੱਚ ਕਹਿੰਦੇ ਸੀ ਹਰੀ ਕ੍ਰਾਂਤੀ ਲਿਆਉਣੀ ਤੇ ਹੁਣ ਆਰਗੈਨਿਕ ਕ੍ਰਾਂਤੀ ਲੈ ਆਵੇ, ਫਰਕ ਸਿਰਫ ਇੰਨਾ ਕੁ ਪੈਣਾ ਵੀ ਉਦੋਂ ਵੀ ਸਪੋਰਟ ਕੀਤਾ ਸੀ ਵੀ ਲੋਕ ਖਾਦ ਪਾਉਣੀ ਨਹੀਂ ਚਾਹੁੰਦੇ ਸੀ, ਤੇ ਉਦੋਂ ਕਹਿੰਦੇ ਸੀ ਵੀ ਜਿਹੜੇ ਬੰਦੇ ਆ ਕੇ ਦੱਸ ਦਿੰਦੇ ਵੀ ਨਹੀਂ ਕੋਈ ਨਹੀਂ ਚਾਚਾ ਸਿਆ ਤੂੰ ਇੰਨੇ ਕੁ ਥਾਂ 'ਚ ਪਾ ਕੇ ਵੇਖ, ਬਾਕੀ ਫਰਕ ਵੇਖੀ। ਉਹੀ ਫਰਕ ਹੁਣ ਕਰ ਲਿਆ ਜਾਵੇ ਵੀ ਜੇ ਅਗਲਿਆਂ ਨੂੰ ਲੱਗਦਾ ਵੀ ਵੀਰ ਮੇਰਾ ਕੋਈ ਗੱਲ ਨਹੀਂ, ਜੇ ਤੇਰਾ ਇੱਥੇ ਕਿਤੇ ਜਾ ਕੇ ਘਾਟਾ ਪਊਗਾ ਤਾਂ ਅਸੀਂ ਬੈਠੇ ਹਾਂ। ਇਹ ਇੰਨਾ ਕੀ ਫਰਕ ਹੈ? ਸੰਧਾਲੀਆ ਸਾਹਿਬ, ਗਰੇਵਾਲ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ, ਸਿਆਣੇ ਬੰਦੇ ਨੇ, ਵੱਡੀ ਪਾਰਟੀ ਦੇ ਵੱਡੇ ਲੀਡਰ ਨੇ। ਉਹਨਾਂ ਨੇ ਵੀ ਕਿਹਾ, ਕਹਿੰਦੇ ਜੀ ਦੇਖੋ ਜਦੋਂ ਅੰਦੋਲਨ ਚੱਲਦਾ ਸੀ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ ਕਿ ਵਿਰੋਧ ਕਰਨ ਵਾਲੇ ਬੰਦੇ ਜਿਹੜੇ ਆ ਨਾ ਉਹ ਕਾਮਰੇਡ ਨੇ, ਉਹ ਕਾਮਰੇਡ ਅੱਗੇ ਆ ਕੇ ਵਿਰੋਧ ਕਰਦੇ ਆ, ਬਾਕੀ ਕਿਸਾਨ ਜਥੇਬੰਦੀਆਂ ਪਿੱਛੇ ਲੱਗ ਜਾਂਦੀਆਂ। ਕਹਿੰਦੇ ਮੈਂ ਉਦੋਂ ਵੀ ਕਹਿੰਦਾ ਸੀ ਕਿ ਇਹਨਾਂ ਨੇ ਇਲੈਕਸ਼ਨਾਂ ਲੜਨੀਆਂ, ਤੁਹਾਡੇ ਸਾਹਮਣੇ ਲੜੀਆਂ ਕਿ ਨਹੀਂ ਲੜੀਆਂ। ਅਸਲ ਦੇ ਵਿੱਚ ਇੱਕ ਗੱਲ ਤਾਂ ਸਾਰਿਆਂ ਨੂੰ ਨਜ਼ਰ ਆਉਂਦੀ ਆ ਨਾ ਕਿ ਜਿਹੜੀਆਂ ਕਿਸਾਨ ਧਿਰਾਂ ਨੇ ਪਿਛਲੇ ਅੰਦੋਲਨ ਦੇ ਵਿੱਚ ਮੋਹਰੀ ਰੂਪ ਅਦਾ ਕੀਤਾ, ਉਹ 2 ਹਿੱਸਿਆਂ 'ਚ ਵੰਡੀਆਂ। ਇੱਕ ਉਹ ਹਿੱਸਾ ਜਿਨ੍ਹਾਂ ਨੇ ਇਲੈਕਸ਼ਨ ਲੜੀ ਹੈ, ਚੋਣਾਂ ਲੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ, ਤੇ ਫੇਲ ਹੋਏ ਉਸ ਮਸਲੇ 'ਚ। ਦੂਸਰੀ ਉਹ ਧਿਰ ਜਿਹੜੀ ਹੈ ਕਿ ਚੋਣਾਂ ਲੜਨ ਤੋਂ ਦੂਰ ਰਹੀ, ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਤਾਂ ਅਜੇ ਆਹ ਅਪ੍ਰੈਲ ਮਹੀਨਾ ਚੱਲਦਾ, ਉਦੋਂ ਤੱਕ ਤੁਸੀਂ ਸਸਪੈਂਡ ਹੋ, ਉਦੋਂ ਤੱਕ ਤੁਸੀਂ ਬਾਹਰ ਹੋ। ਤੇ ਜੇ ਉਹ ਇੱਕ ਧੜਾ ਜਿਹੜਾ ਹੈ ਸਿਆਸੀ ਸਰਗਰਮੀਆਂ ਜਾਰੀ ਰੱਖਦਾ ਤਾਂ ਫਿਰ ਸ਼ਾਇਦ ਉਹ ਸਸਪੈਂਡ ਵੀ ਰੱਖ ਸਕਦੇ ਆ। ਜਾਣੀ ਕਿ ਜਦੋਂ ਕਾਨੂੰਨ ਵਾਪਸ ਲਏ ਗਏ ਸੀ ਤਾਂ ਉਦੋਂ ਇਹ ਕਿਸਾਨ ਧਿਰਾਂ ਇੱਕ ਸੀ, ਅੱਜ ਕੁਝ ਹੱਦ ਤੱਕ 2 ਫਾੜ ਨੇ। ਫਿਰ ਤੁਸੀਂ ਦੇਖੋ ਕਿ ਉਹ ਅਨਿਲ ਗਨਵਤ ਸਾਹਿਬ ਜਿਹੜੇ ਆ, ਉਹਨਾਂ ਨੇ ਇੱਕ ਰਿਪੋਰਟ ਵੀ ਜਾਰੀ ਕੀਤੀ ਸੀ ਕਿ ਭਈ ਆਹ ਚੀਜ਼ਾਂ ਨੇ ਇੰਨੇ ਲੱਖ ਜਾਂ ਇੰਨੇ ਕਰੋੜ ਬੰਦਿਆਂ ਨੇ ਹਮਾਇਤ ਦਿੱਤੀ ਸੀ ਖੇਤੀ ਕਾਨੂੰਨਾਂ ਨੂੰ। ਉਹਦੇ ਤੋਂ ਬਾਅਦ ਡਾਕਟਰ ਰਮੇਸ਼ ਜੀ ਜਿਹੜੇ ਨੇ, ਉਹਨਾਂ ਨੇ ਹੁਣ ਆਖਿਆ ਕਿ ਭਾਈ ਕੁਝ ਨਾ ਕੁਝ ਕਰਨ ਦੀ ਲੋੜ ਹੈ। ਇਹਦੇ ਵਿੱਚ ਕੋਈ ਦੂਰ ਰਾਏ ਨਹੀਂ
ਕਿ ਖੇਤੀ ਨੂੰ ਆਪਾਂ ਇਦਾਂ ਹੀ ਨਹੀਂ ਛੱਡ ਸਕਦੇ, ਕੁਝ ਨਾ ਕੁਝ ਕਰਨ ਦੀ ਲੋੜ ਤਾਂ ਹੈਗੀ ਹੈ। ਪਰ ਇੱਥੇ ਬਹੁਤ ਸਾਰੇ ਵੱਡੇ ਵੱਡੇ ਕਾਰੋਬਾਰੀ ਹੁੰਦੇ ਆ। ਸਰਕਾਰ ਭਾਰਤ ਦੇ ਵਿੱਚ ਭਾਵੇਂ ਕਿਸੇ ਦੀ ਵੀ ਹੋਵੇ, ਡਾਟਾ ਆਉਂਦਾ ਰਹਿੰਦਾ। ਵੱਡੇ ਵੱਡੇ ਕਾਰੋਬਾਰੀਆਂ ਨੂੰ ਪੈਸੇ ਦੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਐਸੇ ਹੀ ਸਹਾਇਤਾ ਦਿੱਤੀ ਜਾਂਦੀ ਹੈ, ਵਿੱਚ ਰਿਬੇਟ ਦੇ ਦਿਓ, ਵਿੱਚ ਡਿਸਕਾਊਂਟ ਦੇ ਦਿਓ, ਵਿੱਚ ਸਬਸਿਡੀਆਂ ਦੇ ਦਿਓ। ਜੇ ਫਿਰ ਵੀ ਨਹੀਂ ਕੰਮ ਚੱਲਦਾ, ਕੋਈ ਗੱਲ ਨਹੀਂ, ਮਾਫ ਕਰ ਦਿਓ, ਵੱਟੇ ਖਾਤੇ ਪਾ ਦਿਓ ਕੰਮ, ਕਿ ਭਾਈ ਨਹੀਂ ਹੋਏਗਾ ਨਾ, ਤੁਹਾਡੇ ਤੋਂ ਦੇ ਨਹੀਂ ਹੁੰਦੇ, ਨਾ ਦਿਓ, ਕੋਈ ਗੱਲ ਨਹੀਂ। ਬੈਂਕਾਂ ਕਈ ਵਾਰੀ ਡਾਟਾ ਜਾਰੀ ਕਰਦੀਆਂ ਕਿ ਭਾਈ ਇੰਨੇ ਕਰੋੜ, ਇੰਨੇ ਅਰਬ ਰੁਪਈਆ ਜਿਹੜਾ ਉਹ ਸਾਡਾ ਇਹਨਾਂ ਘਰਾਣਿਆਂ ਨੇ, ਇਹਨਾਂ ਉਦਯੋਗਪਤੀਆਂ ਨੇ ਲਿਆ ਸੀ ਪਰ ਵਾਪਸ ਨਹੀਂ ਆਇਆ, ਤੇ ਉਹਨੂੰ ਹੁਣ ਅਸੀਂ ਖਤਮ ਕਰਨ ਲੱਗੇ ਹਾਂ ਕਿ ਭਾਈ ਨਾ ਤੁਹਾਡੇ ਤੋਂ ਮੰਗਣਾ, ਨਾ ਤੁਹਾਡੇ ਤੋਂ ਦਿੱਤਾ ਜਾਣਾ। ਇਹ ਗੱਲ ਤੁਹਾਡੀ ਠੀਕ ਹੈ ਕਿ ਜੇ ਇਸ ਤਰੀਕੇ ਦੇ ਨਾਲ ਦੇਖੋ, ਜਦੋਂ 1966 ਤੇ 2022 ਦੀ ਗੱਲ ਹੁੰਦੀ ਹੈ, ਜੇ ਉਦੋਂ ਇਹ ਖਿੱਤਾ ਪੰਜਾਬ ਦਾ, ਹਰਿਆਣੇ ਦਾ, ਉੱਤਰ ਪ੍ਰਦੇਸ਼ ਦਾ ਕੁਝ ਹਿੱਸਾ ਉਦੋਂ ਨਜ਼ਰ ਦੇ ਵਿੱਚ ਆ ਸਕਦਾ ਕਿ ਇਹ ਜ਼ਮੀਨ ਚੰਗੀ ਖੇਤੀ ਹੁੰਦੀ ਹੈ, ਇਹਨਾਂ ਨੂੰ ਖਾਦਾਂ, ਦਵਾਈਆਂ, ਸਾਰਾ ਕੁਝ ਦਿਓ, ਦੇਸ਼ ਦਾ ਢਿੱਡ ਭਰਨਾ। ਇਹਨਾਂ ਨੇ ਨਾ ਥੋੜੀ ਕੀਤੀ ਹੈ। ਹੁਣ ਵੀ 2-4-5 ਸਾਲ ਲਈ, ਬਸ ਬਹੁਤ ਲੰਬਾ ਨਹੀਂ, 2-4-5 ਸਾਲ ਦੇ ਲਈ ਇਹਨਾਂ ਨੂੰ ਰੁਪਈਏ ਦਿਓ ਕਿ ਭਾਈ ਆ ਤੁਹਾਡੀ ਪਿਛਲੇ 5 ਸਾਲ ਦੀ ਖੇਤੀ ਦੀ ਇਸ ਖੇਤ ਦੇ ਵਿੱਚੋਂ ਆਮਦਨ ਸੀ, ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਜਾਂ ਤੁਹਾਨੂੰ ਅਪੀਲ ਕਰਦੇ ਹਾਂ ਜਾਂ ਅਸੀਂ ਆ ਟੀਮਾਂ ਵਿਸ਼ੇਸ਼ ਤੌਰ ਦੇ ਉੱਤੇ ਲਾ ਦਿੱਤੀਆਂ, ਤੇ ਅਸੀਂ ਹੁਣ ਫਿਰ ਤੁਹਾਨੂੰ ਉਨੇ ਕੁ ਪੈਸੇ, ਜੇ ਤੁਹਾਡੀ ਫਸਲ ਦੇਸੀ ਤਰੀਕੇ ਨਾਲ ਘੱਟ ਵੀ ਨਿਕਲਦੀ ਆ ਤਾਂ ਤੁਹਾਡਾ ਘਾਟਾ ਪੂਰਾ ਕਰਾਂਗੇ। ਵਧੀਆ ਗੱਲ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਉਹਦੇ ਉੱਤੇ ਸਬਸਿਡੀ ਦੇ ਦਿਓ। ਇਸ ਕਰਕੇ ਨਹੀਂ ਕਿ ਪੰਜਾਬ ਜਾਂ ਹਰਿਆਣੇ ਦੇ ਵਿੱਚੋਂ ਆਪਾਂ ਦੇਸੀ ਖੇਤੀ ਜਾਂ ਆਰਗੈਨਿਕ ਖੇਤੀ ਦੀ ਸ਼ੁਰੂਆਤ ਕਰਾਉਣੀ ਹੈ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੀ ਸਰਕਾਰ ਦਾ ਹਮੇਸ਼ਾ ਦਾਅਵਾ ਹੁੰਦਾ ਕਿ ਭਾਰਤ ਮੋਹਰੀ ਭੂਮਿਕਾ ਅਦਾ ਕਰ ਰਿਹਾ ਤੇ ਕਰ ਵੀ ਰਿਹਾ। ਖਾਸ ਤੌਰ ਦੇ ਉੱਤੇ ਰੂਸ ਤੇ ਯੂਕਰੇਨ ਵਾਲੇ ਮੁੱਦੇ ਦੇ ਉੱਤੇ ਜਿਸ ਤਰੀਕੇ ਦੀ ਪਹੁੰਚ ਸਾਡੀ ਕੇਂਦਰ ਸਰਕਾਰ ਨੇ ਅਪਣਾਈ ਹੈ, ਦੇਸ਼ ਦੇ ਲੋਕ ਸ਼ਲਾਘਾ ਕਰ ਰਹੇ ਆ। ਪਰ ਜਦੋਂ ਸਾਡੀਆਂ ਚੀਜ਼ਾਂ ਖਾਣ ਪੀਣ ਵਾਲੀਆਂ, ਜੇ ਆਪਾਂ ਕੋਟ ਕਰ ਲਈਏ ਹਰਜੀਤ ਸਿੰਘ ਗਰੇਵਾਲ ਸਾਹਿਬ ਦੇ ਬਿਆਨ ਨੂੰ, ਉਹ ਕਹਿੰਦੇ ਅਰਬ ਦੇਸ਼ਾਂ ਵਾਲਿਆਂ ਨੇ ਵੀ ਕਹਿਤਾ ਕਿ ਸਾਡੇ ਪਸ਼ੂ ਵੀ ਨਹੀਂ ਖਾਣਗੇ। ਪਹਿਲੀ ਗੱਲ, ਉਹਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡਾ ਸਿਰ ਨੀਵਾਂ ਹੁੰਦਾ ਕਿ ਸਾਡੇ ਖੇਤ ਦੇ ਵਿੱਚੋਂ, ਸਾਡੇ ਦੇਸ਼ ਦੇ ਵਿੱਚੋਂ ਜਿਹੜੀ ਫਸਲ ਅਸੀਂ ਉਪਜਾ ਰਹੇ ਹਾਂ, ਤੇ ਇਕੱਲੀ ਉਪਜਾ ਨਹੀਂ ਰਹੇ, ਤੇ ਜਿਹੜੀ ਫਸਲ ਅਸੀਂ ਖਾ ਰਹੇ ਹਾਂ। ਜਦੋਂ ਅਸੀਂ ਕਹਿੰਦੇ ਕਿ ਸਭ ਤੋਂ ਵੱਧ ਨੌਜਵਾਨ ਸ਼ਕਤੀ ਦੁਨੀਆ ਦੇ ਵਿੱਚ ਭਾਰਤ ਦੇ ਕੋਲ ਹੈ, ਪਰ ਉਹ ਨੌਜਵਾਨ ਤੰਦਰੁਸਤ ਤਾਂ ਹੀ ਹੋਣਗੇ ਜਦੋਂ ਦੀ ਖੁਰਾਕ ਚੰਗੀ ਹੈ। ਤੇ ਜੇ ਦੁਨੀਆ ਸਾਨੂੰ ਇਹ ਸਰਟੀਫਿਕੇਟ ਦੇ ਰਹੀ ਹੈ, ਜੇ ਆਪਾਂ ਗਰੇਵਾਲ ਸਾਹਿਬ ਦੀ ਗੱਲ ਨੂੰ ਕੋਟ ਕਰੀਏ, ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਾਡਾ ਅੰਦਰੂਨੀ ਤਾਣਾ ਬਾਣਾ ਸਿਹਤਮੰਦ ਬਣਾਉਣ ਦੇ ਲਈ ਵੀ ਆਹ ਕੰਮ ਜ਼ਰੂਰੀ ਹੈ, ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦਾ ਸਿਰ ਮਾਣ ਦੇ ਨਾਲ ਹੋਰ ਉੱਚਾ ਕਰਨ ਲਈ ਵੀ ਜ਼ਰੂਰੀ ਹੈ। ਬਹੁਤ ਲੰਬਾ ਸਮਾਂ ਨਹੀਂ, 5-7 ਸਾਲ ਬਸ। ਮੈਨੂੰ ਲੱਗਦਾ ਇਹਦੇ ਨਾਲ ਹੋਰ ਕਈ ਚੀਜ਼ਾਂ ਜੁੜੀਆਂ, ਆਪਾਂ ਉਹ ਵੀ ਨਾਲ ਦੇ ਨਾਲ ਕੋਟ ਕਰ ਦਿੰਦੇ ਹਾਂ। ਕਾਰਨ ਇਹ ਆ ਵੀ ਦੇਖੋ, ਜੇ ਉਹ ਕਹਿੰਦੇ ਆ ਵੀ ਮਾੜਾ ਖਾਣਾ ਜਾਂ ਖੁਰਾਕ ਜਿਹੜੀ ਵੀ ਅਸੀਂ ਪੈਦਾ ਕਰਦੇ ਹਾਂ, ਪੈਸਟੀਸਾਈਡ, ਇਨਸੈਕਟੀਸਾਈਡ ਬਹੁਤ ਜ਼ਿਆਦਾ ਨੇ। ਪਹਿਲੀ ਗੱਲ ਤੇ ਆ ਵੀ ਪੈਸਟੀਸਾਈਡ ਤੇ ਇਨਸੈਕਟੀਸਾਈਡ ਘਰੇ ਤਾਂ ਬਣਦੇ ਨਹੀਂ। ਵੀ ਹੁਣ ਬਾਪੂ ਨਹੀਂ ਉੱਥੋਂ ਬੋਰਡ ਥੱਲੇ ਉੱਠੇ ਤੇ ਕਹਿੰਦਾ ਵੀ ਕਿੱਧਰ ਚੱਲਿਆ ਫਲਾਣਾ, ਕਹਿੰਦਾ ਮੈਂ ਥੋੜ੍ਹੀ ਜਿਹੀ ਨਾ ਬਣਾ ਲਿਆਵਾਂ, ਮਤਲਬ ਫਲਾਨੀ ਦਵਾਈ, ਉਹ ਫਲਾਨੀ ਸੁੰਡੀ ਦੇ ਲਈ। ਇਹਦਾ ਮਤਲਬ ਕਿਤੇ ਉਹ ਬਣਦੀ ਹੈ, ਕਿਤੇ ਉਹਦੇ ਕਾਰਖਾਨੇ ਨੇ, ਕਿਤੇ ਉਹਨੂੰ ਉਹ ਸਾਰੇ ਕੁਝ ਦੇ ਲਈ ਪਰਮਿਸ਼ਨ ਦਿੱਤੀ ਜਾਂਦੀ ਹੈ। ਜਾਂ ਤਾਂ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਵੀ ਯਾਰ ਵੀਰ, ਹੁਣ ਆਪਾਂ ਨੂੰ ਇਹਨਾਂ ਦੀ ਲੋੜ ਨਹੀਂ ਹੈਗੀ, ਤੁਸੀਂ ਕੁਝ ਇਹੋ ਜਿਹਾ ਇਜਾਦ ਕਰੋ ਜਿਹੜਾ ਖੁਰਾਕ ਨੂੰ ਯਾਨੀ ਕਿ ਚੰਗਾ ਬਣਾਵੇ, ਫਸਲ ਦਾ ਝਾੜ ਵਧੇ ਤੇ ਉਹਦੇ ਵਿੱਚ ਜ਼ਹਿਰੀਲੇ ਤੱਤ ਨਾ ਹੋਣ। ਇਹ ਤਾਂ ਉਹਨਾਂ ਦਾ ਕੰਮ ਹੈ, ਇਹ ਵੀ ਸਰਕਾਰ ਕਰ ਸਕਦੀ। ਦੂਜੀ ਚੀਜ਼ ਇਹ ਵੀ, ਜੇ ਮੰਨ ਲਓ ਵੀ ਇਹ ਚੰਗੀ ਗੱਲ ਹੋਊਗੀ ਵੀ ਆਰਗੈਨਿਕ ਉਪਜ ਵੱਧਦੀ ਹੈ, ਇੱਕ ਡਿਬੇਟ ਦਾ ਵਿਸ਼ਾ ਬਣ ਜਾਂਦਾ ਵੀ ਆਰਗੈਨਿਕ ਫੂਡ ਮਹਿੰਗਾ ਜੀ। ਠੀਕ ਹੈ ਜੀ, ਉਹ ਮਹਿੰਗਾ ਤਾਂ ਆਪਾਂ ਤਾਂ ਇੱਥੇ ਜ਼ਿਕਰ ਇਹ ਕਰ ਰਹੇ ਹਾਂ ਵੀ ਆਪਾਂ ਤਾਂ ਐਕਸਪੋਰਟ ਕਰਨਾ, ਬਾਹਰ ਭੇਜਣਾ। ਜੇ ਉਹ ਚੰਗੀ ਕੁਆਲਿਟੀ ਦਾ ਹੋਊਗਾ, ਸਗੋਂ ਮਹਿੰਗਾ ਹੋਊਗਾ, ਬਾਹਰੋਂ ਹੋਰ $4 ਮਿਲਣਗੇ ਤਾਂ ਆਉਣਗੇ ਤਾਂ ਦੇਸ਼ ਦੇ ਵਿੱਚ ਹੀ। ਦੂਜੀ ਗੱਲ ਵੀ, ਭਾਰਤ ਦੇ ਵਿੱਚ ਵੀ 2 ਤਰ੍ਹਾਂ ਦੇ ਦੇਸ਼ ਹੈ। ਜੇ ਆਪਾਂ ਇਸ ਵਕਤ ਦੁਨੀਆ ਦੇ ਅਮੀਰਤਰੀਨ ਦੇਸ਼ਾਂ ਦੇ ਅਮੀਰਤਰੀਨ ਲੋਕਾਂ ਦੀ ਲਿਸਟ ਲੱਭਣ ਲੱਗੀਏ ਤਾਂ ਉਹਦੇ 'ਚ ਦੂਜੇ ਤੀਜੇ ਨੰਬਰ ਦੇ ਉੱਪਰ ਬੰਦੇ ਆਉਣ ਲੱਗ ਪੈਂਦੇ ਆਪਣੇ ਵਾਲੇ। ਇਹਦਾ ਮਤਲਬ ਬਹੁਤ ਸਾਰੇ ਲੋਕ ਨੇ ਜਿਹੜੇ ਅਫੋਰਡ ਕਰ ਸਕਦੇ, ਉਹਨਾਂ ਨੂੰ ਆਪਸ਼ਨ ਦੇ ਦਿਓ ਵੀ ਵੀਰ ਮੇਰਾ 2 ਤਰ੍ਹਾਂ ਦੀ ਚੀਜ਼ ਹੈ, ਇੱਕ ਉਹ ਜਿਹੜੀ ਖਾਦਾਂ ਵਾਲੀ ਹੈ, ਇੱਕ ਖਾਦਾਂ ਤੋਂ ਬਿਨਾਂ ਵਾਲੀ, ਤੂੰ ਦੱਸ ਕਿਹੜੀ ਲੈਣੀ ਹੈ। ਆਪਣੇ ਆਪ ਹੀ ਇੱਕ ਮੰਡੀ ਬਣ ਜਾਣੀ ਪੈਰਲਲ, ਤੇ ਜਦੋਂ ਮੰਡੀ ਬਣ ਗਈ ਹੌਲੀ ਹੌਲੀ ਤੁਸੀਂ ਉਸ ਪਾਸੇ ਮੂਵ ਕਰ ਸਕਦੇ। ਪਰ ਇਹ ਨਹੀਂ ਕੀਤਾ ਜਾ ਸਕਦਾ ਨਾ ਵੀ ਆਪਾਂ ਲੋਕਾਂ ਦੇ ਛੱਡ ਦਈਏ ਵੀਰ ਆਹ ਨਹੀਂ ਹੋਣਾ, ਆਹ ਹੋਣਾ। ਇਹ ਗੱਲ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਇੱਥੇ ਕੈਨੇਡਾ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ ਕਈ ਸਟੋਰ ਨੇ ਜਿਹੜੇ ਭਾਰਤੀ ਲੋਕਾਂ ਨੂੰ ਟਾਰਗੇਟ ਕਰਕੇ ਬਣਾਏ ਗਏ ਕਿ ਭਾਰਤ ਦੇ ਵਿੱਚੋਂ ਆਏ ਹੋਏ ਲੋਕ ਜਿਹੜੀਆਂ ਚੀਜ਼ਾਂ ਅਸੀਂ ਦਾਲਾਂ ਜੇ ਉਹ ਖਾਣ ਦੇ ਸ਼ੌਕੀਨ ਆ, ਜਾਂ ਸਾਡੀ ਉਹ ਆਦਤ ਬਣ ਚੁੱਕੀ ਹੈ, ਸਾਨੂੰ ਉਹੀ ਪਸੰਦ ਨੇ, ਉਹ ਸਾਰੀਆਂ ਚੀਜ਼ਾਂ ਉੱਥੋਂ ਮਿਲਦੀਆਂ। ਆਪਾਂ ਜਾਣਦੇ ਹਾਂ ਬਾਰ-ਬਾਰ, ਕਦੇ ਆ ਦਾਲ ਕਿੱਥੋਂ ਜੀ, ਇੰਡੀਆ ਦੀ ਹੈ ਜੀ, ਪਰ ਪੰਜਾਬ ਦੀ ਨਹੀਂ, ਪਰ ਹਰਿਆਣੇ ਦੀ ਨਹੀਂ, ਇਹ ਕਰਨਾਟਕ ਦੀ ਹੈ ਜੀ, ਇਹ ਮਹਾਰਾਸ਼ਟਰ ਦੀ ਹੈ ਜੀ, ਦੱਖਣ ਭਾਰਤ ਜਾਂ ਮੱਧ ਭਾਰਤ ਵੱਧ ਤੋਂ ਵੱਧ। ਹੁਣ ਜੇ ਇਹਦਾ ਮਤਲਬ ਹੈ ਕਿ ਉਹਦੀ ਲਾਗਤ ਹੈਗੀ ਆ, ਇਹਦਾ ਮਤਲਬ ਹੈ ਕਿ ਉਹਦੀ ਖਪਤ ਹੈਗੀ ਹੈ, ਉਹਨੂੰ ਕੰਮ ਕਰਨ ਵਾਲਾ ਜਾਂ ਉਹਨੂੰ ਖਾਣ ਵਾਲਾ ਜਾਂ ਉਹਦਾ ਗ੍ਰਾਹਕ ਹੈਗਾ, ਕਸਟਮਰ ਹੈਗਾ ਉਹਦਾ, ਕੰਜ਼ਿਊਮਰ। ਹੁਣ ਜੇ ਉਹ ਉੱਥੋਂ ਆ ਸਕਦੀ ਹੈ ਤਾਂ ਮਤਲਬ ਪੰਜਾਬ 'ਚੋਂ ਵੀ ਆ ਸਕਦੀ ਹੈ। ਤੇ ਉੱਥੇ ਤੱਕ ਲਿਆਉਣ ਦੇ ਲਈ
ਫਿਰ ਸਾਨੂੰ ਹੋਰ ਕੀ ਕਰਨਾ ਪਊਗਾ, ਕਿਉਂਕਿ ਗਰੇਵਾਲ ਸਾਹਿਬ ਜਾਂ ਬਾਕੀ ਬਹੁਤ ਸਾਰੀਆਂ ਪਾਰਟੀਆਂ ਦੇ ਸੱਜਣ ਇਧਰਲੇ ਪਾਸੇ ਨੂੰ ਕੋਈ ਝਾਤ ਮਾਰ ਕੇ ਨਹੀਂ ਦੇਖ ਰਿਹਾ, ਕਿਉਂਕਿ ਸਾਰਿਆਂ ਨੂੰ ਲੱਗਦਾ 5 ਸਾਲ ਕਿਹੜਾ ਲਾਊਗਾ, ਕਿਹੜਾ ਪੈਸੇ ਦੇਊਗਾ। ਪਰ ਜ਼ਰੂਰੀ ਹੈ, ਕਿਉਂਕਿ ਜੇ ਉਧਰਲੇ ਪਾਸਿਓਂ ਐਕਸਪੋਰਟ ਹੋ ਸਕਦੀ ਹੈ ਤਾਂ ਪੰਜਾਬ ਹਰਿਆਣੇ ਵਾਲੇ ਪਾਸੇ ਹੋ ਸਕਦੀ ਹੈ, ਡਿਮਾਂਡ ਨਹੀਂ ਜੇ ਘਟਣ ਲੱਗੀ। ਵੈਸੇ ਵੀ ਭਾਰਤ ਬਹੁਤ ਸਾਰੀਆਂ ਚੀਜ਼ਾਂ ਤਾਂ ਬਾਹਰੋਂ ਮੰਗਵਾਉਂਦਾ ਹੈ, ਉਹ ਖਪਤ ਜਿਹੜੀ ਹੈ ਸਾਡੇ ਵੱਧ ਹੈ, ਪ੍ਰੋਡਕਸ਼ਨ ਘੱਟ ਹੈ। ਉਹ ਕੋਈ ਹੋਰ ਤਰੀਕਾ ਅਪਣਾ ਲਿਆ ਜਾਵੇ ਤਾਂ ਸਾਡਾ ਵਿਦੇਸ਼ੀ ਮੁਦਰਾ ਭੰਡਾਰ ਉਹ ਕਾਇਮ ਰਹਿ ਜਾਊਗਾ। ਸ਼੍ਰੀਲੰਕਾ ਦਾ ਮੁੱਕਿਆ ਪਿਆ ਸੀ, ਹੋਰ ਵਧਾਈਏ ਆਪਣੇ ਵਾਲਾ। ਇੱਕ ਇਹਦੇ 'ਚ ਆਪਾਂ ਜ਼ਰੂਰ ਬੇਨਤੀ ਕਰਦੇ ਹਾਂ, ਜਿਹੜੀ ਹੁਣ ਤੇਲੰਗਾਨਾ ਦੇ ਮੁੱਖ ਮੰਤਰੀ ਵਾਲੀ ਗੱਲ ਚੱਲੀ ਹੈ, ਜੇ ਘੁੰਮਦੀ ਘਮਾਉਂਦੀ ਗੱਲ ਉੱਥੇ ਆ ਜਾਣੀ ਆ ਵੀ ਪੂਰੇ ਇੰਡੀਆ ਦੇ ਵਿੱਚ ਹਰੇਕ ਮੰਡੀ ਸਰਕਾਰੀ ਤੇ ਹਰੇਕ ਜਿਹੜੀ ਉਪਜ ਆ ਉਹਨੂੰ ਸਰਕਾਰ ਖਰੀਦੇ, ਉਹ ਵੀ MSP ਦੇ ਉੱਪਰ, ਫਿਰ ਵੀ ਤੇ ਸਰਕਾਰ ਸਮਝੂਗੀ ਨਾ ਵੀ ਅਸੀਂ ਇੰਨੀ ਨਹੀਂ ਖਰੀਦ ਸਕਦੇ, ਸਾਡੇ ਤੇ ਬੋਝ ਹੈ। ਉਹਦੇ ਨਾਲੋਂ ਚੰਗਾ ਨਹੀਂ ਹੈ ਕਿ ਵੀ ਜਿਹੜਾ ਅਗਲਿਆਂ ਨੂੰ ਇਹ ਕਿਹਾ ਜਾਵੇ ਵੀ ਸਾਡੇ ਕੋਲ ਆਹ ਆਪਸ਼ਨ ਆ ਵੀ ਭਾਈ ਸਾਹਿਬ ਵੀ ਤੁਸੀਂ ਇਹ ਸਾਰੇ ਕੁਝ ਨੂੰ ਆਰਗੈਨਿਕ ਵਾਲੇ ਪਾਸੇ ਚਲੇ ਜਾਓ, ਉਹਦੇ ਜਿੰਨੀ ਤੁਹਾਨੂੰ ਹੈਲਪ ਚਾਹੀਦੀ ਉਹ ਅਸੀਂ ਕਰਨ ਨੂੰ ਤਿਆਰ ਹਾਂ। ਉਹਦੇ ਨਾਲ ਦੋ ਚੀਜ਼ਾਂ ਦਾ ਬੈਨੀਫਿਟ ਹੋ ਗਿਆ ਵੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਮਿਹਨਤ ਕਰਨੀ ਹੈ, ਐਟਲੀਸਟ ਉਹਨੂੰ ਹੌਸਲਾ ਤੇ ਮਿਲੂਗਾ ਵੀ ਯਾਰ ਸਰਕਾਰ ਮੇਰੇ ਨਾਲ ਖੜੀ ਹੈ, ਜੇ ਮੇਰੇ ਇੰਨੇ ਕੁ ਘਟੇ ਤੇ ਉਹਨਾਂ ਪੂਰੇ ਕਰ ਦੇਣੇ ਜੀ। ਦੂਜੀ ਗੱਲ ਇਹ ਆ ਵੀ ਆਪਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਵੀ 3 ਕੁ ਸਾਲ ਲੱਗਦੇ ਆ, 3 ਕੁ ਸਾਲਾਂ ਦੇ ਵਿੱਚ ਉਪਜ ਵੀ ਬਰਾਬਰ ਆ ਜਾਂਦੀ ਹੈ ਤੇ ਪਿਓਰ ਆਰਗੈਨਿਕ ਵੀ ਚੀਜ਼ ਹੋ ਜਾਂਦੀ ਹੈ। ਉਹ 3 ਸਾਲਾਂ ਦੇ ਨਾਲ ਜੇ ਆਪਾਂ ਨੂੰ ਲੱਗਦਾ ਵੀ ਆਪਾਂ ਇੱਕ ਐਸੀ ਚੇਂਜ ਲਿਆ ਸਕਦੇ ਹਾਂ ਵੀ ਹੁਣ ਜੇ ਆਪਾਂ ਅੱਜ 22 ਦੇ ਵਿੱਚ 66 ਦੀ ਗੱਲ ਕਰਦੇ ਹਾਂ ਤੇ ਹੋ ਸਕਦਾ 50 ਦੇ ਵਿੱਚ ਲੋਕ 22 ਦੀ ਗੱਲ ਕਰਿਆ ਕਰਨ, ਯਾਰ ਉਦੋਂ ਚੇਂਜ ਆਈ ਸੀ ਇੰਡੀਆ ਦੇ ਵਿੱਚ ਤੇ ਐਸੀ ਚੇਂਜ ਆਈ ਹੈ ਵੀ ਦੁਨੀਆ 'ਚ ਰੈਵੋਲੂਸ਼ਨ ਆ ਗਿਆ। ਬਿਲਕੁਲ ਸੰਧਾਲੀਆ ਸਾਹਿਬ, ਤੇ ਅਸੀਂ ਉਮੀਦ ਕਰਦੇ ਹਾਂ ਕਿ ਉਧਰਲੇ ਪਾਸੇ ਨੂੰ ਗੱਲ ਤੁਰੇ, ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਫਸਲ ਵੇਲੇ ਸਿਰ ਖਰੀਦ ਹੋਵੇ। ਬਹੁਤ ਸਾਰੀਆਂ ਮੰਡੀਆਂ ਦੇ ਵਿੱਚੋਂ ਖਬਰਾਂ ਆ ਰਹੀਆਂ ਕਿ ਭਾਈ ਖਰੀਦ ਹੋ ਰਹੀ ਹੈ, ਕਈ ਪਾਸੇ ਇਹ ਵੀ ਆ ਰਹੀਆਂ ਕਿ ਥੋੜ੍ਹੀ ਜਿਹੀ ਢਿੱਲ ਮੱਠ ਹੈ, ਕਈ ਪਾਸੇ ਅਜੇ ਵਾਢੀ ਸ਼ੁਰੂ ਨਹੀਂ ਹੋਈ। ਅਸੀਂ ਉਮੀਦ ਕਰਦੇ ਹਾਂ ਕਿ ਦਾਣਾ ਫੱਕਾ ਸਾਂਭਿਆ ਜਾਏ, ਝਾੜ ਬਹੁਤਾ ਨਾ ਘਟੇ, ਸੂਬਾ ਤੇ ਕੇਂਦਰ ਦੀਆਂ ਸਰਕਾਰਾਂ ਲੋਕਾਂ ਦੇ ਨਾਲ ਇਕਸੁਰ ਹੋ ਕੇ ਚੱਲਣ, ਦੇਸ਼ ਤਰੱਕੀ ਕਰੂਗਾ। ਹਾਂ, ਬਾਕੀ ਇਹਦੇ 'ਚ ਮੇਰਾ ਖਿਆਲ ਉਹ ਅੱਜ ਕੱਲ੍ਹ ਵੀਡੀਓ ਵਾਹ ਤੇ ਉਹਦੇ 'ਤੇ ਵੀ ਕਈ ਵਾਰਾਂ ਜ਼ਿਕਰ ਕਰ ਲੈਂਦੇ ਜੀ ਭਾਜੀ ਇਹਦਾ ਜ਼ਿਕਰ ਕਿਉਂ ਨਹੀਂ ਕਰਦੇ, ਉਹ ਜਿਹੜਾ ਸਾਈਲੋ ਦੇ ਵਿੱਚ ਸਿੱਧੀ ਕਣਕ ਵੇਚਣ ਵਾਲਾ ਕੰਮ ਆ। ਹੁਣ ਬੜੇ ਲੋਕਾਂ ਨੇ ਉੱਥੇ ਵੀਡੀਓ ਜਾ ਕੇ ਬਣਾਈ ਵੀ ਉਹਨਾਂ ਨੂੰ ਪੁੱਛਿਆ ਵੀ ਹਾਂ ਯਾਰ ਫਰਕ ਕੀ। ਉਹ ਹੁਣ ਜਿਹੜਾ ਵੀ ਬੰਦਾ ਉਹ ਕੱਚਾ ਜਿਹਾ ਹੋ ਕੇ ਜਵਾਬ ਤੇ ਦੇ ਦਿੰਦਾ ਵੀ ਉਹ ਯਾਰ ਫਿਰ ਇੱਥੇ ਫਿਰ ਕੋਈ ਪੱਖਾ ਪੁੱਖਾ ਨਹੀਂ ਲਾਉਂਦੇ, ਉਹ ਫਿਰ ਸੁੱਟ ਕੇ ਟਾਈਮ ਨਾਲ ਮੁੜ ਜਾਈਦਾ, ਉਹ ਫਿਰ ਮੰਡੀ ਵਾਲੀ ਵੀ ਇੱਥੇ ਹੀ ਆਉਣੀ ਹੁੰਦੀ ਆ। ਹਾਂ, ਉਹ ਜਿਹੜਾ ਵੀ ਬੰਦਾ ਦੇਖਦਾ ਉਹ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਸਵਾਲ ਜ਼ਰੂਰ ਆਉਂਦਾ ਵੀ ਯਾਰ ਜਿਹੜਾ ਉਹ ਸਾਲ 1.5 ਸਾਲ ਸੰਘਰਸ਼ ਸੀਗਾ ਉਦੋਂ ਪੰਜਾਬ ਤੇ ਪੰਜਾਬੀ ਕਿੱਥੇ ਖੜੇ ਸੀ, ਤੇ ਅੱਜ ਜੇ ਆਪਾਂ ਨੂੰ ਜਾਪਿਆ ਵੀ ਉਹ ਚੀਜ਼ ਮੁੱਕ ਗਈ ਹੈ ਤੇ ਆਪਣੇ ਨੇੜੇ ਆ, ਤੇ ਅੱਜ ਆਪਾਂ ਉਹ ਸਵਾਲ ਨੂੰ ਪਤਾ ਹੁੰਦਿਆਂ ਬਾਵਜੂਦ ਵੀ ਅੱਖੋਂ ਲਾਂਭੇ ਕਰਕੇ ਉਸੇ ਪਾਸੇ ਤੁਰੇ ਜਾਂਦੇ ਵੀ ਇਹ ਅੱਜ ਨਹੀਂ ਤੇ ਕੱਲ੍ਹ ਨੂੰ ਚੀਜ਼ ਤੰਗ ਨਾ ਕਰੇ, ਕਿਉਂਕਿ ਕਾਰਨ ਆ ਨਾ ਇਹ ਇਸ ਸੀਜ਼ਨ ਦਾ ਡਾਟਾ ਜਿਹੜੇ ਨੀਤੀ ਆਯੋਗ ਵਾਲੇ ਮੈਂਬਰ ਸਾਹਿਬ ਨੇ ਹੁਣ ਜ਼ਿਕਰ ਕੀਤਾ ਉਹਨਾਂ ਕੋਲ ਫਿਰ ਪਹੁੰਚਣਾ। ओके जी, पंजाब में पिछली अप्रैल में गेहूं जो डायरैक्ट आया वो कितना आया, तो अगले ने जो कहा जी भी इन्ने अहीं चक लिया जी सीधे का सीधा, वो भी तो किते ना किते नीति बनाने काम आऊगा ही। संधालिया साहब देखो, एक गल तो पक्की है कि जदों किसान अंदोलन चलता सी ना उदों भी उत्थे चीज़ विकी है, हुण तो खत्म हो चुके हैं। वीडियो बहुत ने बननियां चाहिए क्योंकि वो सच है कि किसान उत्थे जा रहे हैं, पर दूसरी गल है किसान अंदोलन ਦੇ ਵਿੱਚ ਵੀ ਸਾਰੇ ਬੰਦੇ ਪ੍ਰੈਕਟੀਕਲੀ ਨਹੀਂ ਸੀ ਪੁੱਜੇ। ਤੀਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਕਿਸਾਨਾਂ ਦੀ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ, ਮਾਮੂਲੀ ਹੈ, ਕਿਉਂਕਿ ਇੱਕ ਇਲਾਕੇ ਦੇ ਥੋੜੇ ਜਿਹਾ ਕਿਸਾਨ ਹੀ ਉੱਥੇ ਆਉਂਦੇ ਆ ਜਿਹਨੂੰ ਨੇੜੇ ਪੈਂਦਾ। ਹਾਂ, ਜਿਹਨੂੰ ਨੇੜੇ ਪੈਂਦਾ, ਤੇ ਇਹ ਨਹੀਂ ਕਿ ਉਹ ਐਤਕੀ ਜਾਣ ਲੱਗੇ ਆ। ਚੱਲਦੇ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਰਿਪੋਰਟਾਂ ਆਈਆਂ ਸੀ, ਤੇ ਉਹ ਕਿਉਂਕਿ ਹਰ ਇੱਕ ਕਿਸਾਨ ਇੰਨਾ ਜਾਗਰੂਕ ਨਹੀਂ ਹੁੰਦਾ। ਅਜੇ ਵੀ ਜੇ ਆਪਾਂ ਕਹੀਏ ਸਾਰੇ ਕਿਸਾਨ ਜਾਗਰੂਕ ਹੋ ਗਏ ਜੀ, ਇਹ ਉਹਨਾਂ ਦੀ ਨਿੱਜੀ ਆਜ਼ਾਦੀ ਹੈ, ਪਹਿਲੀ ਗੱਲ। ਦੂਸਰੀ ਗੱਲ ਹੈ ਕਿ ਉਹ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਜੇ ਕੋਈ ਵਧਾ ਚੜਾ ਕੇ ਪੇਸ਼ ਕਰੂ ਜਾਂ ਦੇਖੋ ਜੀ ਕਤਾਰਾਂ ਹੀ ਲੱਗ ਗਈਆਂ, ਦੇਖੋ ਜੀ ਕਿਸਾਨ ਸਾਰੇ ਇੱਧਰ ਨੂੰ ਤੁਰ ਪਏ, ਬਿਲਕੁਲ ਨਹੀਂ। ਉਹਦੇ ਨੇੜੇ ਵੀ ਮੰਡੀਆਂ ਨੇ, ਕਿਸਾਨ ਉੱਥੇ ਵੀ ਜਾਂਦੇ ਆ। ਕੁੱਲ ਮਿਲਾ ਕੇ ਜੇ ਗਿਣਤੀ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਸ਼ਾਇਦ 1% ਤੋਂ ਵੀ ਘੱਟ ਕਿਸਾਨ ਹੋਣਗੇ ਸਾਰੇ ਪੰਜਾਬ 'ਚੋਂ, 0 ਕੁਛ ਹੀ ਹੋਣਗੇ। ਪਰ ਹਾਂ, ਜਦੋਂ ਖਬਰ ਬਣਦੀ ਹੈ ਤੇ ਉਹਦਾ ਪ੍ਰਭਾਵ ਬਹੁਤ ਜਾਂਦਾ। ਕਈ ਵਾਰੀ ਇਦਾਂ ਦਾ ਪ੍ਰਭਾਵ ਵਧਾ ਕੇ ਪੇਸ਼ ਕਰਤਾ ਜਾਂਦਾ ਜੀ ਉੱਧਰ ਨੂੰ ਹੀ ਤੁਰ ਪਿਆ ਕਿਸਾਨ। ਇੱਦਾਂ ਨਹੀਂ ਹੈ। ਤੁਸੀਂ ਆਪਣੇ ਨੇੜਲੀ ਕਿਸੇ ਵੀ ਮੰਡੀ 'ਚ ਜਾਓ, ਜੇ ਕਿਤੇ ਹੋਰ ਬੈਠੇ ਹੋ, ਦੂਰ ਦਰਾਡੇ ਬੈਠੇ ਹੋ, ਤਾਂ ਟੈਲੀਫੋਨ ਕਰਕੇ ਪੁੱਛ ਲਓ, ਮੰਡੀਆਂ ਦੇ ਵਿੱਚ ਕਣਕ ਦੇ ਢੇਰ ਲੱਗੇ ਆ, ਬਹੁਤ ਗਿਣਤੀ ਕਿਸਾਨ ਉਧਰਲੇ ਪਾਸੇ ਜਾ ਰਹੇ ਆ। ਇਹ ਪ੍ਰਕਿਰਿਆ ਪਿਛਲੇ ਸਮੇਂ ਦੀ ਚੱਲਦੀ ਸੀ। ਆਮ ਤੌਰ ਦੇ ਉੱਤੇ ਹਰ ਇੱਕ ਬੰਦੇ ਨੂੰ ਹੁੰਦਾ ਕਿ ਭਾਈ ਮੇਰੀ ਕਣਕ ਜਿਹੜੀ ਹੈ, ਮੇਰਾ ਝੋਨਾ ਜਿਹੜਾ ਹੈ, ਮੈਂ ਜਿੱਥੇ ਲੈ ਕੇ ਜਾਵਾਂ ਉਹ ਛੇਤੀ ਵਿਕ ਜਾਏ, ਬਹੁਤੀ ਕੋਈ ਮੀਨ ਮੇਖ ਨਾ ਕੱਢੇ, ਬਹੁਤੀ ਕੋਈ ਨਮੀ ਦੀ ਗੱਲ ਨਾ ਕਰੇ, ਉੱਥੇ ਜਾ ਕੇ ਮੈਨੂੰ 5-7 ਦਿਨ ਖੱਜਲ ਖਰਾਬ ਨਾ ਹੋਣਾ ਪਵੇ। ਉਹਦਾ ਬੜਾ ਸੌਖਾ ਜਿਹਾ ਹੱਲ ਹੈ। ਆਹ ਤਾਂ ਚਲੋ ਸਰਕਾਰ ਨਵੀਂ ਬਣੀ ਹੈ। ਜੇ ਇਹਨਾਂ ਨੂੰ ਲੱਗਦਾ ਹੈ, ਇਹ ਕਹਿੰਦੇ ਨੇ ਕਿਸਾਨਾਂ ਦੇ ਅਤੈਸ਼ੀ ਹੈ, ਤਾਂ ਅਗਲੇ ਸੀਜ਼ਨ ਤੋਂ ਐਸਾ ਪ੍ਰਬੰਧ ਕਰ ਦਿਓ ਕਿ ਭਾਈ ਉੱਥੇ ਕਿਸਾਨ ਨੂੰ ਬਹੁਤਾ ਰੋਲਣਾ ਨਾ ਪਵੇ, ਮੰਡੀ ਦੇ ਵਿੱਚ ਟਰਾਲੀ ਆਵੇ, ਢੇਰੀ ਹੋਵੇ, ਤੋਲੇ, ਕਿਸਾਨ ਘਰ ਨੂੰ ਚਲ ਜਾਵੇ। ਆਹੋ, ਜੇ ਉਹ ਕਰ ਸਕਦੇ ਤੇ ਇੱਧਰ ਵੀ ਤਾਂ ਕੀਤਾ ਹੀ ਜਾ ਸਕਦਾ, ਕੋਈ ਏਡਾ ਫਰਕ ਨਹੀਂ ਹੈਗਾ। ਚਲੋ ਇਹ ਹੁਣ ਜਦੋਂ ਚੇਂਜ ਆਊਗੀ ਉਸ ਤੋਂ ਬਾਅਦ ਆਪਾਂ ਗੱਲ ਤੋਰਾਂਗੇ। ਪਰ ਇਹ ਆਪਾਂ ਸਾਰੀਆਂ ਗੱਲਾਂ ਤਾਂ ਕੀਤੀਆਂ ਕਿਉਂਕਿ ਕਰਾਂ ਫਿਰ ਉੱਪਰ ਜੇ ਗੱਲ ਹਿੱਲੀ ਸੀ ਵੀ ਹਾਂਜੀ ਉਹ ਖੇਤੀ ਦੇ ਵਿੱਚ ਕੁਛ ਨਾ ਕੁਛ ਕਰਨ ਦੀ ਲੋੜ ਆ, ਤਾਂ ਗੱਲ ਆ ਵੀ ਕੀਤਾ ਉਹ ਜਾਵੇ ਜਿਹੜਾ ਵਾਕਈ ਅਸਲ 'ਚ ਫਾਇਦੇ 'ਚ ਹੋਵੇ। ਅੱਜ ਨਹੀਂ ਤੇ ਹੋਰ
15-20 ਸਾਲਾਂ ਨੂੰ ਨਤੀਜੇ ਨਜ਼ਰ ਆਉਣ। ਦੂਜੀ ਗੱਲ ਕਰੀਏ ਮਾਨ ਸਾਹਿਬ ਦੀਆਂ ਦੇ ਟਾਈਮ ਚਾਹੀਦਾ ਥੋੜ੍ਹਾ ਜਿਹਾ। ਨਹੀਂ ਦੇਖੋ, ਪਿਛਲੇ ਦਿਨਾਂ ਦੇ ਵਿੱਚ ਸੰਧਾਲੀਆ ਸਾਹਿਬ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਲੱਗਾ ਕਿ 6 ਸਾਲ ਹੋ ਗਏ ਪੰਜਾਬ ਪੁਲਿਸ ਦੀ ਭਰਤੀ ਮੁਕੰਮਲ ਨਹੀਂ ਹੋਈ। ਨੌਜਵਾਨ ਬੈਠੇ ਸੀ, ਉਹਨਾਂ ਦਾ ਦਰਦ ਸਮਝਣਾ ਚਾਹੀਦਾ। 5-6 ਸਾਲ ਰੋਟੀ ਕਿੱਥੋਂ ਖਾਣੀ ਹੈ? ਉਡੀਕ ਤੇ ਹੋਰ ਉਡੀਕ ਔਖੀ ਹੋ ਜਾਂਦੀ ਹੈ। ਮੁਲਾਕਾਤ ਵੀ ਕੀਤੀ ਭਗਵੰਤ ਮਾਨ ਹੋਰਾਂ ਨੇ, ਕਹਿੰਦੇ ਜੀ ਕੋਈ ਗੱਲ ਨਹੀਂ, ਇੰਨਾ ਕੁ ਸਮਾਂ ਦੇ ਦਿਓ, ਅਸੀਂ ਲੱਗੇ ਹੋਏ ਹਾਂ। ਚਲੋ ਠੀਕ ਹੈ ਜੀ, ਧਰਨਾ ਸਮਾਪਤ ਹੋ ਗਿਆ। ਇਹਦੇ ਤੋਂ ਬਿਨਾਂ ਵੀ ਵੱਖ-ਵੱਖ ਥਾਵਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ, ਕਿਉਂਕਿ ਪਿਛਲੀ ਸਰਕਾਰ ਨੇ ਜਾਂਦਿਆਂ ਭਰਤੀਆਂ ਸ਼ੁਰੂ ਤਾਂ ਕਰ ਲਈਆਂ, ਕੱਚਿਆਂ ਨੂੰ ਪੱਕੇ ਕਰਨ ਦਾ ਐਲਾਨ ਤਾਂ ਕਰਤਾ, ਪਰ ਅਮਲੀ ਜਾਮਾ ਨਹੀਂ ਸੀ ਅਪੜਿਆ। ਕਲਰਕ ਦੇਖ ਲਓ, ਪਟਵਾਰੀ ਦੇਖ ਲਓ, ਫਾਰਮਾਸਿਸਟ ਦੇਖ ਲਓ, ਇਹਦੇ ਤੋਂ ਇਲਾਵਾ ਵੱਖ-ਵੱਖ ਕੈਟਾਗਰੀਜ਼ ਦੇ ਜਿਹੜੇ ਅਧਿਆਪਕ ਦੇਖ ਲਓ, ਹੋਰ ਬਹੁਤ ਸਾਰੇ ਕੰਮ ਨਾ ਨੇਪੜੇ ਚੜਿਆ। ਜੰਗਲਾਤ ਵਿਭਾਗ ਦੀਆਂ ਬਹੁਤ ਸਾਰੀਆਂ ਭਰਤੀਆਂ, ਉਹ ਹੁਣ ਸਾਰੇ ਹੀ ਬੰਦੇ ਆਸ ਤੇ ਉਮੀਦ ਰੱਖਦੇ ਸੀ ਕਿ 92 ਸੀਟਾਂ ਲੈ ਕੇ ਸਰਕਾਰ ਬਣੀਆਂ ਤੇ ਆਉਂਦੀ ਪਹਿਲੀ ਘੁੱਗੀ ਇੱਥੇ ਵੱਜੇ। ਉਹ ਐਸਐਸ ਬੋਰਡ ਭੰਗ ਕੀਤਾ, ਉਹਦੀ ਵੀ ਬਾਰ-ਬਾਰ ਡਿਮਾਂਡ ਆਉਂਦੀ ਹੈ ਕਿ ਬਣਾ ਦਿਓ। ਕੱਲ੍ਹ ਨੂੰ ਬਣ ਜਾਏ, ਪਰਸੋਂ ਨੂੰ ਕੰਮ ਮੁਕੰਮਲ ਹੋ ਜਾਏ, ਚੇਤਾ ਭੁੱਲ ਜਾਣਾ। ਪਰ ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਜਿੱਥੇ ਕਿਤੇ ਜਾਂਦੇ ਆ ਪੱਤਰਕਾਰ ਵੀ ਉਹੀ ਸਵਾਲ ਪੁੱਛਦੇ ਆ, ਨੌਜਵਾਨ ਵੀ ਵਫਦ ਲੈ ਕੇ ਬਾਰ-ਬਾਰ ਆਉਂਦੇ ਆ, ਫਿਰ ਉਹਨਾਂ ਨੇ ਟਵੀਟ ਹੀ ਕਰ ਦਿੱਤਾ। ਉਹ ਕਹਿੰਦੇ ਜੀ ਦੇਖੋ, ਪਹਿਲੀ ਗੱਲ ਇਹ ਹੈ ਕਿ ਤੁਹਾਡੀ ਇੱਕ ਮੁਸ਼ਕਲ ਚੇਤੇ ਆ, ਮੈਨੂੰ ਦੱਸਣ ਦੀ ਲੋੜ ਨਹੀਂ, ਮੈਨੂੰ ਭੁੱਲੀ ਨਹੀਂ, ਮੂੰਹ ਜ਼ਬਾਨੀ ਯਾਦ ਹੈ, ਪਰ ਸਰਕਾਰ ਨਵੀਂ ਆ, ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ ਤੇ ਅਸੀਂ ਇੱਕ ਪੰਜਾਬ ਦੇ ਬੰਦੇ ਦਾ ਮਸਲਾ ਹੱਲ ਕਰਾਂਗੇ। ਇਹ ਹੁਣ ਸਮਾਂ ਨਹੀਂ ਉਹਨੇ ਦੱਸਿਆ 1 ਮਹੀਨਾ, 2 ਮਹੀਨਾ, 3 ਮਹੀਨੇ ਕਿ 6 ਮਹੀਨੇ, ਪਰ ਉਹਦੇ ਤੋਂ ਬਾਅਦ ਹੁਣ ਲੋਕ ਕਿੰਨੀ ਕੁ ਦੇਰ ਧਰਵਾਸ ਨਾਲ ਬੈਠਣਗੇ। ਪਰ ਭਗਵੰਤ ਮਾਨ ਹੋਰਾਂ ਦਾ ਖੁਦ ਆਇਆ ਟਵੀਟ, ਹੋ ਸਕਦਾ ਕਿ ਆਰਜੀ ਤੌਰ ਤੇ ਸਰਕਾਰ ਨੂੰ ਰਾਹਤ ਦੇ ਦੇ। ਨਹੀਂ ਮਿਲ ਸਕਦੀ ਆ। ਦੂਜੇ ਪਾਸੇ ਇਹ ਵੀ ਦੇਖੋ ਨਾ ਵੀ ਇਸੇ ਚੀਜ਼ ਤੇ ਜਦੋਂ ਸੁਖਬੀਰ ਬਾਦਲ ਸਾਹਿਬ ਨੂੰ ਪੁੱਛ ਲਿਆ, ਤੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਵੀ ਦੇਖੋ ਬਦਲਾਅ ਲਿਆਉਣ ਲਈ ਲਿਆਂਦੀ ਹੈ ਸਰਕਾਰ ਲੋਕਾਂ, ਤੇ ਮੈਨੂੰ ਲੱਗਦਾ ਥੋੜ੍ਹਾ ਜਿਹਾ ਟਾਈਮ ਦੇਣਾ ਚਾਹੀਦਾ ਉਹਨਾਂ ਨੂੰ। ਹੁਣ ਇੱਕ ਪਾਸੇ ਟਵੀਟ ਜਿਹਦੇ 'ਚ ਖੁਦ ਮੁੱਖ ਮੰਤਰੀ ਸਾਹਿਬ ਟਾਈਮ ਮੰਗਦੇ, ਇੱਕ ਪਾਸੇ ਉਹਨਾਂ ਦੀ ਵਿਰੋਧੀ ਪਾਰਟੀ ਦੇ ਪ੍ਰਧਾਨ ਕਹਿੰਦੇ ਵੀ ਕੋਈ ਗੱਲ ਨਹੀਂ, ਟਾਈਮ ਦੇ ਦੇਣਾ ਚਾਹੀਦਾ। ਤੇ ਆਸ ਕਰਦੇ ਵੀ ਸ਼ਾਇਦ ਥੋੜ੍ਹਾ ਜਿਹਾ ਟਾਈਮ ਮਿਲ ਜਾਵੇ, ਪਰ ਕਿਸੇ ਵੇਲੇ ਹੁੰਦਾ ਨਾ ਵੀ ਥੋੜ੍ਹਾ ਕਰਕੇ ਹੀ ਬੜਾ ਬਹੁਤਾ ਹੋ ਜਾਂਦਾ, ਇਸ ਕਰਕੇ ਉਹ ਨਾ ਜਾਪੇ। ਹਾਂ, ਕਿਉਂਕਿ ਜਦੋਂ ਕੋਈ ਨਾ ਕੋਈ ਫੈਸਲਾ ਆ ਜਾਂਦਾ, ਜਿੱਦਾਂ ਪਿਛਲੇ ਦਿਨ ਕੋਈ ਫੈਸਲਾ ਆਇਆ ਸੀ ਜਿਹਦੇ 'ਚ ਕਿਹਾ ਕਿ ਨਹੀਂ ਜੀ ਇਹ ਜਿਹੜੇ ਪਬਲਿਕ ਨੋਟਿਸ ਤੋਂ ਬਿਨਾਂ ਜਿਹੜੇ ਬੰਦੇ ਭਰਤੀ ਕਰ ਲਏ ਗਏ ਜੀ, ਉਹਨਾਂ ਨੂੰ ਹੁਣ ਤੁਸੀਂ ਪੱਕੇ ਰੱਖ ਨਹੀਂ ਸਕਦੇ। ਹੈ ਤਾਂ ਕਾਨੂੰਨੀ ਘੁੰਡੀ। ਹੁਣ ਇਹੋ ਜਿਹੀਆਂ ਕਾਨੂੰਨੀ ਘੁੰਡੀਆਂ ਦਾ ਕਰਕੇ ਆਪਾਂ ਅੱਗੇ ਵੀ ਜਾਣਦੇ ਹਾਂ ਵੀ ਬਹੁਤ ਸਾਰੇ ਕੇਸ ਨੇ ਜਿਹੜੇ ਭਰਤੀ ਕਿਸੇ ਦੀ ਹੋ ਗਈ, ਕਿਸੇ ਦੀ ਅੱਧ ਵਿਚਾਲੇ, ਕਿਸੇ ਦੀ ਤਰੱਕੀ, ਕਿਸੇ ਦਾ ਕੁਛ ਨਾ ਕੁਛ ਰੁਕਿਆ, ਤੇ ਜਦੋਂ ਦੂਸਰਾ ਕੰਮ ਕੀਤਾ ਜਾਂਦਾ ਤੇ ਉਹ ਪਹਿਲਾ ਕੰਮ ਵਿਚਾਲੇ ਫਸਿਆ ਹੁੰਦਾ, ਉਹ ਕਹਿੰਦੇ ਨਹੀਂ ਜੀ ਉਹ ਰੈਫਰੈਂਸ ਉਹਦੇ ਨਾਲ ਤੁਸੀਂ ਆਪ ਅੰਦਾਜ਼ਾ ਲਾਓ ਕਿ ਇਹ ਚੀਜ਼ ਹੋ ਨਹੀਂ ਸਕਦੀ, ਉਹ ਕਿਤੇ ਰੋਕ ਦਿਓ। ਸੋ ਹੋ ਸਕਦਾ ਵੀ ਆਉਂਦੇ 2-3 ਮਹੀਨਿਆਂ ਤੱਕ ਜੇ ਸਰਕਾਰ ਕੋਈ ਨਾ ਕੋਈ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਹੀ ਕੁਛ ਨਾ ਕੁਛ ਅਮੈਂਡਮੈਂਟ ਕਰਕੇ ਦੁਬਾਰਾ ਇਸ ਹਿਸਾਬ ਨਾਲ ਚੱਲੇ ਵੀ ਯਾਰ ਪਿਛਲਾ ਆਪਾਂ ਥੋੜ੍ਹਾ ਜਿਹਾ ਬੈਕ ਗੀਅਰ ਲਾ ਕੇ ਇੱਕ ਰਾਂ ਦੁਬਾਰਾ ਹਮਲਾ ਮਾਰਦੇ ਹਾਂ, ਫਿਰ ਸ਼ਾਇਦ ਗੱਲ ਬਣ ਗਈ। ਨਹੀਂ, ਸਹੀ ਸਮਾਂ, ਸਹੀ ਮੌਕਾ, ਪੂਰੀ ਤਾਕਤ ਦੇ ਨਾਲ ਕੀਤਾ ਗਿਆ ਕੰਮ ਹੀ ਨੇਪਰੇ ਚੜ੍ਹਦਾ ਹੁੰਦਾ। ਚਾੜਦੇ ਆ ਕਿ ਨਹੀਂ ਚਾੜਦੇ ਨੇਪਰੇ, ਇਹ ਉਹਨਾਂ ਨੂੰ ਪਤਾ ਹੋਊਗਾ, ਉਹਨਾਂ ਨੇ ਕੰਮ ਕਰਨਾ। ਪਰ ਵਿਰੋਧੀ ਧਿਰਾਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਜਦੋਂ ਅੰਮ੍ਰਿਤਸਰ ਗਏ, ਪੱਤਰਕਾਰਾਂ ਨੇ ਸਵਾਲ ਪੁੱਛਿਆ ਜੀ ਮਾਨ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਦੱਸੋ। ਉਹ ਕਹਿੰਦੇ ਜੀ ਸਮਾਂ ਥੋੜ੍ਹਾ ਹੋਇਆ, ਬਦਲਾਅ ਕਰਨ ਦੇ ਵਾਅਦੇ ਨਾਲ ਸਰਕਾਰ ਬਣੀ ਹੈ ਤੇ ਅਸੀਂ ਸਮਾਂ ਦੇਣਾ ਚਾਹੁੰਦੇ ਹਾਂ ਕਿ ਭਾਈ ਤੁਸੀਂ ਬਦਲਾਅ ਕਰ ਦਿਓ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ, ਕਿਉਂਕਿ ਉਹ MLA ਵੀ ਹੈ ਕਾਂਗਰਸ ਪਾਰਟੀ ਦੇ, ਹੁਣ ਸੂਬਾ ਪ੍ਰਧਾਨ ਵੀ ਨੇ, ਤੱਤੇ ਨਵੇਂ ਨਕੋਰ ਹੁਣੇ ਬਣਾਏ, ਅਜੇ ਕੰਮ ਸਾਂਭਣਾ ਹੈ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਦੇਖੋ ਕੰਮ ਤਾਂ ਕਈ ਖਰਾਬ ਨੇ, ਪਰ ਫਿਰ ਵੀ ਸਰਕਾਰ ਬਣੀ ਨੂੰ ਅਜੇ ਥੋੜ੍ਹਾ ਸਮਾਂ ਹੋਇਆ, ਸਮਾਂ ਦੇਣਾ ਚਾਹੀਦਾ। ਪਰ ਅਸੀਂ ਬੇਨਤੀ ਕਰਦੇ ਹਾਂ ਭਗਵੰਤ ਮਾਨ ਹੋਰਾਂ ਨੂੰ ਕਿ ਭਾਈ ਚੰਗੇ ਤਰੀਕੇ ਕੰਮ ਕਰਿਓ। ਚੰਦੂ ਮਾਜਰਾ ਸਾਹਿਬ ਅਕਾਲੀ ਦਲ ਦੇ ਲੀਡਰ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਸਮੱਸਿਆਵਾਂ ਹੈਗੀਆਂ ਕਈ ਜਗ੍ਹਾ ਦੇ ਉੱਤੇ, ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ, ਪਰ ਕਿਉਂਕਿ ਅਜੇ ਸਮਾਂ ਥੋੜ੍ਹਾ ਹੋਇਆ, ਅਜੇ ਮਹੀਨਾ ਵੀ ਨਹੀਂ ਹੋਇਆ, ਤੇ ਅਸੀਂ ਚਾਹੁੰਦੇ ਹਾਂ ਕਿ ਭਾਈ ਪੰਜਾਬ ਦੇ ਬਹੁਤ ਸਾਰੇ ਮਸਲੇ ਨਜਿੱਠਣ ਵਾਲੇ ਆ, ਕੇਂਦਰ ਦੇ ਨਾਲ ਵੀ ਬਾਕੀ ਪਾਸੇ ਵੀ ਅਸੀਂ ਸਾਥ ਦੇਣ ਨੂੰ ਤਿਆਰ ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਭਾਈ ਭਗਵੰਤ ਮਾਨ ਹੋਰੀ ਚੰਗੀ ਤਰ੍ਹਾਂ ਕੰਮ ਕਰਨ, ਤੇ ਅਜੇ ਉਹਨਾਂ ਨੂੰ ਸਮਾਂ ਚਾਹੀਦਾ। ਨਹੀਂ ਤਾਂ ਆਮ ਤੌਰ ਦੇ ਉੱਤੇ ਲੱਤਾਂ ਖਿੱਚ ਸਿਆਸਤ ਚੱਲਦੀ ਹੁੰਦੀ ਹੈ। ਜੇ ਵਿਰੋਧੀ ਧਿਰਾਂ ਇੱਥੇ ਇੱਕ ਅਪੜੀਆਂ ਨੇ ਕਿ ਭਾਈ ਉਹਨਾਂ ਨੂੰ ਅਜੇ ਸਮਾਂ ਚਾਹੀਦਾ, ਤੇ ਭਗਵੰਤ ਮਾਨ ਹੋਰਾਂ ਰਫ਼ਤਾਰ ਤੇਜ਼ ਕਰਨੀ ਪਊਗੀ, ਕਿਉਂਕਿ ਬਹੁਤੀ ਦੇਰ ਤੋਂ ਉਹਨਾਂ ਨੇ ਵੀ ਨਹੀਂ ਕਹਿਣਾ। ਨਹੀਂ, ਇਹ ਗੱਲ ਹੈਗੀ ਆ। ਬਾਕੀ ਦੂਜੀ ਗੱਲ ਇਹ ਵੀ ਆ ਵੀ ਉਹ ਜਿਹੜਾ ਪਿਛਲੇ ਦਿਨ ਹੀ ਬਿਆਨ ਦਿੱਤਾ ਗਿਆ ਸੀ ਉਹਨਾਂ ਕੋਲੋਂ ਵੀ ਗੋਰੇ ਵੀ ਇੱਥੇ ਆਇਆ ਕਰਨਗੇ, ਉਹਦੇ ਤੇ ਕਰਕੇ ਹੁਣ ਕਾਫੀ ਟਰੋਲ ਹੋ ਰਹੇ ਆ। ਹੁਣ ਇਹੀ ਚੀਜ਼ ਸੁਖਬੀਰ ਬਾਦਲ ਸਾਹਿਬ ਨੂੰ ਜਾਂਦੇ ਆ, ਉਹ ਜਵਾਬ ਦੇ ਕੇ ਮੁੜ ਕੇ ਵੀ ਜਾਂਦੇ ਬਸ ਯਾਰ ਬਾਕੀ ਗੱਲ ਨਹੀਂ। ਇਹ ਬਾਦਲ ਸਾਹਿਬ ਇੱਕ ਮਿੰਟ ਦੱਸਿਓ ਯਾਰ, ਕਹਿੰਦੇ ਗੋਰਿਆਂ ਨੇ ਵੀ ਇੱਥੇ ਆਉਣਾ ਵੀ ਉੱਥੇ, ਉਹ ਹਾਂ ਕਹਿੰਦੇ ਇੱਕ ਆ ਗਿਆ ਮਿਲਿਆ ਸੀ ਮੈਨੂੰ, ਦੇਖਿਆ ਮੈਂ। ਨਹੀਂ, ਕਈ ਤੁਸੀਂ ਦੇਖੋ ਨਾ ਕਿੱਦਾਂ ਦੇ ਮੈਸੇਜ ਆ ਰਹੇ ਸੀ। ਚਲੋ ਅਸੀਂ ਕਹਿੰਦੇ ਆ ਕਿ ਗੋਰੇ ਪੰਜਾਬ 'ਚ ਆਉਣ ਨਾ ਆਉਣ, ਪੰਜਾਬ ਵਾਲਿਆਂ ਨੂੰ ਕੰਮ ਧੰਦਾ ਮਿਲੇ, ਗੋਰੇ ਘੁੰਮਣ ਹੀ ਆਉਣ ਸਾਡੇ ਕੋਲੇ ਉੱਥੇ। ਪਰ ਇੰਨੀ ਗੱਲ ਜ਼ਰੂਰ ਹੈ ਕਿ ਲੋਕ ਮੈਸੇਜ ਇੱਦਾਂ ਦੇ ਕਰਦੇ ਸੀ। ਕੱਲ੍ਹ ਇੱਕ ਗੋਰਾ
ਪੰਜਾਬ ਵਾਲੇ ਪਾਸਿਓਂ ਭਾਰਤ ਦੇ ਵਿੱਚ ਦਾਖਲ ਹੁੰਦਾ ਹੋਇਆ ਕਾਬੂ, ਤੇ ਉਹਨੇ ਇੱਥੇ ਆ ਕੇ ਕਿਸੇ ਨੇ ਟੈਲੀਫੋਨ ਆਇਆ ਕੱਲ, ਕਹਿੰਦੇ ਜੀ ਉਹਨੂੰ ਗੋਰੇ ਦਾ ਟੈਲੀਫੋਨ ਆਇਆ, ਪੰਜਾਬ ਦੇ ਵਿੱਚ ਆਉਣ ਦੇ ਲਈ ਭਾਰਤ ਦਾ ਵਰਕ ਪਰਮਿਟ ਲੈਣ ਦੇ ਲਈ ਪ੍ਰੋਸੀਜਰ ਕੀ ਹੈ, ਸ਼ਰਤਾਂ ਕੀ ਨੇ, ਪੜ੍ਹਾਈ ਕਿੰਨੀ ਚਾਹੀਦੀ ਹੈ। ਨਹੀਂ ਉਹ ਵੀ ਸੀ ਜਿਹੜਾ ਆਪਣੇ ਇੱਧਰ ਨਹੀਂ ਚੱਲਦਾ, ਇੱਕ ਉਹ ਚੀਜ਼ ਉੱਧਰ ਵੀ ਚਲਾਤੀ। ਉਹ ਕਹਿੰਦੇ ਵੀ ਉੱਥੇ ਹੁਣ ਗੋਰਿਆਂ ਨੇ ਪ੍ਰਦਰਸ਼ਨ ਕਰਨਾ, ਕਹਿੰਦੇ LMI ਦੇ ਵਿੱਚ ਘਪਲਾ ਪੰਜਾਬ 'ਚ LMI 'ਚ ਘਪਲਾ। ਚਲੋ ਗੱਲਾਂ ਇਹ ਆ ਵੀ ਇਹ ਤਾਂ ਹੋ ਗਿਆ ਹਾਸੇ ਮਜ਼ਾਕ ਦੀਆਂ ਗੱਲਾਂ, ਠੀਕ ਆ, ਹਾਸਾ ਮਜ਼ਾਕ ਕਦੀ ਕਦੀ ਚੱਲਣਾ ਵੀ ਚਾਹੀਦਾ, ਪਰ ਗੱਲ ਉੱਥੇ ਆ ਕੇ ਟਿਕਦੀ ਆ ਵੀ ਅਮਲਾਂ ਦੇ ਨਵੇੜੇ ਹੋਣੇ ਆ, ਗੱਲ ਨਾਲ ਕੁਝ ਨਹੀਂ ਬਣਨਾ। ਇਸ ਕਰਕੇ ਅਮਲ ਜੇ ਜਿੰਨੀ ਛੇਤੀ ਹੋ ਜਾਵੇ ਤੇ ਉਨੀ ਛੇਤੀ ਚੰਗਾ। ਨਹੀਂ ਸੰਧਾਲੀਆ ਸਾਹਿਬ, ਇਹ ਬਹੁਤ ਜ਼ਰੂਰੀ ਹੈ। ਬਾਕੀ ਪੰਜਾਬ ਵੱਲ ਨੂੰ ਆਪਾਂ ਮੁੜ ਕੇ ਆਉਣਾ ਹੈ, ਪਰ ਕਿਉਂਕਿ ਦੇਸ਼ ਦੀ ਜਦੋਂ ਚਰਚਾ ਕਿਤੇ ਚੱਲਦੀ ਹੈ, ਮਨੀਸ਼ ਸਿਸੋਦੀਆ ਸਾਹਿਬ ਉਪ ਮੁੱਖ ਮੰਤਰੀ ਨੇ ਦਿੱਲੀ ਦੇ, ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਦੇ ਕੋਲ ਹੈ। ਉਹ ਵਿਭਾਗ, ਉਹ ਡਿਪਾਰਟਮੈਂਟ, ਜਿਸ ਡਿਪਾਰਟਮੈਂਟ ਦਾ ਹਵਾਲਾ ਦੇ ਕੇ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਸਰਕਾਰ ਬਣਾਈ ਹੈ ਕਿ ਅਸੀਂ ਦਿੱਲੀ 'ਚ ਸਕੂਲ ਵਧੀਆ ਕਰਤੇ, ਪੰਜਾਬ 'ਚ ਕਰ ਦਿਆਂਗੇ। ਤੇ ਮਨੀਸ਼ ਸਿਸੋਦੀਆ ਸਾਹਿਬ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਹਲਕੇ ਦੇ ਸਕੂਲ ਦੇ ਵਿੱਚ ਜਾ ਕੇ ਦੌਰਾ ਕੀਤਾ ਸੀ। ਛਾਪਾ ਨਹੀਂ ਮਾਰਿਆ, ਕਿਉਂਕਿ ਛਾਪਾ ਮਾਰਨ ਦੀ ਤਾਕਤ ਨਹੀਂ ਹੁੰਦੀ ਕਿਸੇ ਦੂਸਰੇ ਸੂਬੇ ਦੇ ਮੰਤਰੀ ਕੋਲ। ਉਹਨਾਂ ਨੇ ਦੌਰਾ ਕੀਤਾ, ਕਹਿੰਦੇ ਜੀ ਆਹ ਦੇਖ ਲਓ ਸਮਾਰਟ ਸਕੂਲ ਦਾ ਬੋਰਡ ਲੱਗਾ ਹੈ, ਆਹ ਦੇਖੋ ਇਮਾਰਤ ਕਿੱਦਾਂ ਦੀ ਹੈ, ਆਹ ਦੇਖੋ ਕੀ ਹਾਲਾਤ ਨੇ, ਆਹ ਦੇਖੋ ਰਸੋਈ ਦੇ ਕੀ ਹਾਲਾਤ ਨੇ, ਆਹ ਦੇਖੋ ਜੀ ਬੱਚੇ ਇੱਦਾਂ ਪੜ੍ਹਦੇ ਹੁੰਦੇ ਆ। ਜਾਣੀ ਉਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ, ਅਸੀਂ ਚੰਗਾ ਕੰਮ ਕੀਤਾ, ਵਰਲਡ ਕਲਾਸ ਐਜੂਕੇਸ਼ਨ ਦੇ ਰਹੇ ਹਾਂ। ਪੰਜਾਬ ਦੀ ਕਾਂਗਰਸ ਸਰਕਾਰ ਤੋਂ ਨਹੀਂ ਕਰ ਹੋਇਆ, ਲੋਕਾਂ ਵੋਟਾਂ ਪਾਤੀਆਂ। ਉਹੀ ਫਾਰਮੂਲਾ ਗੁਜਰਾਤ ਦੇ ਵਿੱਚ, ਕਿਉਂਕਿ ਵੋਟਾਂ ਨੇ ਅਗਲੇ ਸਾਲ, ਗੁਜਰਾਤ ਦੇ ਵਿੱਚ ਉਹਨਾਂ ਨੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਸਿਸੋਦੀਆ ਸਾਹਿਬ ਗਏ, ਗੁਜਰਾਤ ਦੇ ਐਜੂਕੇਸ਼ਨ ਮਿਨਿਸਟਰ ਜਿਹੜੇ ਨੇ, ਸਿੱਖਿਆ ਮੰਤਰੀ ਜਿਹੜੇ ਆ, ਉਹਨਾਂ ਦੇ ਹਲਕੇ 'ਚ, ਉਹਨਾਂ ਦੇ ਹਲਕੇ ਦਾ ਇੱਕ ਸਕੂਲ ਉਹਨਾਂ ਨੇ ਚੁਣਿਆ ਤੇ ਉੱਥੇ ਜਾ ਕੇ ਕਹਿੰਦੇ ਜੀ ਆ ਦੇਖੋ ਦੀਵਾरें देखिए, ਛੱਤ देखिए, ਐਸੇ ਪੜ੍ਹਤੇ ਬੱਚੇ, ਬੱਚੇ ਥੱਲੇ ਬੈਠੇ ਸੀ। ਜਾਣੀ ਉਹਨਾਂ ਨੇ ਹਰ ਇੱਕ ਉਹ ਕਮੀ ਜਿਹੜੀ ਕਿ ਕੱਢੀ ਜਾ ਸਕਦੀ ਹੈ ਉਹਨਾਂ ਨੇ ਕੱਢੀ। ਤੇ ਉਹ ਕਹਿੰਦੇ ਜੀ ਪਿਛਲੇ ਦਿਨੀ ਗੁਜਰਾਤ ਦੇ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਤਾਂ ਵਧੀਆ ਐਜੂਕੇਸ਼ਨ ਦਿੰਦੇ ਹਾਂ, ਜੇ ਫਿਰ ਵੀ ਕਿਸੇ ਗੁਜਰਾਤ ਦੇ ਬੰਦੇ ਨੂੰ ਸਾਡੀ ਐਜੂਕੇਸ਼ਨ ਨਹੀਂ ਪਸੰਦ, ਸਿੱਖਿਆ ਨਹੀਂ ਪਸੰਦ, ਤਾਂ ਦਿੱਲੀ ਚਲ ਜਾਓ। ਉਹ ਕਹਿੰਦੇ ਜੀ ਮੈਂ ਕਿਹਾ ਚਲੋ ਚੱਲ ਕੇ ਦੇਖ ਹੀ ਲੈਨੇ ਕਿ 26-27 ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਨੂੰ ਗੁਜਰਾਤ 'ਚ ਰਾਜ ਕਰਦੇ ਆ, ਤੇ ਆਪਾਂ ਹੁਣ ਦੇਖ ਹੀ ਲੈਨੇ ਆ। ਜਾਣੀ ਕਿ ਜਿਹੜਾ ਫਾਰਮੂਲਾ ਪੰਜਾਬ 'ਚ ਸਫਲ ਰਿਹਾ ਸੀ, ਇਨ ਬਿਨ ਉਸੇ ਫਾਰਮੂਲੇ ਨੂੰ ਆਮ ਆਦਮੀ ਪਾਰਟੀ ਹੁਣ ਗੁਜਰਾਤ ਦੇ ਵਿੱਚ ਲਾਗੂ ਕਰਨ ਫਿਰਦੀ ਹੈ। ਨਹੀਂ ਇਹ ਦੇਖੋ ਕਾਰਨ ਇਹ ਆ ਵੀ 15 'ਚ ਪਹਿਲੀ ਇਹਨਾਂ ਬਣੀ ਸਰਕਾਰ, ਉਦੋਂ ਪਹਿਲਾਂ ਦਾ ਥੋੜ੍ਹੇ ਦਿਨਾਂ ਵਾਲਾ ਕੰਮ ਸੀਗਾ। 15 ਤੋਂ 20 ਵਾਲਾ ਜਿਹੜਾ ਫੇਸ ਸੀ, ਉਹ 5 ਸਾਲ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਚੇਂਜ ਹੁੰਦੀ ਰਹੀ ਤੇ ਉਦੋਂ ਮੇਰਾ ਖਿਆਲ ਬਹੁਤਾ ਕਰਕੇ ਪੋਲੀਟੀਕਲ ਪਾਰਟੀਆਂ ਦੇ ਕਿਤੇ ਦਿਮਾਗ 'ਚ ਹੀ ਨਹੀਂ ਆਇਆ, ਓਏ ਹਾਂ ਐਵੇਂ ਸਕੂਲ ਸਕਾਲ ਬਣਾਈ ਜਾਂਦੇ, ਇਹਦੇ ਨਾਲ ਨਹੀਂ ਕੁਛ ਵੀ ਬਣਦਾ ਦਾ, ਆਹ ਮਹੱਲਿਆਂ 'ਚ ਕਲੀਨਿਕ ਉਹ ਕੋਈ ਨਹੀਂ ਬਣਾਈ ਜਾਣ ਦੇ, ਇੱਥੇ ਹੀ ਰਹਿਣਾ ਇਹਨਾਂ ਨੇ, ਕਿਤੇ ਨਹੀਂ ਜਾਣਾ। ਜੇ ਕਿਤੇ ਉਹਨਾਂ ਨੂੰ ਉਦੋਂ ਸੁੱਝ ਜਾਂਦੀ ਵੀ ਯਾਰ ਇਹ 2020 ਵਾਲੀਆਂ ਇਲੈਕਸ਼ਨਾਂ ਦਿੱਲੀ ਵਾਲੀਆਂ ਵੀ ਜਿੱਤਣਗੇ, ਤੇ ਉਹਦੇ ਤੋਂ ਬਾਅਦ ਫਿਰ ਜਦੋਂ ਪੂਰੇ ਦੇਸ਼ ਵਾਲੇ ਪਾਸੇ ਨੂੰ ਤੁਰਨਗੇ, ਜਿੱਦਾਂ ਹੁਣ ਕਹ ਲਓ ਪੰਜਾਬ ਦੀ ਗੱਲ ਹੋ ਗਈ, ਹੁਣ ਗੁਜਰਾਤ ਤੇ ਹਿਮਾਚਲ ਉਹਨਾਂ ਦੀ ਰਡਾਰ ਤੇ ਆ, ਜੇ ਉੱਧਰ ਵੀ ਕੁਛ ਨਾ ਕੁਛ ਅਗਲੇ ਖੱਟ ਜਾਂਦੇ ਆ ਤੇ ਮੁੱਦਾ ਫਿਰ ਇਹੀ ਚੱਲਦਾ ਸਕੂਲਾਂ ਵਾਲਾ ਤੇ ਹਸਪਤਾਲਾਂ ਵਾਲਾ ਜੀ। ਹੋ ਸਕਦਾ ਵੀ ਕਿਤੇ ਨਾ ਕਿਤੇ ਜਿਹੜੇ ਬੰਦੇ ਉਦੋਂ ਸੋਚਦੇ ਸੀ ਵੀ ਯਾਰ ਅਰੇ ਕੁਛ ਫਰਕ ਨਹੀਂ ਪੜਤਾ ਸਰ, ਕਿਉਂ ਸੋਚਦੇ ਆਪ ਸਕੂਲੋਂ ਮੇਂ ਕਿਆ ਕੁਛ ਵੀ ਨਹੀਂ, ਅੱਜ ਹੋ ਸਕਦਾ ਵੀ ਉਹ ਸਲਾਹਕਾਰਾਂ ਨੂੰ ਲੱਭਦੇ ਫਿਰਦੇ ਹੁਣ ਲੀਡਰ ਵੀ ਤੂੰ ਉਦੋਂ ਕਿਹਾ ਸੀ ਇਹਦੇ 'ਚ ਹੈ ਕੁਛ ਨਹੀਂ, ਮਰਵਾ ਕੇ ਰੱਖ ਦਿੱਤਾ ਹੈ ਨਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਦਿੱਲੀ ਤੋਂ ਇੱਕ ਮੈਂਬਰ ਪਾਰਲੀਮੈਂਟ ਨੇ ਪ੍ਰਵੇਸ਼ ਸਾਹਿਬ ਸਿੰਘ, ਉਹ ਖਾਨਦਾਨੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ, ਉਹਨਾਂ ਦੇ ਪਿਤਾ ਜੀ ਭਾਰਤੀ ਜਨਤਾ ਪਾਰਟੀ ਦੇ ਉੱਚੇ ਅਹੁਦਿਆਂ ਤੇ ਗਏ। ਉਹ ਲਾਈਵ ਹੋ ਗਿਆ ਫਿਰ ਸੋਸ਼ਲ ਮੀਡੀਆ ਤੇ, ਕਿਉਂਕਿ ਦਿੱਲੀ ਤੋਂ MP ਨੇ, ਭਾਜਪਾ ਦੇ ਲੀਡਰ ਨੇ। ਮੈਂ ਕਹਿੰਦਾ ਚੰਗਾ ਹੋਇਆ ਉਹ ਦਿੱਲੀ ਦੇ ਇੱਕ ਸਕੂਲ 'ਚ ਚਲੇ ਗਏ। ਉਹ ਕਹਿੰਦੇ ਕਮਾਲ ਹੈ, ਮਨੀਸ਼ ਸਿਸੋਦੀਆ ਸਾਹਿਬ ਵਧੀਆ ਸੀਟ ਦੀ ਟਿਕਟ ਲੈ ਕੇ ਜਹਾਜ਼ ਦੀ ਗੁਜਰਾਤ ਚਲੇ ਗਏ, ਉੱਥੇ ਦਾ ਸਕੂਲ ਦਿਖਾਤਾ ਸਿਸੋਦੀਆ ਸਾਹਿਬ ਵੱਲੋਂ, ਤੁਹਾਡੀ ਦਿੱਲੀ ਦਾ ਸਕੂਲ। ਕਹਿੰਦੇ ਆ ਦੇਖੋ ਜੀ 1980 ਦੀ ਬਿਲਡਿੰਗ ਬਣੀ ਹੈ, ਆ ਬਿਲਡਿੰਗ ਇਹ ਖਤਰਨਾਕ ਕਰਾਰ ਦਿੱਤੀ ਹੈ ਕਿ ਡਿੱਗ ਪੈਣੀ ਹੈ, ਆ ਦੇਖੋ ਜੀ ਆ ਬੱਚੇ ਇੱਦਾਂ ਪੜ੍ਹਦੇ ਹੁੰਦੇ, ਛੱਤ ਦੇਖੋ ਜੀ ਕਹਿੰਦੇ ਕਿੱਦਾਂ ਦੀ ਹੈ। ਇੱਕ ਉਹਨਾਂ ਰੰਗ ਕਰਕੇ ਕੁਛ ਲਿਖਿਆ ਆਇਆ ਸੀਗਾ ਵੱਡਾ ਸਾਰੀ ਕੰਧ ਦੇ ਉੱਤੇ, ਕਹਿੰਦੇ ਜੀ ਆ ਦੇਖੋ 500 ਰੁਪਈਏ ਇਹਨਾਂ ਚੱਜ ਦਾ ਲਿਖਾ ਵੀ ਨਹੀਂ ਸਕੇ। ਸਕੂਲ ਦੇ ਪਿਛਲੇ ਪਾਸੇ ਚਲੇ ਗਿਆ, ਦਿੱਲੀ ਦੇ ਸਕੂਲ ਦੀ ਗੱਲ ਕਰਦਾ, ਭਾਜਪਾ ਦੇ MP ਸਾਹਿਬ, ਉੱਥੇ ਕਹਿੰਦੇ ਪਾਣੀ, ਕਹਿੰਦੇ ਆ ਡੇਂਗੂ ਹੀ ਫੈਲਣਾ ਇੱਥੋਂ, ਹੋਰ ਕੀ ਹੋਣਾ। ਜਾਣੀ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਕਮੀਆਂ ਕੱਢ ਕੇ ਕਿਹਾ ਕਿ ਸਿਸੋਦੀਆ ਸਾਹਿਬ ਗੁਜਰਾਤ ਨਹੀਂ ਜਾਣ ਦੀ ਲੋੜ, ਆਹ ਸਕੂਲ ਜਿਹੜੇ ਆ ਜਦੋਂ ਕੋਈ ਫੋਰਨ ਦਾ ਐਂਬੈਸਡਰ ਆਉਂਦਾ ਉਹਨੂੰ ਦਿਖਾਇਆ ਕਰੋ ਆ, ਕਿਉਂਕਿ ਬਹੁਤ ਸਾਰੇ ਲੋਕ ਸੀ ਵਿਦੇਸ਼ਾਂ ਤੋਂ ਜਿਨ੍ਹਾਂ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ ਤੇ ਉਹਨਾਂ ਨੇ ਕੀਤਾ ਵੀ। ਹੁਣ ਦੇਖੋ ਇੱਕ ਗੱਲ ਤਾਂ ਪੱਕੀ ਹੈ, ਜੇ ਦਿੱਲੀ ਦੇ ਇੱਕ ਵੀ ਸਕੂਲ ਦੇ ਹਾਲ ਮਾੜੇ ਨੇ, ਹਾਲਾਂਕਿ ਉੱਥੇ ਬੈਂਚ ਬੁੰਚ ਸੀਗੇ, ਇੱਕ ਵੀ ਸਕੂਲ ਦੇ ਜੇ ਹਾਲ ਮਾੜੇ ਆ, ਸਿਸੋਦੀਆ ਸਾਹਿਬ ਨੂੰ ਉਹ ਹਾਲਾਤ ਠੀਕ ਕਰਨੇ ਚਾਹੀਦੇ ਆ। ਚੰਗਾ ਹੋਇਆ ਪ੍ਰਵੇਸ਼ ਸਾਹਿਬ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਭਾਰਤੀ ਜਨਤਾ ਪਾਰਟੀ ਦਿੱਲੀ ਤੋਂ, ਉਹਨਾਂ ਨੇ ਉਹ ਸਕੂਲ ਦਿਖਾਇਆ। ਪਰ ਨਾਲ ਦੀ ਨਾਲ ਇਹ ਵੀ ਗੱਲ ਚੱਲਦੀ ਸੀ ਕਿ ਸ਼ਾਇਦ ਸਕੂਲ ਦੀ ਪ੍ਰਿੰਸੀਪਲ ਤੇ ਇੱਕ ਜਿਹੜੇ ਮੈਨੇਜਰ ਸੀ
ਉਹਨਾਂ ਦੀ ਵਿੱਚ ਆਵਾਜ਼ ਆਉਂਦੀ ਹੈ, ਕਿਤੇ ਕਿਤੇ ਫੋਟੋ ਵੀ ਆਉਂਦੀ ਹੈ, ਉਹ ਬਾਰ-ਬਾਰ ਦੱਸਣ ਦੀ ਕੁਝ ਕੋਸ਼ਿਸ਼ ਕਰਦੇ ਆ ਕਿ ਜਿਹੜੀ ਖਤਰਨਾਕ ਨਹੀਂ ਐਲਾਨੀ ਜਾਂ ਕਈ ਕੁਝ, ਉਹਨਾਂ ਦੀ ਗੱਲ ਉਹ ਘੱਟ ਸੁਣਦੇ ਆ। ਹਾਂ, ਜਿਹੜੀਆਂ ਕਮੀਆਂ ਉਹਨਾਂ ਨੇ ਸਾਹਮਣੇ ਦਿਖਾਈਆਂ ਉਹ ਕਮੀਆਂ ਸੀ, ਪਰ ਇੱਕ ਗੱਲ ਬਹੁਤ ਚੰਗੀ ਹੁੰਦੀ, ਜੇ ਮੈਂਬਰ ਪਾਰਲੀਮੈਂਟ ਪ੍ਰਵੇਸ਼ ਸਾਹਿਬ ਸਿੰਘ ਹੋਰੀ ਇਹ ਕਹਿੰਦੇ, ਇਹ ਨਾ ਕਹੋ ਕਿ ਭਾਈ ਉਹਨਾਂ ਦੇ ਸਕੂਲਾਂ ਦੇ ਹਾਲਾਤ ਕਿੰਨੇ ਮਾੜੇ ਆ, ਤੁਸੀਂ ਮੈਂਬਰ ਪਾਰਲੀਮੈਂਟ ਹੋ, ਚੰਗਾ ਹੋਇਆ ਤੁਸੀਂ ਆਪਦੇ ਹਲਕੇ ਦਾ ਉਹ ਸਕੂਲ ਦਿਖਾਇਆ, ਪਰ ਨਾਲ ਦੀ ਨਾਲ ਇਹ ਕਹਿਣਾ ਬਹੁਤਾ ਤਰਕ ਸੰਗਤ ਨਹੀਂ ਲੱਗਾ ਕਿ ਭਾਈ ਤੁਸੀਂ ਗੁਜਰਾਤ ਕੀ ਗਏ। ਜੇ ਗੁਜਰਾਤ ਦਾ ਸਕੂਲ ਵੀ ਮਾੜਾ, ਜੇ ਦਿੱਲੀ ਦਾ ਸਕੂਲ ਵੀ ਮਾੜਾ, ਤਾਂ ਇਹਦਾ ਨੁਕਸਾਨ ਕਿਹਨੂੰ ਆ? ਉਹ ਤਾਂ ਭਾਰਤ ਦੇ ਲੋਕਾਂ ਨੂੰ ਆ ਨਾ। ਜਾਂ ਤਾਂ ਆਪਾਂ ਇਹ ਸਾਬਤ ਕਰੀਏ ਕਿ ਦਿੱਲੀ ਵਾਲੇ ਤੁਹਾਡੇ ਤੋਂ ਚੰਗਾ ਨਹੀਂ ਬਣਿਆ, ਅਸੀਂ ਗੁਜਰਾਤ ਦੇ ਵਿੱਚ ਚੰਗਾ ਬਣਾਤਾ। ਮੈਂ ਇਹ ਵੀ ਮੰਨ ਕੇ ਚੱਲਦਾ ਕਿ ਸਸੋਦੀਆ ਸਾਹਿਬ ਵੀ ਸਭ ਤੋਂ ਮਾੜੇ ਸਕੂਲ 'ਚ ਗਏ ਹੋਣੇ ਉੱਥੇ, ਇਹਨਾਂ ਨੇ ਵੀ ਮਾੜੇ ਤੋਂ ਮਾੜਾ ਲੱਭਿਆ ਹੋਣਾ, ਚੰਗਾ ਦੋਨਾਂ ਨੇ ਨਹੀਂ ਲੱਭਿਆ ਹੋਣਾ, ਕਿਉਂਕਿ ਸਿਆਸੀ ਗੱਲਾਂ ਨੇ। ਪਰ ਜੇ ਆਪਾਂ ਦੋਨਾਂ ਦੀ ਗੱਲ ਨੂੰ ਹੀ ਸੱਚ ਮੰਨੀਏ ਤਾਂ ਇਹਦਾ ਮਤਲਬ ਹੈ ਕਿ ਰਲ ਮਿਲ ਕੇ ਸੁਧਾਰ ਦੀ ਲੋੜ ਹੈ। ਭਾਜਪਾ ਦੀ ਕੇਂਦਰ 'ਚ ਸਰਕਾਰ ਹੈ, ਉਸ ਪਾਰਟੀ ਦੇ ਉਹ ਮੈਂਬਰ ਪਾਰਲੀਮੈਂਟ ਨੇ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਦੇ ਸਸੋਦੀਆ ਸਾਹਿਬ ਐਜੂਕੇਸ਼ਨ ਮਿਨਿਸਟਰ ਨੇ। ਯਾਨੀ ਕਿ ਰਾਜਨੀਤੀ ਤਾਂ ਦੋਨਾਂ ਨੇ ਬਹੁਤ ਚੰਗੀ ਕੀਤੀ, ਵਧੀਆ ਕੀਤੀ, ਕਮਾਲ ਦੀ ਕੀਤੀ, ਪਰ ਉਹਦੇ ਵਿੱਚੋਂ ਦੇਸ਼ ਦੇ ਕੀ ਲੋਕਾਂ ਨੂੰ ਕੀ ਲੱਭਾ? ਕੱਖ ਵੀ ਨਹੀਂ। ਇੱਕ ਲੋਕਾਂ ਨੂੰ ਲੱਭਾ ਨਹੀਂ ਲੱਭਾ ਜੀ, ਪਰ ਮੈਨੂੰ ਐਂ ਲੱਗਦਾ ਵੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਲੱਭ ਲੈਣਾ ਚਾਹੀਦਾ, ਕਿਉਂਕਿ ਦੇਖੋ ਇਹ ਫਾਰਮੂਲਾ ਜੇ ਇੱਕ ਮੈਂਬਰ ਪਾਰਲੀਮੈਂਟ ਗੁਜਰਾਤ ਦੇ ਲਈ ਦਿੱਲੀ 'ਚ ਵਰਤ ਸਕਦਾ ਜੀ, ਤੇ ਪੰਜਾਬ ਵਾਲਿਆਂ ਨੂੰ ਤੇ ਪੰਜਾਬ 'ਚ ਹੀ ਵਰਤਣ ਦੀ ਲੋੜ ਹੈ। ਵੀ ਹੁਣ ਜਿਹੜੇ ਵੀ ਵਾਅਦੇ, ਜਿਹੜੀਆਂ ਵੀ ਗੱਲਾਂ, ਜਿਹੜੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦੇ ਨੂੰ ਦਿੱਤੀਆਂ ਵੀ ਆਹ ਚੀਜ਼ ਇੱਦਾਂ ਕਰਨੀ ਹੈ, ਬਸ ਮੋਬਾਈਲ ਉਹ ਕਹਿੰਦੇ ਵੀ ਕਿਤੇ ਵਰਜਿਤ ਨਹੀਂ ਹੈਗਾ, ਜਿੱਥੇ ਮਰਜ਼ੀ ਜਾਇਆ ਆ ਸਕਦਾ, ਤੁਸੀਂ ਜਿੱਥੋਂ ਮਰਜ਼ੀ ਵੀਡੀਓ ਬਣਾ ਸਕਦੇ ਹੋ। ਇਹ ਤਾਂ ਹੁਣ ਮੇਰੇ ਖਿਆਲ ਨਾਲ ਜਿਵੇਂ ਉਹ ਕਹਿਣ ਵੀ ਆ ਲਓ ਜੀ ਪਹਿਲਾ ਕੰਮ ਅਸੀਂ ਆਹ ਕਿਹਾ ਸੀ, ਆਹ ਅਸੀਂ ਕਰ ਦਿੱਤਾ, ਉਹ ਹੋਇਆ ਨਹੀਂ ਹੋਇਆ ਮਗਰ ਹੀ ਸ਼ੁਰੂ ਹੋ ਜਾਇਆ ਕਰਨੇ। ਉਹਦਾ ਸਗੋਂ ਇਹ ਵੀ ਫਾਇਦਾ ਹੋ ਜਾਊਗਾ ਵੀ ਇੱਕ ਤੇ ਆਮ ਆਦਮੀ ਪਾਰਟੀ ਚੰਗੀ ਤਰ੍ਹਾਂ ਕੰਮ ਕਰੂ, ਦੂਜਾ ਨਾਲ ਦੀ ਨਾਲ ਲੋਕਾਂ ਨੂੰ ਇਹ ਵੀ ਚੇਤਾ ਰਹੂਗਾ ਵੀ ਯਾਰ ਅਜੇ ਬੰਦੇ ਹੈਗੇ ਨੇ ਉਹ, ਵੀ ਜੇ ਇਹ ਨਹੀਂ ਕੰਮ ਕਰਦੇ ਤੇ ਆਪਾਂ ਉਹਨਾਂ ਦੇ ਵਿੱਚੋਂ ਚੰਗੇ ਦੁਬਾਰਾ ਚੁਣ ਲਵਾਂਗੇ। ਯਾਨੀ ਕਿ ਆਪਾਂ ਇਸੇ ਕਰਕੇ ਮੇਰੇ ਖਿਆਲ ਪਹਿਲੇ ਦਿਨ ਤੋਂ ਆਪਾਂ ਇਹ ਗੱਲ ਕਹਿੰਦੇ ਆਉਂਦੇ ਹਾਂ ਵੀ ਵਿਰੋਧੀ ਪਾਰਟੀਆਂ ਜਿੰਨੀਆਂ ਮਜ਼ਬੂਤ ਹੋਣਗੀਆਂ, ਸਿਰਦ ਹੋਣਗੀਆਂ, ਸਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੀਆਂ, ਓਨਾ ਹੀ ਵਧੀਆ ਪੰਜਾਬ ਹੋ ਸਕਦਾ। ਜਿਹੜੀ ਰਾਜ ਕਰਦੀ ਧਿਰ ਉਹ ਤਾਂ ਆਪਣੀ ਥਾਂ ਤੇ ਰਹਿ ਗਈ, ਪਰ ਜਿਨ੍ਹਾਂ ਨੇ ਨਾਲ ਦੀ ਨਾਲ ਨਿਗਾਹ ਰੱਖਣੀ ਵੀ ਹੋ ਕੀ ਰਿਹਾ, ਉਹਦਾ ਜ਼ਿਆਦਾ ਫਰਕ ਹੁੰਦਾ। ਕਿਸੇ ਵੇਲੇ ਕੰਬਾਈਨ ਅੱਗੇ ਵੱਢੀ ਜਾਂਦੇ ਆ, ਹਨੇਰਾ ਹੋ ਗਿਆ ਤੇ ਮਗਰ ਜਿਹੜਾ ਨਾੜ ਜਾ ਉਹ ਤੀਰਾ ਉੱਪਰ ਉਹ ਦਾਣੇ ਛੱਡਦੀ ਜੇ, ਕੀ ਕਰਦੇ ਜੇ? ਰਕਾਉਣੀ ਉਹਨੇ ਹੁੰਦੀ ਹੈ ਨਾ, ਕੀਰਦੀ ਆ, ਨਿਗਾਹ ਰੱਖੋ ਕੀ ਕਰਦੇ ਜੇ। ਸੋ ਉਹਦੀ ਬੜੀ ਲੋੜ ਆ। ਨਹੀਂ, ਲੋੜ ਆ ਸੰਧਾਲੀਆ ਸਾਹਿਬ। ਮੈਂ ਤਾਂ ਦੋਨਾਂ ਧਿਰਾਂ ਨੂੰ ਇਹ ਬੇਨਤੀ ਕਰਦਾ, ਜੇ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ, ਦਿੱਲੀ ਸਰਕਾਰ ਨੂੰ ਇਹ ਲੱਗਦਾ ਹੈ ਕਿ ਪ੍ਰਵੇਸ਼ ਸਾਹਿਬ ਸਿੰਘ ਹੋਰਾਂ ਨੇ ਮੈਂਬਰ ਪਾਰਲੀਮੈਂਟ ਸਾਹਿਬ ਨੇ ਸਕੂਲ ਦਾ ਇੱਕੋ ਹਿੱਸਾ ਦਿਖਾਇਆ, ਤੁਸੀਂ ਕੱਲ੍ਹ ਨੂੰ ਹੀ ਦੂਜਾ ਹਿੱਸਾ ਦਿਖਾ ਦਿਓ ਸਕੂਲ ਦਾ। ਜੇ ਉਹਦੇ ਵਿੱਚ ਕੋਈ ਚੰਗੀ ਚੀਜ਼ ਆ ਤੁਸੀਂ ਦਿਖਾ ਦਿਓ, ਅਸੀਂ ਦੇਖਣਾ ਚਾਹਾਂਗੇ। ਉਧਰਲੇ ਪਾਸੇ ਗੁਜਰਾਤ ਦੇ ਜਿਹੜੇ ਸਕੂਲ ਦੇ ਵਿੱਚ ਸਸੋਦੀਆ ਸਾਹਿਬ ਗਏ ਸੀ, ਜੇ ਉਸ ਸਕੂਲ ਦਾ ਉਹਨਾਂ ਨੇ ਅੱਧਾ ਹੀ ਹਿੱਸਾ ਦਿਖਾਇਆ, ਕੋਈ ਚੰਗੀਆਂ ਚੀਜ਼ਾਂ ਹੈਗੀਆਂ, ਤੁਸੀਂ ਵੀਡੀਓ ਬਣਾ ਦਿਓ। ਜਾਂ ਜਿਹੜਾ ਵੀ ਤੁਹਾਡੇ ਇਲਾਕੇ ਚੰਗਾ ਸਕੂਲ ਕੋਈ ਹੈਗਾ ਉਹਦੀ ਵੀਡੀਓ ਬਣਾ ਦਿਓ। ਜਾਂ ਉਹਨਾਂ ਦੋਨਾਂ ਸਕੂਲਾਂ ਦੇ ਵਿੱਚ ਜੇ ਗੁਜਰਾਤ ਦੇ ਵਿੱਚ ਸਰਕਾਰ ਨੇ ਕੋਈ ਪ੍ਰੋਗਰੈਸ ਦੇ ਵਿੱਚ ਹੈ ਕੰਮ, ਕਿਤੇ ਬਿਲਡਿੰਗ ਬਣ ਰਹੀ ਹੈ, ਉਹ ਦੱਸ ਦਿਓ। ਜੇ ਦਿੱਲੀ ਵਾਲੇ ਉਹਦਾ ਕੰਮ ਕਰਾ ਰਹੇ ਤਾਂ ਉਹ ਦੱਸ ਦਿਓ, ਕਿਉਂਕਿ ਇੱਕ ਤਾਂ ਹੁੰਦਾ ਕਿ ਕੰਮ ਰੁਕਿਆ ਪਿਆ, ਦੂਜਾ ਹੁੰਦਾ ਕਿ ਕੰਮ ਚੱਲਦਾ। ਦੋਨਾਂ ਹੀ ਧਿਰਾਂ ਇੱਕ ਦੂਜੇ 'ਤੇ ਸਿਆਸੀ ਬਿਆਨਾਂ ਦਾਗਣ, ਦੋਨਾਂ ਹੀ ਸਕੂਲਾਂ ਦਾ ਲੋਕਾਂ ਨੂੰ ਪਤਾ ਲੱਗ ਗਿਆ ਉਹਦੀ ਚੰਗੀ ਚੀਜ਼ ਕੀ ਹੈ ਸਕੂਲ ਦੀ। ਜੇ ਕੋਈ ਪਾਸਾ ਦੋਨਾਂ ਧਿਰਾਂ ਨਹੀਂ ਦਿਖਾਇਆ ਤਾਂ ਦਿਖਾ ਦਿਓ। ਪਰ ਇੱਕ ਗੱਲ ਵਧੀਆ, ਘੱਟੋ ਘੱਟ ਸਕੂਲਾਂ ਦੀ ਗੱਲ ਤਾਂ ਚੱਲੀ, ਘੱਟੋ ਘੱਟ ਐਜੂਕੇਸ਼ਨ ਦੀ ਗੱਲ ਤਾਂ ਚੱਲੀ ਨਾ। ਨਹੀਂ ਤਾਂ ਪਹਿਲਾਂ ਤਾਂ ਸਿਆਸੀ ਬਿਆਨ ਹੀ ਹੁੰਦੇ ਸੀ, ਇਹਨੇ ਆਹ ਕਪੜਾ ਕਰ ਲਿਆ, ਉਹ ਕਰ ਲਿਆ। ਆਮ ਲੋਕਾਂ ਨੂੰ ਵੀ ਪਤਾ ਲੱਗਣ ਲੱਗਾ ਕਿ ਭਾਈ ਹਾਲਾਤ ਕੀ ਨੇ। ਹਾਂਜੀ, ਅਸਲ ਤਾਂ ਹੀ ਤਾਂ ਆਪਾਂ ਜ਼ਿਕਰ ਕੀਤਾ ਵੀ ਇਹ ਉਦੋਂ ਤੋਂ ਸ਼ਾਇਦ ਕਿਤੇ ਨਾ ਕਿਤੇ ਗੱਲ ਚੱਲੀ ਨਹੀਂ। ਉਹ ਕਹਿੰਦੇ ਨਹੀਂ ਸਕੂਲਾਂ ਹਸਪਤਾਲਾਂ ਤੇ ਨਹੀਂ ਆਣ ਕੇ ਗੇਮਾਂ ਬਣਦੀਆਂ ਹੁੰਦੀਆਂ, ਉਹਦਾ ਮੁੱਦੇ ਹੋਰ ਹੁੰਦੇ ਨੇ। ਪਰ ਹੁਣ ਜੇ ਇੱਥੇ ਆ ਕੇ ਗੱਲ ਚੱਲ ਪਈ ਵੀ ਯਾਰ ਆਮ ਲੋਕ ਹੁਣ ਇਹ ਮੰਗਣ ਲੱਗ ਪਏ ਵੀ ਵੀਰ ਮੇਰਿਆ ਤੂੰ ਤਾਂ ਲੱਭਣਾ ਨਹੀਂ 5 ਸਾਲ, ਵੋਟ ਲੈ ਕੇ ਉਦੋਂ ਬਾਅਦ ਫੁਰ ਹੋ ਜਾਣਾ। ਨਿਆਣੇ ਮੇਰੇ ਨੇ ਰੋਜ਼ ਸਕੂਲੇ ਜਾਣਾ, ਜੇ ਕੋਈ ਘਰੇ ਢਿੱਲ ਮੱਠ ਹੋ ਗਈ ਤਾਂ ਸਾਨੂੰ ਦਵਾਈ ਬੂਟੀ ਵੀ ਚਾਹੀਦੀ ਆ। ਹਾਂ, ਜੇ ਕੋਈ ਜਵਾਕ ਜੱਲਾ ਘਰੇ ਵੱਡਾ ਹੋ ਗਿਆ ਤੇ ਉਹਦਾ ਕੱਲ੍ਹ ਨੂੰ ਕੋਈ ਰੋਜ਼ਗਾਰ ਦਾ ਵੀ ਹਿਸਾਬ ਕਿਤਾਬ ਵੇਖਣਾ। ਉਹ ਜਿਹੜੀਆਂ ਬੇਸਿਕ ਸਹੂਲਤਾਂ ਨੇ ਸਾਨੂੰ ਉਹਦਾ ਹਿਸਾਬ ਕਿਤਾਬ ਦੇ ਜਾਓ। ਜੇ ਸਾਡਾ ਕੰਮ ਉਹ ਸੈੱਟ ਹੈ, ਤੁਸੀਂ 5 ਦੀ ਵੇ ਭਾਵੇਂ 10 ਸਾਲ ਨਾ ਮੁੜਿਓ, ਸਾਨੂੰ ਕੀ ਲੈਣਾ ਦੇਣਾ। ਨਹੀਂ, ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ, ਜਿਹੜੇ ਬੰਦੇ ਨੂੰ ਪੂਰੀ ਤਨਖਾਹ ਮਿਲਦੀ ਹੈ ਪੰਜਾਬ 'ਚ, ਉਹ ਪੱਕਾ ਕਰਮਚਾਰੀ ਹੈ, ਉਹਨੂੰ ਉੱਪਰਲੇ ਪਾਸੇ ਮਹੀਨਾ ਹਫ਼ਤਾ ਜੇ ਨਹੀਂ ਦੇਣਾ ਪੈਂਦਾ, ਜਿਹੜੇ ਆਕਾ ਲੋਕ ਨੇ, ਤਾਂ ਉਹ ਚੰਗੀ ਤਨਖਾਹ ਦੇ ਵਿੱਚ ਚੰਗਾ ਗੁਜ਼ਾਰਾ ਕਰੇ। ਨਹੀਂ ਤਾਂ ਫਿਰ ਇਦਾਂ ਹੀ ਹੋਊ ਜਿੱਦਾਂ ਅੰਮ੍ਰਿਤਸਰ ਦੇ ਇੱਕ ਸਰਕਾਰੀ ਪੁਲਿਸ ਕਰਮਚਾਰੀ ਦੇ ਨਾਲ ਹੋਇਆ। ਆਹੋ, ਉਹਦਾ ਦੱਸੋ ਸਮਝ ਨਹੀਂ ਆਈ ਗੱਲ ਦੀ ਵੀ ਬੰਦਾ ਕਹਿੰਦੇ ਵੀ ਦਿੱਲੀੋਂ ਆਇਆ ਪੰਜਾਬ ਘੁੰਮਣ ਫਿਰਨ, ਉਹਨੂੰ ਲੱਗਿਆ ਵੀ ਯਾਰ ਫੋਨ ਦੀ ਬੈਟਰੀ ਮੁੱਕ ਗਈ ਘਰ ਰੇਲਵੇ ਸਟੇਸ਼ਨ ਹੈ ਨਾ, ਰੇਲਵੇ ਸਟੇਸ਼ਨ ਤੇ ਵੀ ਚਾਰਜ ਕਰ ਲਈਏ। ਉਹ ਕਹਿੰਦਾ ਵੀ ਉਹਨੇ ਚਾਰਜਿੰਗ ਤੇ ਲਾਇਆ ਸੀ ਫੋਨ ਤੇ ਉਹ ਕਿਤੇ ਡਿੱਗ ਪਿਆ ਵਿਚਾਲੇ ਜੇ, ਤੇ ਉਹਨੂੰ ਲੱਗਿਆ ਵੀ ਯਾਰ ਹੋਰ ਮੇਰੀ ਕਿਹਨੇ ਮਦਦ ਕਰਨੀ, ਮੈਂ ਸਾਹਿਬ ਨੂੰ ਕਹਿਣਾ ਜੀ। ਤੇ ਸਾਹਿਬ ਯਾਨੀ ਕਿ ਜਨਾਬ ਪੰਜਾਬ ਪੁਲਿਸ ਵਾਲੇ ਕਿਤੇ ਲਾਗੇ ਸੀਗੇ, ਤੇ ਉਹਨਾਂ ਕਿਹਾ ਵੀ ਜਨਾਬ ਮੇਰਾ ਫੋਨ ਆ ਜੀ, ਇੱਥੋਂ ਆ ਕਢਾ ਲਈਏ। ਤੇ ਉਹਨਾਂ ਨੇ ਪੇਚਾ ਇਹ ਪਾ ਲਿਆ ਵੀ ਤੇਰਾ ਕਿੱਦਾਂ ਫੋਨ ਆ ਬਈ, ਇਸ ਗੱਲ ਦੀ ਕੀ ਗਰੰਟੀ ਵੀ ਤੇਰਾ ਹੀ ਫੋਨ ਆਏ।
ਜੀ ਉਹ ਕਹਿੰਦੇ ਮਹਾਰਾਜ ਮੇਰਾ ਫੋਨ, ਉਹ ਕਹਿੰਦੇ ਐਸ ਫੋਨ 'ਚ ਤੇ ਐਸ ਫੋਨ 'ਚ ਵੇਖ ਕਿੰਨਾ ਫਰਕ ਹੈ, ਤੇਰਾ ਕਿੱਦਾਂ ਫੋਨ ਹੋ ਗਿਆ ਉਹਨੇ। ਅੱਛਾ, ਉਦੋਂ ਬਾਅਦ ਜੋ ਉਹਨੇ ਕਿਹਾ, ਉਹਨੇ ਇਹ ਕਿਹਾ ਕਿ ਵੀ ਅਸਲ 'ਚ ਉਹ ਮੈਨੂੰ ਆਂਦੇ ਵੀ ਤੂੰ ਇੰਨੇ ਪੈਸੇ ਦੇ ਕੇ ਜਾ, ਨਾਲ ਤੇਰਾ ਫੋਨ ਰੱਖ ਲੈਣਾ ਤੇ ਸਵੇਰੇ ਆਈ ਗੱਲ ਕਰਾਂਗੇ। ਹੁਣ ਗੱਡੀ ਬੰਦੇ ਨੇ ਉਦੋਂ ਚੜ੍ਹਨਾ ਰਾਤ ਨੂੰ ਦਿੱਲੀ ਨੂੰ 11:30 ਵਜੇ, ਤੇ ਸਵੇਰੇ ਉਹ ਥਾਣੇ ਫੋਨ ਦਾ ਪਤਾ ਕਰਨ ਜਾਵੇ ਵੀ ਮਹਾਰਾਜ ਮੇਰਾ ਹੈ ਕਿ ਨਹੀਂ ਹੈ। ਸੰਧਾਲੀਆ ਸਾਹਿਬ, ਬੰਦਾ ਸਸਪੈਂਡ ਹੈ, ਇਨਕੁਆਇਰੀ ਸ਼ੁਰੂ ਹੋ ਗਈ ਕਿਉਂਕਿ ਉਹ 2 ਜਣੇ ਸੀ ਤੇ ਉਹਨਾਂ 'ਚੋਂ ਇੱਕ ਜਣੇ ਨੇ ਵੀਡੀਓ ਬਣਾ ਲਈ। ਉਸ ਵੀਡੀਓ ਦੇ ਵਿੱਚ ਉਹ ਭੱਦਰਪੁਰਸ਼ ਆਰਾਮ ਨਾਲ ਕਹਿੰਦਾ ਨਜ਼ਰ ਆਉਂਦਾ ਕਿ ਭਾਈ ਸੇਵਾ ਪਾਣੀ ਕਰੋ, ਫਿਰ 500 ਦੇ ਦਿਓ, ਨਹੀਂ ਤਾਂ ਭੱਜੋ। ਤੇ ਫਿਰ ਇਹ ਵੀ ਕਿਹਾ ਕੱਲ੍ਹ ਨੂੰ ਲੈ ਜਾਓ, ਨਹੀਂ ਪਰਸੋਂ ਨੂੰ ਲੈ ਜਾਓ। ਜਾਣੀ ਜਿੰਨਾ ਸਮਾਂ ਲੰਮਾ ਕਰਨਾ ਸੀ ਉਨੀ ਹੀ ਵੱਧ ਸੰਭਾਵਨਾ ਹੋਣੀ ਸੀ। ਹਾਲਾਂਕਿ ਉਹ ਕਹਿੰਦਾ ਮੈਂ ਪੈਸੇ ਦਿੱਤੇ ਨਹੀਂ, ਮੈਂ ਕਹਿੰਦਾ ਪਰਸ ਦਿਖਾਤਾ ਕਿ ਮੇਰੇ ਕੋਲ ਹੈ ਹੀ ਕੁਛ ਨਹੀਂ। ਬਹੁਤ ਮਿੰਨਤਾਂ ਤਰਲੇ ਕਰਕੇ ਬਾਅਦ ਵਿੱਚ ਉਹ ਜਿਹੜਾ ਆਪਣਾ ਮੈਂ ਮੋਬਾਈਲ ਲੈ ਲਿਆ। ਹੁਣ ਤੁਸੀਂ ਦੇਖੋ ਕਿ ਜੇ ਉਹ ਬੰਦਾ ਸੱਚਾ ਹੈ, ਜੇ ਸੱਚਾ ਹੈ, ਕਿਉਂਕਿ ਉਹਨੇ ਵੀਡੀਓ ਭਗਵੰਤ ਮਾਨ ਹੋਰਾਂ ਨੂੰ ਟੈਗ ਕੀਤੀ, ਟਵੀਟ ਕੀਤੀ, ਕੇਜਰੀਵਾਲ ਸਾਹਿਬ ਨੂੰ ਵੀ ਕੀਤੀ, ਉਹਦੇ ਤੋਂ ਬਾਅਦ ਐਕਸ਼ਨ ਹੋਇਆ। ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਲੱਗੂਗਾ ਕਿ ਜੇ ਅਸੀਂ ਵੀਡੀਓ ਆਡੀਓ ਕੋ ਰਿਕਾਰਡ ਕਰਾਂਗੇ ਤਾਂ ਐਕਸ਼ਨ ਹੋ ਸਕਦਾ। ਦੂਸਰਾ, ਮੈਂ ਫੇਰ ਕਹਿਣਾ, ਅਦਾਲਤ ਨੇ ਸਾਬਤ ਕਰਨਾ ਉਹਦਾ ਦੋਸ਼, ਪਰ ਜਿੰਨੀ ਕੁ ਵੀਡੀਓ ਨਜ਼ਰ ਆਉਂਦੀ ਹੈ ਉਹਦੇ ਵਿੱਚੋਂ ਸਭ ਕੁਝ ਸਾਫ਼ ਹੈ। ਸੇਵਾ ਪਾਣੀ ਕਰੋ, 500 ਲੱਗਣਾ, ਠੀਕ ਹੈ ਭਾਈ। ਜੇ ਉਹ ਬੰਦੇ ਗਲਤ ਨੇ ਪਰਚਾ ਦੇ, ਕੰਪਲੇਂਟ ਦਰਜ ਕਰ, ਕੁਛ ਵੀ ਹੈ। ਮੋਬਾਈਲ ਜੇ ਤੈਨੂੰ ਲੱਗਦਾ ਉਹਨਾਂ ਦਾ ਨਹੀਂ, ਕਿਉਂਕਿ ਉਹ ਦਿਖਾ ਰਿਹਾ ਸੀ ਕਿ ਆ ਮੇਰੀ ਉਂਗਲੀ ਦੇ ਨਾਲ ਹੀ ਖੁੱਲ੍ਹਦਾ ਹੀ, ਉਹਦੀਆਂ ਫੋਟੋ ਚੈੱਕ ਕਰ ਲੈ, ਕੰਟੈਕਟਸ ਪੁੱਛ ਲਓ, 20 ਚੀਜ਼ਾਂ ਹੁੰਦੀਆਂ। ਨਹੀਂ ਉਹ ਤਾਂ ਜੇ ਚੈੱਕ ਕਰ ਲੈ ਫਿਰ ਤਾਂ ਕਲੀਅਰ ਹੋ ਜਾਣਾ ਨਾ ਵੀ ਉਹਦਾ ਹੀ ਹੈ। ਠੀਕ ਹੈ, ਪਰਸੋਂ ਆਏਗਾ ਕਾ, ਫਿਰ ਆਪਾਂ ਗੱਲ ਕਰਦੇ ਹਾਂ। ਫਿਰ ਗੱਲ ਕਰਦੇ ਹਾਂ। ਚਲੋ, ਪਰ ਕਾਰਨ ਹੈ ਵੀ ਇਹਦੇ ਨਾਲ ਮੈਨੂੰ ਇਹ ਲੱਗਦਾ ਪੈਸੇ ਜਾਇਜ਼ ਮੰਗੇ ਵੇ, ਨਹੀਂ ਆਪਾਂ ਦੂਸਰੀ ਗੱਲ ਮੈਂ ਕਰ ਲਾਂਗਾ। ਇਹ ਤਾਂ ਹੁਣ ਉਹੀ ਦੱਸ ਸਕਦੇ ਆ ਵੀ ਜਾਇਜ਼ ਮੰਗੇ ਕਿ ਨਹੀਂ ਮੰਗੇ। ਤੁਸੀਂ ਉਸ ਵੀਡੀਓ 'ਚ ਦੇਖੋ ਵੀ ਸਰਦਾਰ ਸਾਹਿਬ ਨੇ ਦਸਤਾਰ ਸਜਾਈ ਆ, ਉਹ ਬੰਦਾ ਦਿੱਲੀੋਂ ਪੰਜਾਬ ਆਇਆ ਤੇ ਅੰਮ੍ਰਿਤਸਰ ਆਇਆ। ਉਹ 500 ਦੀ ਗੱਲ ਨਹੀਂ ਹੈਗੀ ਜਾਂ ਮੰਗਣ ਦੀ ਗੱਲ ਨਹੀਂ ਹੈਗੀ, ਉਹ ਇਮੇਜ ਕੀ ਲੈ ਕੇ ਗਿਆ। ਸੋ ਉਹ ਵਾਲੀ ਇਮੇਜ ਆ, ਉਹ ਮੇਰੇ ਖਿਆਲ ਨਾਲ 500 ਕੀ ਲੱਖਾਂ ਕਰੋੜਾਂ ਨਾਲ ਨਹੀਂ ਦੁਬਾਰਾ ਬਹਾਲ ਹੋ ਸਕਦੀ। ਨਹੀਂ, ਉਹ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਧਿਆਨ ਰੱਖਣਾ ਚਾਹੀਦਾ। ਬਾਕੀ ਐਕਸ਼ਨ ਹੋਇਆ, ਅਸੀਂ ਤਾਂ ਬਾਕੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਆਦਤ ਪੈ ਗਈ ਹੈ ਤਾਂ ਆਦਤ ਛੱਡ ਦਿਓ। ਦੂਸਰੀ ਗੱਲ ਹੈ ਕਿ ਇਹ ਅਗਲਾ ਸ਼ਿਕਾਰ ਕੋਈ ਵੀ ਹੋ ਸਕਦਾ, ਕੀ ਪਤਾ ਕੌਣ ਹੋ ਸਕਦਾ ਅਗਲਾ ਸ਼ਿਕਾਰ। ਇਸ ਕਰਕੇ ਅਗਲਾ ਸ਼ਿਕਾਰ ਤੁਸੀਂ ਨਾ ਹੋਵੋ ਭਾਈ, ਬਚ ਕੇ ਰਹੋ। ਬਚੋ, ਜਿੰਨਾ ਮਰਜ਼ੀ ਹੋ ਸਕੇ ਉਨਾ ਬਚੋ ਭਾਈ ਸਾਹਿਬ, ਬਚਣਾ ਚਾਹੀਦਾ ਹੈ। ਪਰ ਕਹਿੰਦੇ ਬਚਦਿਆਂ ਵੀ ਕਾਰਨ ਦੱਸੋ ਨੋਟਿਸ ਜਾਰੀ ਹੋ ਗਿਆ ਜਾਖੜ ਸਾਹਿਬ ਨੂੰ। ਉੱਤੇ ਅਨੁਸ਼ਾਸਨੀ ਕਮੇਟੀ ਬੈਠੀ ਸੀ, ਅਨੁਸ਼ਾਸਨੀ ਕਮੇਟੀ ਕਹਿੰਦੀ ਵੀ ਸਾਡੇ ਕੋਲ 2 ਅਰਜ਼ੀਆਂ ਆਈਆਂ ਨੇ, ਇੱਕ ਤੇ ਦੱਖਣ ਭਾਰਤ ਵਾਲੇ ਪਾਸਿਓਂ ਆਈ ਹੈ ਤੇ ਦੂਸਰੀ ਪੰਜਾਬ ਵਾਲੇ ਪਾਸਿਓਂ ਆਈ ਹੈ। ਕਹਿੰਦੇ ਵੀ ਇਹ ਜਿਹੜੇ ਮੈਂਬਰ ਨੇ ਕਾਂਗਰਸ ਪਾਰਟੀ ਦੇ, ਇਹਨਾਂ ਨੇ ਅਨੁਸ਼ਾਸਨ ਭੰਗ ਕੀਤਾ ਤੇ ਇਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਹੁਣ ਅਨੁਸ਼ਾਸਨੀ ਕਮੇਟੀ ਨੇ ਕਹਿੰਦੇ ਵੀ ਜਾਖੜ ਸਾਹਿਬ ਨੂੰ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਕਿ ਜਾਂ ਜੀ ਇਸ ਚੀਜ਼ ਦਾ ਜਵਾਬ ਦਿਓ ਜੀ, ਤੁਹਾਡੇ ਤੇ ਸ਼ਿਕਾਇਤ ਆਈ। ਤੇ ਦਿਨ ਦਿੱਤੇ ਆ ਉਹਨਾਂ ਨੂੰ 7 ਕਿ 7 ਦਿਨਾਂ ਦੇ ਵਿੱਚ ਤੁਸੀਂ ਦੱਸੋ। ਦੇਖੋ, ਇੱਕ ਗੱਲ ਤਾਂ ਪੱਕੀ ਆ ਕਿ ਜਾਖੜ ਸਾਹਿਬ ਨੂੰ 1.5 ਮਹੀਨਾ ਪਹਿਲਾਂ ਤੱਕ ਕਦੇ ਕਿਸੇ ਨੇ ਇਦਾਂ ਨਹੀਂ ਸੀ ਸੁਣਿਆ ਜਿੱਦਾਂ ਉਹ ਪਿਛਲੇ 1.5 ਮਹੀਨੇ 'ਚ ਹੋਏ। ਟਵੀਟ ਕਰਦੇ ਰਹੇ, ਬਹੁਤ ਕੁਝ ਕਹਿੰਦੇ ਰਹੇ, ਇੰਟਰਵਿਊਜ਼ ਦੇ ਵਿੱਚ ਵੀ ਬੋਲਦੇ ਰਹੇ, ਆਪਣੇ ਨਾਲ ਵੀ ਗੱਲ ਕਰਕੇ ਗਏ। ਸਿੱਧੇ ਤੌਰ ਦੇ ਉੱਤੇ ਕਹਿੰਦੇ ਸੀ ਕਿ ਭਾਈ ਨੁਕਸਾਨ ਕੀਤਾ ਹੈ, ਲੋਕ ਰਾਏ ਦੇ ਉਲਟ ਕੀਤਾ ਹੈ। ਹਾਈ ਕਮਾਂਡ ਦੇ ਵਿੱਚ ਬੈਠੇ 1-2 ਬੰਦੇ, ਖਾਸ ਤੌਰ ਦੇ ਉੱਤੇ ਇੱਕ ਬੀਬੀ ਦਾ ਜ਼ਿਕਰ ਉਹ ਕਰਦੇ ਰਹੇ ਕਿ ਜਨ ਆਧਾਰ ਕੋਈ ਨਹੀਂ, ਲੋਕਾਂ 'ਚ ਆਧਾਰ ਕੋਈ ਨਹੀਂ, ਰਾਜ ਸਭਾ 'ਚ ਵੜ ਜਾਂਦੇ ਆ, ਹਾਈ ਕਮਾਂਡ ਦੇ ਨੇੜੇ ਰਹਿੰਦੇ ਆ, ਹੁਕਮ ਚਲਾਉਂਦੇ ਆ ਤੇ ਕਾਂਗਰਸ ਦਾ ਨੁਕਸਾਨ ਕਰਤਾ। ਫਿਰ ਪਿਛਲੇ ਦਿਨਾਂ ਦੇ ਵਿੱਚ ਇੱਕ ਜੁੱਤੀ ਦੀ ਨੋਕ ਵਾਲਾ ਜਿਹੜਾ ਮਸਲਾ ਸੀ, ਉਹ ਕਹਿੰਦੇ ਸੀ ਮੈਂ ਲੀਡਰਾਂ ਨੂੰ ਕਿਹਾ, ਪਰ ਉਹਨਾਂ ਦੇ ਆਪਣੀ ਪਾਰਟੀ ਦੇ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਤੇ ਹੋਰ ਬਹੁਤ ਸਾਰੇ ਲੀਡਰਾਂ ਨੇ ਕਿਹਾ, ਧਰਨੇ ਪ੍ਰਦਰਸ਼ਨ ਵੀ ਉਹਨਾਂ ਦੇ ਖਿਲਾਫ ਹੋਏ। ਪਿਛਲੇ ਦਿਨੀ ਚੰਨੀ ਸਾਹਿਬ ਵੀ ਰਾਹੁਲ ਗਾਂਧੀ ਉਹਨਾਂ ਨੂੰ ਮਿਲ ਕੇ ਆਏ ਤੇ ਪਤਾ ਲੱਗਾ, ਲਿਖਤੀ ਸ਼ਿਕਾਇਤ ਦੇ ਕੇ ਆਏ ਸੀ ਕਿ ਜਾਖੜ ਸਾਹਿਬ ਦੇ ਖਿਲਾਫ ਕਾਰਵਾਈ ਕਰੋ ਨਹੀਂ ਤਾਂ ਲੋਕ ਖਿਲਾਫ ਹੋ ਜਾਣਗੇ। ਫਿਰ ਹਰੀਸ਼ ਚੌਧਰੀ ਹੋਰਾਂ ਨੇ ਚਿੱਠੀ ਲਿਖਤੀ ਰਾਹੁਲ ਗਾਂਧੀ, ਬੀਬੀ ਸੋਨੀਆ ਗਾਂਧੀ ਨੂੰ ਕਿ ਦੇਖੋ ਭਾਈ ਇੱਧਰ, ਕਿਉਂਕਿ ਉਹਨਾਂ ਨੇ ਕਈ ਵਾਰੀ ਟੇਢੀ ਜਿਹੀ ਅੱਖ ਦੇ ਨਾਲ ਚੌਧਰੀ ਸਾਹਿਬ ਵੱਲ ਵੀ ਇਸ਼ਾਰਾ ਕੀਤਾ ਸੀ। ਤੁਸੀਂ ਇਹ ਦੇਖੋ ਕਿ ਫਰਕ ਹੈ। ਸੁਰਜੀਤ ਸਿੰਘ ਧਮਾਨ ਨੂੰ 4 ਘੰਟਿਆਂ ਦੇ ਵਿੱਚ ਪਾਰਟੀ ਤੋਂ ਬਾਹਰ ਕੱਢਤਾ ਸੀ, ਕੋਈ ਨੋਟਿਸ ਨਹੀਂ ਸੀ ਜਾਰੀ ਕੀਤਾ। ਪਰ ਜਾਖੜ ਸਾਹਿਬ ਦਾ ਕੱਦ ਬਹੁਤ ਵੱਡਾ, ਤੁਹਾਨੂੰ ਯਾਦ ਹੋਣਾ, ਇਹ ਉਹੀ ਸੁਨੀਲ ਜਾਖੜ ਨੇ ਜਿਨ੍ਹਾਂ ਨੂੰ ਸਟੇਜ ਤੇ ਬਿਠਾ ਕੇ ਚੰਨੀ ਸਾਹਿਬ, ਨਵਜੋਤ ਸਿੰਘ ਸਿੱਧੂ ਤੇ ਸਾਰੀ ਕਾਂਗਰਸ ਪਾਰਟੀ ਦੀ ਹਾਜ਼ਰੀ ਜਦੋਂ ਪ੍ਰੋਗਰਾਮ ਲੁਧਿਆਣੇ ਲਾਈਵ ਚੱਲਦਾ ਸੀ ਤਾਂ ਰਾਹੁਲ ਗਾਂਧੀ ਨੇ ਕੀ ਕਿਹਾ ਸੀ ਕਿ ਜਾਖੜ ਸਾਹਿਬ ਤਾਂ ਇਦਾਂ ਦੇ ਬੰਦੇ ਨੇ ਜਿਨ੍ਹਾਂ ਨੇ ਜੇ ਕੋਈ ਗੱਲ ਕਰਨੀ ਹੋਵੇ ਤਾਂ ਬੰਦ ਕਮਰੇ 'ਚ ਆ ਕੇ ਕਰਦੇ ਆ, ਸਲਾਹ ਦਿੰਦੇ ਆ, ਇਹਨਾਂ ਤੋਂ ਵਧੀਆ ਕੋਈ ਨਹੀਂ। ਬਾਕੀ ਸਾਰੇ ਬੰਦੇ ਉਰਲਮ ਪਰਲਮ ਬੋਲਦੇ ਹੁੰਦੇ ਸੀ। ਹੁਣ ਜਾਖੜ ਸਾਹਿਬ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਸੀ, ਉਹਨਾਂ ਨੂੰ ਕਹਿੰਦੇ ਛੱਡ ਦਿਓ, ਉਹਨਾਂ ਨੇ ਛੱਡਤੀ। ਜਿੱਧਰ ਵੀ ਕਿਤੇ ਜਾਂਦੇ ਆ ਉਹਨਾਂ ਨੂੰ ਜਿੱਦਾਂ ਕਹਿੰਦੇ ਉਹ ਕਰ ਲੈਂਦੇ ਆ। ਮੈਨੂੰ ਨਹੀਂ ਲੱਗਦਾ ਕਿ ਜਾਖੜ ਸਾਹਿਬ ਦੇ ਉੱਤੇ ਕੋਈ ਬਹੁਤ ਵੱਡੀ ਕਾਰਵਾਈ ਹੋਣੀ ਹੈ। ਜੇ ਜਾਖੜ ਸਾਹਿਬ ਨੇ ਆਪਣਾ ਜਵਾਬ ਠੀਕ ਠਾਕ ਜਿਹਾ ਦੇ ਦਿੱਤਾ ਤੇ ਠੀਕ ਠਾਕ ਜਿਹਾ ਹੀ ਕੰਮ ਨਿਬੇੜ ਦਿੱਤਾ ਜਾਣਾ ਹੈ। ਹਾਂ, ਪਰ ਜਿੱਦਾਂ ਜਾਖੜ ਸਾਹਿਬ ਭਰੇ ਪੀਤੇ ਨੇ, ਜਿੱਦਾਂ ਉਹਨਾਂ ਨੇ ਗੱਲਬਾਤ ਕੀਤੀ ਹੈ, ਕਿਉਂਕਿ ਮੈਂ ਇੱਕ ਉਹਨਾਂ ਨੂੰ ਸਵਾਲ ਇੱਥੇ ਪੁੱਛਿਆ ਸੀ ਕਿ ਜੇ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ, ਸਰਕਾਰ ਤੁਹਾਡੀ ਸੀ,
ਲੋਕਾਂ ਦੇ ਪ੍ਰਤੀ ਵੀ ਕਈ ਫਰਜ਼ ਹੁੰਦੇ ਆ। ਤੁਸੀਂ ਸਾਹਮਣੇ ਗੱਲ ਕਰਨੀ ਸੀ, ਉਹ ਕਹਿੰਦੇ ਜੀ ਗੱਲਾਂ ਤਾਂ ਬਹੁਤ ਸਾਰੀਆਂ ਸੀ, ਅੰਦਰ ਜਾ ਕੇ ਕਈ ਦੱਸਣੀਆਂ ਪੈਂਦੀਆਂ, ਪਾਰਟੀ ਵੀ ਕੋਈ ਚੀਜ਼ ਹੁੰਦੀ ਹੈ। ਮੈਨੂੰ ਇਹ ਡਰ ਹੈ, ਡਰ ਕਾਹਦਾ, ਪੰਜਾਬ ਦੇ ਲੋਕ ਤਾਂ ਚਾਹੁੰਦੇ ਹੋਣੇ ਆ ਕਿ ਜਾਖੜ ਸਾਹਿਬ ਜੇ ਨੋਟਿਸ ਆ ਹੀ ਗਿਆ ਤਾਂ ਨੋਟਿਸ ਪਿੱਛੇ ਵੱਡਾ ਭੇਜ ਦਿਓ। ਫਿਰ ਜੇ ਕੋਈ ਨਾਂ ਨੂੰ ਪਤਾ ਕਿਹਨੇ ਕੀ ਕੀਤਾ, ਕਿਹਨੇ ਕਿੱਧਰਲੇ ਪਾਸੇ 13 ਦੇ 23, 23 ਦੇ 33, 33 ਦੇ 133 ਕੀਤੇ ਆ, ਖੁਲਾਸਾ ਹੀ ਕਰ ਦਿਓ। ਕੈਪਟਨ ਸਾਹਿਬ ਵੀ ਕਹਿੰਦੇ ਕਿ ਫਾਈਲਾਂ ਪਈਆਂ। ਆਓ ਮਤਲਬ ਕਹਿਣ ਤੋਂ ਭਾਵ ਇਹ ਹੋ ਗਿਆ ਵੀ ਜੇ ਅਗਲੇ ਆਂਦੇ ਜੀ ਕਾਰਨ ਦੱਸੋ, ਤੇ ਕਾਰਨ ਫਿਰ 1 2 3 4 5 6 ਹੋਣ, ਤੇ ਜਦੋਂ ਕਾਰਨ ਉੱਪਰ ਪਹੁੰਚ ਜਾਣ ਫਿਰ ਅਗਲੇ ਉਹ ਗੁਰੂਓ ਇਹਨੂੰ ਤੈਅ ਲਾ ਲਓ, ਇਹ ਤੈਅ ਲਾ ਲਓ, ਕਾਗਜ਼ ਖੋਲੋ ਨਾ ਗੁਰੂਓ, ਕਿਤੇ ਹੋਰ ਖਿਲਾ ਲਓ, ਕੋਈ ਗੱਲ ਨਹੀਂ ਸੱਦ ਲਓ, ਆਪਾਂ ਸੱਦ ਕੇ ਗੱਲ ਕਰ ਲੈਂਦੇ ਹਾਂ। ਪਰ ਗੱਲ ਇਹ ਆ ਵੀ ਦੇਖੋ ਇਹ ਮਸਲਾ ਭਾਵੇਂ ਕਾਂਗਰਸ ਪਾਰਟੀ ਦਾ, ਪਰ ਹੁਣ ਇੱਥੇ ਵਿਰੋਧੀ ਵੀ ਤੇ ਤੰਜ਼ ਕੱਸਣਗੇ। ਹੁਣ ਸੁਖਬੀਰ ਬਾਦਲ ਸਾਹਿਬ ਨੂੰ ਇਹਦੇ ਬਾਰੇ ਪੁੱਛ ਲਿਆ, ਉਹ ਕਹਿੰਦੇ ਜੀ ਇੱਦਾਂ ਜਾਖੜ ਸਾਹਿਬ ਦੇ ਬਾਰੇ 'ਚ ਕਾਰਨ ਦੱਸੋ ਨੋਟਿਸ ਹੈ। ਉਹ ਕਹਿੰਦੇ ਜੀ ਉਹਨਾਂ ਨੇ ਤਾਂ ਸ਼ਬਦ ਵੀ ਬੜਾ ਮਾੜਾ ਵਰਤਿਆ, ਉਹ ਕਹਿੰਦੇ ਉਹ ਤਾਂ ਦਿਮਾਗੀ ਤਵਾਜ਼ਨ ਉਹਨਾਂ ਦਾ ਹਿਲ ਗਿਆ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਸੀ ਬਣਾਇਆ ਗਿਆ। ਹੁਣ ਜੇ ਵਿਰੋਧੀ ਵੀ ਉਹਦੇ 'ਤੇ ਮਤਲਬ ਕਹਿ ਲਓ ਕਿ ਵੀ ਆਪਣੇ ਤੌਰ 'ਤੇ ਟਿੱਪਣੀ ਕਰਨ ਲੱਗ ਪਏ, ਤੇ ਕਾਂਗਰਸ ਪਾਰਟੀ ਨੂੰ ਆਪਾਂ ਜਦ ਅੱਗੇ ਵੀ ਕਿਹਾ ਵੀ ਯਾਰ ਜ਼ਰੂਰ ਸੋਚਣਾ ਚਾਹੀਦਾ ਵੀ ਜਿੱਥੇ ਆ ਕੇ ਗੱਡੀ ਖੜ੍ਹ ਗਈ ਇਹ ਟੋਜਨ ਟਾਜਨ ਪਾ ਕੇ ਕੱਢਣੀ ਪੈਣੀ ਆ, ਉਹ ਵੀ ਤਾਂ ਜੇ ਇੱਕੋ ਪਾਸੇ ਖਿੱਚਾਂਗੇ, ਤੇ ਇਹ ਨਹੀਂ ਵੀ ਜੇ ਸਾਰਿਆਂ ਨੇ ਘੇਰੇ ਟੋਚਨ ਪਾ ਲਏ ਤੇ ਗੱਡੀ ਉੱਥੇ ਦੀ ਉੱਥੇ ਰਹਿ ਜੇ। ਇਹ ਗੱਲ ਤੁਹਾਡੀ ਬਿਲਕੁਲ ਸੰਧਾਲੀਆ ਸਾਹਿਬ ਠੀਕ ਹੈ। ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਵਾਬ ਦਿੱਤਾ ਤੇ ਫਿਰ ਅੰਦਰ ਚਲੇ ਗਏ ਕਿ ਭਾਈ ਉਹਦੀ ਕੀ ਗੱਲ ਕਰੀਏ, ਉਦੋਂ ਹੀ ਉਹ ਆਮ ਆਦਮੀ ਪਾਰਟੀ ਨੂੰ ਸਮਾਂ ਦੇ ਕੇ ਗਏ ਸੀ ਕਿ ਅਜੇ ਕੰਮ ਕਰ ਲੈਣ ਦਿੰਦੇ ਆ। ਹੁਣ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਦੇ ਜਿਹੜੇ 4 ਬੰਦੇ ਨਵੇਂ ਨਿਯੁਕਤ ਹੋਏ ਆ, ਬਾਜਵਾ ਸਾਹਿਬ, ਪ੍ਰਤਾਪ ਸਿੰਘ ਹੋਰੀ, ਨਾਲ ਉਹਨਾਂ ਦੇ ਆਸ਼ੂ ਸਾਹਿਬ, ਇੱਧਰਲੇ ਪਾਸਿਓਂ ਜੇ ਆਪਾਂ ਵੜਿੰਗ ਸਾਹਿਬ ਦੀ ਗੱਲ ਕਰ ਲਈਏ ਤੇ ਨਾਲ ਚੱਬੇਵਾਲ ਸਾਹਿਬ ਦੀ, ਡਾਕਟਰ ਰਾਜਕੁਮਾਰ ਚੱਬੇਵਾਲ, ਉਹ 4 ਬੰਦੇ, ਤੇ 5ਵੇਂ ਚੌਧਰੀ ਸਾਹਿਬ ਜਿਨ੍ਹਾਂ ਦੀ ਲਿਖੀ ਚਿੱਠੀ ਤੋਂ ਬਾਅਦ ਨੋਟਿਸ ਆਇਆ, ਉਹ ਰਾਹੁਲ ਗਾਂਧੀ ਹੋਰਾਂ ਨੂੰ ਮਿਲੇ, ਫੋਟੋ ਜਾਰੀ ਹੋਈ। ਫਿਰ ਅੱਧੇ ਕੁ ਬੰਦੇ ਉਹਦੇ ਤੋਂ ਬਾਅਦ ਬੀਬੀ ਸੋਨੀਆ ਗਾਂਧੀ ਨੂੰ ਵੀ ਮਿਲੇ, ਫੋਟੋ ਜਾਰੀ ਹੋਈ। ਉਹਦੇ ਤੋਂ ਬਾਅਦ ਆ ਕੇ ਵੜਿੰਗ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕਿਵੇਂ ਜੀ, ਫਿਰ ਕਾਂਗਰਸ ਪਾਰਟੀ ਦਾ ਰੌਲਾ ਬਹੁਤ ਹੈ, ਜਿੰਨੇ ਮੂੰਹ ਨੇ ਉਨੀਆਂ ਗੱਲਾਂ ਨੇ, ਹਰ ਇੱਕ ਦਾ ਆਪਣਾ ਵੱਖਰਾ ਹੀ ਧੜਾ ਹੈ। ਉਹ ਕਹਿੰਦੇ ਆਪ ਉਹਦਾ ਟਵੀਟ ਨਹੀਂ ਹੋਣਾ। ਕਹਿੰਦੇ ਜੇ ਮੈਂ ਵੀ ਗਲਤੀ ਕਰੂੰਗਾ ਨਾ, ਮੈਂ 2 ਦਿਨ ਪਹਿਲਾਂ ਅਧਿਅਕਸ਼ ਚੁਣਿਆ ਗਿਆ ਪ੍ਰਧਾਨ, ਮੈਂ ਵੀ ਗਲਤੀ ਕਰੂੰਗਾ ਤੇ ਇਹ ਨਾ ਦੇਖਿਆ ਜਾਵੇ ਕਿ ਮੈਂ ਸੂਬਾ ਪ੍ਰਧਾਨ ਆ, ਮੈਨੂੰ ਵੀ ਪਾਰਟੀ ਲਾਂਭੇ ਕਰੇ, ਕਾਰਵਾਈ ਕਰੇ ਠੋਕ ਕੇ। ਇਸ ਕਰਕੇ ਕੋਈ ਸਾਬਕਾ ਪ੍ਰਧਾਨ ਹੈ, ਕੋਈ ਕੁਛ ਵੀ ਹੈ, ਜੇ ਕਿਸੇ ਨੇ ਡਿਸਪਲਿਨ ਭੰਗ ਕੀਤਾ ਤਾਂ ਫਿਰ ਕਾਰਵਾਈ ਠੋਕ ਵਜਾ ਕੇ ਹੋ। ਐਂ ਲੱਗਦਾ ਕਿ ਵਰਿੰਦਰ ਢਿੱਲੋਂ ਹੋਰਾਂ ਨੂੰ ਵੀ ਨੋਟਿਸ ਆ ਸਕਦਾ, ਕਿਉਂਕਿ ਉਦੋਂ ਤੱਕ ਤਾਂ ਸਿੱਧੂ ਸਾਹਿਬ ਪਾਰਟੀ ਪ੍ਰਧਾਨ ਹੀ ਸੀਗੇ ਨਾ, ਜਦੋਂ ਸ਼ਰੇਆਮ ਉਹਨਾਂ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਸਵਾਲ ਗਲਤ ਕੀਤਾ ਜਾਂ ਸਹੀ ਕੀਤਾ, ਪਰ ਜੇ ਇਸ ਤਰੀਕੇ ਹੁਣ ਕਾਰਨ ਦੱਸੋ ਨੋਟਿਸ ਜਾਰੀ ਹੋਣ ਲੱਗ ਪਏ ਆ, ਹੋ ਸਕਦਾ ਕਿ ਲੜੀ ਬਹੁਤ ਲੰਬੀ ਹੋ ਜਾਏ। ਪਰ ਸੰਧਾਲੀਆ ਸਾਹਿਬ ਇੰਨੀ ਗੱਲ ਜ਼ਰੂਰ ਹੈ, ਕਾਂਗਰਸ ਪਾਰਟੀ ਕੋਲ ਬਹੁਤਾ ਸਮਾਂ ਨਹੀਂ, ਉਹਨਾਂ ਨੇ ਜੋ ਕੁਛ ਕਰਨਾ ਹਫ਼ਤੇ ਖੰਡ ਦੇ ਵਿੱਚ ਕਰ ਲੈਣ। ਵਰਕਰ ਬਹੁਤ ਨਿਰਾਸ਼ ਬੈਠੇ ਆ, ਜਦੋਂ ਵੀ ਕਦੇ ਇਦਾਂ ਦਾ ਰੌਲਾ ਪੈਂਦਾ ਹੇਠਾਂ ਵਰਕਰਾਂ ਦੀਆਂ ਟਿੱਪਣੀਆਂ ਆਉਂਦੀਆਂ, ਯਾਰ ਕੋਈ ਸਾਡੀ ਵੀ ਪੁੱਛ ਲਓ, ਉੱਪਰ ਹੀ ਲੜੀ ਜਾਣਾ। ਨਹੀਂ ਪਰ ਇੱਕ ਗੱਲ ਆ, ਬੰਦੇ ਨੂੰ ਵੱਧ ਤੋਂ ਵੱਧ ਇਹੀ ਕੀਤਾ ਜਾ ਸਕਦਾ ਨਾ ਵੀ ਤੂੰ ਹੁਣ ਕਾਂਗਰਸ ਪਾਰਟੀ 'ਚ ਹੈ ਨਹੀਂ। ਵੇਖੋ ਨਾ ਤੇ ਬੰਦੇ ਦਾ ਆਧਾਰ ਹੀ ਖਤਮ ਹੋ ਸਕਦਾ ਤੇ ਨਾ ਬੰਦੇ ਦੀ ਕਹਿੰਦੇ ਜ਼ੁਬਾਨ ਹੀ ਬੰਦ ਹੋ ਸਕਦੀ। ਹੁਣ ਸੁਰਜੀਤ ਸਿੰਘ ਧਵਾਨ ਹੋਣੀ ਕਿਹੜਾ ਵੀ ਹਟੇ ਨੇ, ਉਹ ਕਹਿੰਦੇ ਲੈ ਠੀਕ ਆ ਕਰ ਲਿਆ ਤੇ ਕੀ ਫਰਕ ਪੈਂਦਾ, ਪਹਿਲਾਂ ਕਰ ਦਿੰਦੇ, ਮੈਂ ਤਾਂ ਕਰਦਾ ਕਹਿੰਦਾ ਵੀ ਜਿਹੜੀ ਚੀਜ਼ ਨਹੀਂ ਠੀਕ ਚੱਲਦੀ, ਮੈਂ ਕਿਤੇ ਝੂਠ ਥੋੜ੍ਹਾ ਕਹਿੰਦਾ। ਫਿਰ ਉਹ ਸਿੱਧੂ ਸਾਹਿਬ ਦੇ ਹੱਕ 'ਚ ਵੀ ਬੋਲੇ, ਕਹਿੰਦੇ ਵੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ, ਜਿਹੜੀ ਚੀਜ਼ ਜਿਵੇਂ ਚਾਹੀਦੀ ਸੀ, ਬੰਦਾ ਸਹੀ ਸੀ, ਇਮਾਨਦਾਰ ਸੀ, ਵਧੀਆ ਕਰ ਰਿਹਾ ਸੀ, ਇਹਨਾਂ ਨੇ ਉਹ ਬੰਦੇ ਨੂੰ ਵਰਤਿਆ, ਜਦੋਂ ਵੇਖਿਆ ਵੀ ਹੁਣ ਲੋੜ ਨਹੀਂ ਉਦੋਂ ਲਾਂਭੇ ਕਰਤਾ। ਉਹ ਕਹਿੰਦੇ ਵੀ ਆਪਾਂ ਤਾਂ ਅੱਜ ਵੀ ਸਿੱਧੂ ਸਾਹਿਬ ਦੇ ਨਾਲ ਖਲੋਤੇ। ਫਿਰ ਡੱਲਾ ਸਾਹਿਬ ਨੇ ਵੀ ਇਹੀ ਗੱਲ ਕਹੀ, ਉਹ ਕਹਿੰਦੇ ਜੀ ਵੀ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਜਿੱਦਾਂ ਮਿਲਣਾ ਚਾਹੀਦਾ, ਫ੍ਰੀ ਹੈਂਡ ਦੇਣਾ ਚਾਹੀਦਾ ਸੀ ਉਹਨਾਂ ਨੂੰ। ਇੱਕ ਵਾਰ ਸਿੱਧੂ ਸਾਹਿਬ ਨੂੰ ਫ੍ਰੀ ਹੈਂਡ ਦਿੱਤਾ ਜਾਂਦਾ, ਫਿਰ ਦੇਖਿਆ ਜਾਂਦਾ ਵੀ ਉਹ ਕੀ ਕਰਦੇ ਸੀ। ਉਹ ਕਿਤੇ ਨਾ ਕਿਤੇ ਜਿਹੜੀ ਆਸੇ-ਪਾਸੇ ਦੀ ਸਿਆਸਤ ਹੈ ਉਹਨੇ ਮਾਰਿਆ। ਹੁਣ ਕਾਰਨ ਇਹ ਆ ਵੀ ਭਾਵੇਂ ਕੁਰਸੀ ਬਦਲ ਗਈ ਪਰ ਸਿੱਧੂ ਸਾਹਿਬ ਦੇ ਹੱਕ 'ਚ ਅਜੇ ਵੀ ਆਵਾਜ਼ਾਂ ਹੈਗੀਆਂ। ਦੇਖੋ ਆਵਾਜ਼ਾਂ ਹੁਣ ਰਹਿਣੀਆਂ, ਹਰ ਇੱਕ ਬੰਦੇ ਦਾ ਆਧਾਰ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੂੰ ਥੋੜ੍ਹਾ ਜਿਹਾ ਦੇਖ ਕੇ ਚੱਲਣਾ ਪਊਗਾ। ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ, 3-4 ਥਾਵਾਂ ਦੇ ਉੱਤੇ ਕਾਂਗਰਸ ਪਾਰਟੀ ਦੇ ਫੈਸਲੇ ਗਲਤ ਸਾਬਿਤ ਹੋਏ ਆ। ਟਿਕਟ ਨਵਤੇਜ ਸਿੰਘ ਚੀਮਾ ਨੂੰ ਦਿੱਤੀ, ਪਰ ਉੱਥੋਂ ਪੁਰਾਣੇ ਕਾਂਗਰਸੀ ਪਰਿਵਾਰ ਦਾ ਹੀ ਨੌਜਵਾਨ ਰਾਣਾ ਇੰਦਰ ਪ੍ਰਤਾਪ ਜੇਤੂ ਹੋ ਰਿਹਾ। ਇਸੇ ਤਰੀਕੇ ਤੁਸੀਂ ਦੇਖੋ ਕਿ ਟਿਕਟ ਜਿਹੜੀ ਆ ਨਵਾਂ ਸ਼ਹਿਰ ਤੋਂ ਦਿੱਤੀ ਸੀ ਸਤਵੀਰ ਸਿੰਘ ਪਿੱਲੀ ਚੱਕੀ ਹੋਰਾਂ ਨੂੰ, ਪਰ ਉੱਥੋਂ ਮੌਜੂਦਾ ਐਮਐਲਏ ਅੰਗਦ ਸਿੰਘ ਆਜ਼ਾਦ ਖੜ੍ਹ ਕੇ ਵੋਟਾਂ ਉਹਨਾਂ ਤੋਂ ਵੱਧ ਲੈ ਗਏ। ਹੋਰ ਵੀ ਕਈ ਪਾਸੇ ਇੱਦਾਂ ਹੋਇਆ। ਇਹਦਾ ਮਤਲਬ ਹੈ ਕਿ ਠੀਕ ਹੈ, ਅਨੁਸ਼ਾਸਨ ਤਾਂ ਚਾਹੀਦਾ ਹੈ। ਹੋ ਸਕਦਾ ਭਲਕ ਨੂੰ ਕੋਈ ਬੰਦੇ ਨੂੰ ਚਿੱਠੀ ਲਿਖੀ ਜਾਵੇ ਤਾਂ ਉਹ ਕਹਿਣ ਕਿ ਆਹ ਫਲਾਣੇ ਬੰਦਿਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖਿਲਾਫ ਪ੍ਰਚਾਰ ਕੀਤਾ ਹੈ, ਤੁਸੀਂ ਉਹਨਾਂ ਦਾ ਕੀ ਕੀਤਾ। ਹੁਣ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਹੈ। ਲੱਗਦਾ ਹੈ ਕਿ ਦਬਕਾ ਵੱਧ ਮਾਰਿਆ ਗਿਆ, ਕਾਰਵਾਈ ਸ਼ਾਇਦ ਘੱਟ ਹੋਵੇ, ਕਿਉਂਕਿ ਵੜਿੰਗ ਸਾਹਿਬ ਨੇ ਬਾਅਦ 'ਚ ਇਹ ਵੀ ਕਹਿਤਾ ਸਾਨੂੰ ਤਾਂ ਇਕੱਲੇ ਵਰਕਰ ਦੀ ਲੋੜ ਹੈ ਜੀ, ਅਸੀਂ ਇਕੱਲੇ ਆਗੂ ਨੂੰ ਜਾ ਕੇ ਮਿਹਨਤ ਤਰਲਾ ਵੀ ਕਰਨਾ ਪਿਆ ਤਾਂ ਕਰਾਂਗੇ, ਆਪਾਂ ਕਾਂਗਰਸ ਮਜ਼ਬੂਤ ਕਰਨੀ ਹੈ। ਹੁਣ ਭੁਰਾ ਕੱਪਾ ਅਕਾਲੀ ਦਲ ਵਾਲੇ ਪਾਸੇ ਆਉਣੇ ਆ। ਚੰਦੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਲਗਾਤਾਰ ਮੀਟਿੰਗਾਂ ਦੇ ਵਿੱਚ ਰੁੱਝੇ ਹੋਏ ਆ। ਅਨਿਲ ਜੋਸ਼ੀ ਸਾਹਿਬ ਦੇ ਦਫ਼ਤਰ ਗਏ ਅੰਮ੍ਰਿਤਸਰ ਜੀ, ਮਾਝੇ ਦੇ ਕਾਂਗਰਸੀ ਸੱਦੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਵਟਾਂਦਰਾ ਕੀਤਾ ਵਿਚਾਰਾਂ ਦਾ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਨਿਗਮ ਚੋਣਾਂ ਹੋਣ ਵਾਲੀਆਂ, ਮਹੀਨੇ ਥੋੜ੍ਹੇ ਰਹਿੰਦੇ ਨੇ।
ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਸ ਤਰੀਕੇ ਸਰਗਰਮੀ ਸ਼ੁਰੂ ਕਰਤੀ ਹੈ, ਇਹਦਾ ਮਤਲਬ ਹੈ ਕਿ ਉਹ ਮਾਨਸਿਕ ਤੌਰ ਦੇ ਉੱਤੇ ਤਿਆਰ ਨੇ ਕਿ ਭਾਈ ਸਿਆਸੀ ਯੁੱਧ ਆਪਾਂ ਹੁਣ ਲੜਨਾ ਹੈ। ਨਹੀਂ ਤਾਂ ਕਈ ਪੰਜਾਬ ਦੇ ਸਿਆਸੀ ਲੀਡਰ ਤੇ ਧਿਰਾਂ ਇਦਾਂ ਦੀਆਂ ਜਿਹੜੀਆਂ ਵਿਧਾਨ ਸਭਾ ਦੀ ਚੋਣ ਤੋਂ ਬਾਅਦ ਅਜੇ ਤੱਕ ਉੱਭਰ ਹੀ ਨਹੀਂ ਸਕੀਆਂ। ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸਰਗਰਮੀ ਹੈ। ਦੂਸਰੇ ਪਾਸੇ ਚੰਦੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਦੇਖੋ ਅਸੀਂ ਆਮ ਆਦਮੀ ਪਾਰਟੀ ਨੂੰ ਸਮਾਂ ਦੇਣਾ ਚਾਹੁੰਦੇ ਆ, ਪਰ ਸਿਆਸੀ ਬਦਲਾਖੋਰੀ ਨਾ ਕਰੋ। ਪਟਿਆਲੇ ਦੀ ਜੇਲ੍ਹ ਦੇ ਵਿੱਚ ਉਹ ਕਹਿੰਦੇ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਤੰਗ ਕੀਤਾ ਜਾ ਰਿਹਾ। ਨਿਯਮਾਂ ਦੇ ਮੁਤਾਬਕ ਜਿਹੜੀ ਸਹੂਲਤ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਉਹ ਵੀ ਨਹੀਂ ਦਿੱਤੀ ਜਾ ਰਹੀ। ਉਹ ਕਹਿੰਦੇ ਜੀ ADGP ਜੇਲ੍ਹਾਂ ਚਲੇ ਜਾਂਦੇ ਜੇ ਕੋ ਅੰਦਰ ਖਾਤੇ ਕੋ ਗਲਤ ਹੋ ਰਿਹਾ ਸੀ। ਕਹਿੰਦੇ ਪੰਜਾਬ ਦੇ ਜੇਲ੍ਹ ਮੰਤਰੀ ਬਣੇ ਨੇ ਹਰਜੋਤ ਸਿੰਘ ਵੈਸ, ਕਿਸੇ ਜੇਲ੍ਹ 'ਚ ਛਾਪਾ ਨਹੀਂ ਮਾਰਿਆ, ਖਾਸ ਤੌਰ ਦੇ ਉੱਤੇ ਉਸੇ ਜੇਲ੍ਹ ਦੇ ਵਿੱਚ ਗਏ ਤੇ ਇਹਦਾ ਮਤਲਬ ਹੈ ਕਿ ਸਿਆਸੀ ਤੌਰ ਤੇ ਬਦਲਾਖੋਰੀ ਕਰ ਰਿਹਾ। ਬੈਰਕਾਂ ਦਾ ਮੁੱਦਾ ਉਹਨਾਂ ਨੇ ਕਈ ਕੁਛ ਕਿਹਾ। ਉਹ ਕਹਿੰਦੇ ਜੀ ਇਹ ਗੱਲ ਚੰਗੀ ਨਹੀਂ। ਤੁਸੀਂ ਇਹ ਦੇਖੋ ਕਿ ਅਜੇ ਤੱਕ ਉਹ ਮਾਮਲਾ ਅਦਾਲਤ 'ਚ ਹੈ, ਅਰਜ਼ੀਆਂ ਦਿੱਤੀਆਂ ਹੋਈਆਂ, ਫੈਸਲਾ ਪੈਂਡਿੰਗ ਹੈ, ਰੱਖਣਾ ਰਾਖਵਾਂ ਰੱਖ ਲਿਆ, ਪਰ ਇਹਦੇ ਬਾਵਜੂਦ ਵੀ ਜੇ ਸ਼੍ਰੋਮਣੀ ਅਕਾਲੀ ਦਲ ਨੇ ਜਨਤਕ ਤੌਰ ਤੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕਰਕੇ ਪਟਿਆਲੇ ਜੇਲ੍ਹ ਦੇ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਵਧੀਕੀ ਹੋਣ ਦੀ ਚਰਚਾ ਛੇੜੀ ਹੈ, ਮਾਮਲਾ ਅੱਗੇ ਤੱਕ ਜਾਊ ਜੀ। ਇੱਥੋਂ ਤੱਕ ਉਹ ਤਾਂ ਦੇਖੋ ਨਾਲ ਮਹੇਸ਼ਿੰਦਰ ਗਰੇਵਾਲ ਸਾਹਿਬ ਵੀ ਸੀਗੇ, ਉਹ ਕਹਿੰਦੇ ਵੀ ਇਹ ਤਾਂ ਕੁਝ ਵੀ ਹੋ ਸਕਦਾ ਜੀ, ਤੇ ਸਾਨੂੰ ਇਹ ਵੀ ਡਰ ਹੈ ਵੀ ਕੱਲ ਨੂੰ ਕੋਈ ਨੁਕਸਾਨ ਵੀ ਹੋ ਸਕਦਾ, ਤੇ ਜੇ ਕਹਿੰਦੇ ਵੀ ਮਜੀਠੀਆ ਸਾਹਿਬ ਦਾ ਨੁਕਸਾਨ ਹੋ ਜਾਂਦਾ ਤੇ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ। ਤੇ ਤੁਹਾਨੂੰ ਹੁਣੇ ਦੱਸੀ ਜਾਂਦੇ ਆ ਵੀ ਇਹ ਉਸ ਪਾਸੇ ਗੱਲ ਜਾ ਰਹੀ ਜੀ। ਹੁਣ ਪਹਿਲਾਂ ਥੋੜੀ ਥੋੜੀ ਧੁਖਦੀ ਸੀ, ਫਿਰ ਵਿੱਚੋਂ ਜੋ ਆਪਾਂ ਉਹਨਾਂ ਦੇ ਵਕੀਲ ਸਾਹਿਬਾਨ ਦੇ ਮੂੰਹ ਗੱਲ ਸੁਣੀ ਵੀ ਜੇ ਇਸ ਤਰ੍ਹਾਂ ਦਾ ਕੁਝ ਹੋ ਰਿਹਾ, ਹੁਣ ਬਕਾਇਦਾ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਇਹਦਾ ਮਤਲਬ ਜੇ ਅਕਾਲੀ ਦਲ ਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਹੈ, ਜਾਂ ਉਹਨਾਂ ਨੂੰ ਜਾਪਦਾ ਵੀ ਯਾਰ ਅਸੀਂ ਆਹ ਚੀਜ਼ ਦੇਖੀ, ਸਾਡੇ ਤੱਕ ਇਨਫੋਰਮੇਸ਼ਨ ਆਈ ਹੈ, ਤੇ ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਨੂੰ ਜਾਂ ਬੈਂਸ ਸਾਹਿਬ ਨੂੰ ਆਪਣੇ ਡਿਪਾਰਟਮੈਂਟ ਵੱਲੋਂ ਜ਼ਰੂਰ ਕਲੈਰੀਫਾਈ ਕਰਨਾ ਚਾਹੀਦਾ ਵੀ ਕਿਹੜੀ ਚੀਜ਼ ਕਿੱਥੇ ਜੇ ਖੜੀ ਹੈ। ਕਿਉਂਕਿ ਕਾਰਨ ਹੈ ਵੀ ਜੇ ਤੇ ਉਹ ਬਿਆਨਾਂ 'ਚ ਹੀ ਰਹੀ ਤਾਂ ਫਿਰ ਲੋਕ ਜਿਹਦਾ ਬਿਆਨ ਸੁਣ ਲੈਣਗੇ ਉਹਨਾਂ ਨੂੰ ਉਹ ਗੱਲ ਕਈ ਵਾਰ ਸੱਚੀ ਲੱਗਣ ਲੱਗ ਪੈਂਦੀ ਹੁੰਦੀ ਹੈ, ਪਰ ਜੋ ਐਕਚੁਅਲ ਪੋਜੀਸ਼ਨ ਹੈ ਉਹ ਵੀ ਜ਼ਰੂਰ ਕਲੀਅਰ ਹੋਣੀ ਚਾਹੀਦੀ ਕਿ ਨਹੀਂ। ਦੇਖੋ ਸੰਧਾਲੀਆ ਸਾਹਿਬ, ਸੇਮ ਇਸੇ ਗੱਲ ਦਾ ਕੇਸ ਅਦਾਲਤ 'ਚ ਹੈ। ਉੱਥੇ ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਜਾਂ ਜੇਲ੍ਹ ਸੁਪਰਡੈਂਟ ਸਾਹਿਬ ਨੂੰ ਸੱਦਿਆ ਗਿਆ ਸੀ, ਉਹ ਕਹਿੰਦੇ ਇਦਾਂ ਦੀ ਗੱਲ ਹੀ ਕੋਈ ਨਹੀਂ, ਨਾ ਮਜੀਠੀਆ ਸਾਹਿਬ ਦੀ ਜਾਨ ਨੂੰ ਖਤਰਾ, ਨਾ ਕਿਸੇ ਸਹੂਲਤ ਤੋਂ ਵਾਂਝਾ ਕੀਤਾ, ਨਾ ਅਸੀਂ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਨੂੰ ਕਿਸੇ ਹੋਰ ਬੈਰਕ ਜਾਂ ਕੋਠੜੀ ਦੇ ਵਿੱਚ ਰੱਖਿਆ। ਫੈਸਲਾ ਰਾਖਵਾਂ ਮੈਂ ਫਿਰ ਕਹਿਣਾ, ਕਿਉਂਕਿ ਜਦੋਂ ਜੱਜ ਸਾਹਿਬ ਦੇ ਕੋਲੇ ਗੱਲ ਚਲੇ ਜਾਵੇ ਉਦੋਂ ਫਿਰ ਅਸੀਂ ਤੁਸੀਂ ਤਾਂ ਕੱਲ ਕੀ ਕਰਨੀ ਹੁੰਦੀ ਹੈ। ਜਿਹੜੀ ਅਪੀਲ ਕਰਨੀ ਸੀ, ਬੇਨਤੀ ਕਰਨੀ ਸੀ, ਅਰਜ਼ੀ ਦੇਣੀ ਸੀ, ਉਹ ਦੇਤੀ ਮਜੀਠੀਆ ਸਾਹਿਬ ਦੇ ਵਕੀਲਾਂ ਨੇ। ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਸੱਦ ਲਿਆ, ਉਹਨਾਂ ਨੇ ਆਪਦੀ ਗੱਲ ਦੱਸਤੀ। ਹੁਣ ਉਸ ਤੋਂ ਬਾਅਦ ਆਪਾਂ, ਮੈਨੂੰ ਲੱਗਦਾ ਅਦਾਲਤੀ ਫੈਸਲਾ ਉਡੀਕ ਰਹੀਏ, ਪਰ ਅਕਾਲੀ ਦਲ ਜੇ ਪਬਲਿਕ ਡੋਮੇਨ ਦੇ ਵਿੱਚ ਮਸਲਾ ਲੈ ਕੇ ਆਇਆ ਤਾਂ ਉਹ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੇ। ਹਾਂ ਨਹੀਂ, ਨਾਲ ਉਹਨਾਂ ਦੇਖੋ ਇਸੇ ਪ੍ਰੈਸ ਕਾਨਫਰੰਸ 'ਚ PTC ਚੈਨਲ ਦੀ ਗੱਲ ਵੀ ਕੀਤੀ। ਉਹ ਕਹਿੰਦੇ ਵੀ ਦੇਖੋ ਜੀ ਪ੍ਰੈਸ ਦੀ ਆਜ਼ਾਦੀ ਦੇ ਉੱਪਰ ਇੱਕ ਤਰ੍ਹਾਂ ਨਾਲ ਇਹ ਕੱਸਣ ਦੀ ਲੋੜ, ਸ਼ਿਕੰਜਾ ਕੱਸਿਆ ਜਾ ਰਿਹਾ ਜੀ, ਹਮਲਾ ਇੱਕ ਤਰ੍ਹਾਂ ਦਾ, ਕਿਉਂਕਿ ਮਸਲਾ ਹੋਰ ਸੀਗਾ। ਅਸੀਂ ਜਾਂ ਚੈਨਲ ਬੜੀ ਵਾਰ ਕਲੀਅਰ ਕਰ ਚੁੱਕਾ ਜੀ ਵੀ ਸਾਡਾ ਉਹ ਬੀਬੀ ਨਾਲ ਜਾਂ ਉਹ ਜਿਹੜੇ ਵੀ ਬੰਦੇ ਨੇ ਉਹਨਾਂ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਪਰ ਇਹ ਜਾਣਬੁੱਝ ਕੇ ਜਿਹੜੇ MD ਨੇ ਰੈਣ ਹੋਰੀ ਉਹਨਾਂ ਦੇ ਉੱਪਰ ਇਹ ਕੇਸ ਬਣਾਇਆ ਗਿਆ ਤੇ ਉਹਨਾਂ ਨੂੰ ਹੁਣ ਜੇਲ੍ਹ ਵੀ ਭੇਜਿਆ ਗਿਆ ਵੀ ਇਹ ਵੀ ਇੱਕ ਤਰ੍ਹਾਂ ਦੀ ਬਦਲਾਖੋਰੀ ਹੈ ਜਾਣਬੁੱਝ ਕੇ। ਸੰਧਾਲੀਆ ਸਾਹਿਬ ਦੇਖੋ, ਜਦੋਂ ਹੁਣ ਅਕਾਲੀ ਦਲ ਨੇ ਇਹ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਮਸਲਾ ਸਾਂਝਾ ਕੀਤਾ, ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਉਹ ਮਿਸ ਪੰਜਾਬਣ ਮੁਕਾਬਲੇ ਦੀ ਚਰਚਾ, ਇੱਕ ਬੀਬੀ ਨੇ, ਇੱਕ ਲੜਕੀ ਨੇ ਦੋਸ਼ ਲਾਇਆ, ਬਕਾਇਦਾ ਅਦਾਲਤ ਦੇ ਵਿੱਚ ਮਸਲਾ ਗਿਆ, ਉਹਦੇ ਤੋਂ ਬਾਅਦ ਪਰਚਾ ਹੁੰਦਾ ਹੈ, ਕਾਨੂੰਨੀ ਕਾਰਵਾਈ ਸ਼ੁਰੂ ਹੁੰਦੀ ਹੈ, ਉਹਦੇ ਤੋਂ ਬਾਅਦ MD ਹੋਰਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ, 2 ਵਾਰੀ ਰਿਮਾਂਡ ਮਿਲਦਾ ਹੈ। ਹੁਣ ਉਹ 14 ਦਿਨ ਦੇ ਲਈ ਅਦਾਲਤੀ ਹਿਰਾਸਤ ਦੇ ਵਿੱਚ ਨੇ। ਦੇਖੋ, ਪਹਿਲੀ ਗੱਲ ਹੈ ਕਿ ਜੇ ਇੱਦਾਂ ਦਾ ਕੁਝ ਵੀ ਘਟਿਆ ਵਾਪਰਿਆ ਤਾਂ ਠੋਕ ਵਜਾ ਕੇ ਸਜ਼ਾਵਾਂ ਚਾਹੀਦੀਆਂ, ਕੁਝ ਵੀ ਕਿਤੇ ਵੀ, ਕਿਉਂਕਿ ਦੇਸ਼ ਵਿਦੇਸ਼ ਤੋਂ ਚਰਚਾ ਬੜੀ ਹੈ। ਦੂਸਰਾ, ਕੁਝ ਹੋਰ ਜਿਹੜੇ, ਕਿਉਂਕਿ ਇੱਕੋ ਬੰਦੇ ਦੀ ਗ੍ਰਿਫਤਾਰੀ ਹੋਈ ਅਜੇ ਤੱਕ, ਬਾਕੀਆਂ ਨੂੰ ਕਹਿੰਦੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਕਾਬੂ ਨਹੀਂ ਆਇਆ, ਤੇ ਨਾਲ ਦੀ ਨਾਲ ਜ਼ਮਾਨਤਾਂ ਦੇ ਲਈ ਚਾਰਾਜੋਈ ਵੀ ਸ਼ੁਰੂ ਹੋ ਗਈ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਕਿਹਾ ਗਿਆ ਚੰਦੂ ਮਾਜਰਾ ਸਾਹਿਬ ਵੱਲੋਂ ਕਿ ਉਹਨਾਂ ਦਾ ਲੈਣਾ ਦੇਣਾ ਕੋਈ ਨਹੀਂ MD ਹੋਰਾਂ ਦਾ, ਨਾ ਕਹਿੰਦੇ ਉਹਨਾਂ ਦਾ FIR ਦੇ ਵਿੱਚ ਨਾ ਸੀ, ਇਹਦੇ ਬਾਵਜੂਦ ਵੀ ਜਦੋਂ ਜਾਣਬੁੱਝ ਕੇ ਇਸ ਤਰੀਕੇ ਕੀਤਾ ਜਾ ਰਿਹਾ ਤਾਂ ਫਿਰ ਕਹਿੰਦੇ ਪ੍ਰੈਸ ਦੀ ਆਜ਼ਾਦੀ ਤੇ ਹਮਲਾ। ਇਹਦਾ ਮਤਲਬ ਕਿ ਕੋਈ ਵੀ ਤੁਹਾਡੀ ਸਰਕਾਰ ਦੇ ਖਿਲਾਫ ਕੁਝ ਬੋਲ ਨਹੀਂ ਸਕਦਾ। ਹੁਣ ਪਹਿਲਾਂ ਤਾਂ ਨਹੀਂ ਕੋਈ ਸਰਕਾਰੀ ਪੱਧਰ ਦੇ ਉੱਤੇ ਬੋਲਿਆ ਸੀ, ਪਰ ਜਦੋਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਹੈ, ਮੁੱਖ ਵਿਰੋਧੀ ਧਿਰ ਭਾਵੇਂ ਨਹੀਂ, ਪਰ ਜਦੋਂ ਹੁਣ ਉਧਰਲੇ ਪਾਸਿਓਂ ਚੰਦੂ ਮਾਜਰਾ ਸਾਹਿਬ ਨੇ ਮੁੱਦਾ ਚੁੱਕਿਆ ਤਾਂ ਫਿਰ ਹੋ ਸਕਦਾ ਕਿ ਸਰਕਾਰ ਵਾਲੇ ਪਾਸਿਓਂ ਕੋਈ ਨਾ ਕੋਈ ਬਿਆਨ ਇਸ ਮੁੱਦੇ ਤੇ ਆ ਜਾਏ। ਨਹੀਂ, ਕਿਉਂਕਿ ਆਸ ਕਰਦੇ ਹਾਂ ਵੀ, ਕਿਉਂਕਿ ਗੱਲ ਇਹ ਆ ਵੀ ਜਦੋਂ ਇੱਕ ਹੀ ਪਾਸੇ ਤੋਂ ਗੱਲ ਚੱਲੀ ਜਾਂਦੀ ਰਹਿੰਦੀ ਫਿਰ ਕਿਸੇ ਵੇਲੇ ਦੂਸਰੀ ਧਿਰ ਦੀ ਗੱਲ ਕਲੀਅਰ ਹੁੰਦੀ ਨਹੀਂ ਹੈ ਜੀ। ਮੇਰੇ ਖਿਆਲ ਨਾਲ ਜਿੰਨੀ ਛੇਤੀ ਕਲੀਅਰ ਹੋ ਜਾਵੇ ਉਨੀ ਗੱਲ ਵਧੀਆ। ਤੇ ਰਹੀ ਗੱਲ ਆਪਾਂ ਹੁਣ ਕਿਧਰ ਨੂੰ, ਟਰਾਂਸਪੋਰਟ ਮੰਤਰੀ ਸਾਹਿਬ ਦੀ ਗੱਲ ਕਰ, ਨਹੀਂ ਮੈਂ ਕਿਹਾ ਵੀ ਯਾਰ ਤੁਸੀਂ ਇਹ ਨਾ ਆਖੋ ਵੀ ਯਾਰ ਫਲਾਨੀ ਗੱਲ ਰਹਿ ਗਈ, ਕਿਉਂਕਿ ਇੱਕ ਨਾ ਵਾਸਤੇ ਚੜ੍ਹ ਗਏ ਫਿਰ ਕਿਸੇ ਵੇਲੇ ਨਹੀਂ ਖਲੋਂਦੀ ਹੁੰਦੀ ਰਾਤ 'ਚ। ਨਹੀਂ, ਲਾਲਜੀਤ ਭੁੱਲਰ ਦੀ ਗੱਲ ਕਰ ਲਈਏ। ਦੇਖੋ, ਭੁੱਲਰ ਸਾਹਿਬ ਜਿਸ ਹਿਸਾਬ ਨਾਲ ਸਰਗਰਮ ਹੋਇਆ ਤੇ ਜਿਸ ਹਿਸਾਬ ਨਾਲ ਉਹ ਦਬਕਿਆਂ ਤੇ ਆਏ ਆ, ਉਹ ਕਹਿੰਦੇ ਕਾਰਨ ਇਹ ਆ ਵੀ ਮੈਂ ਇਕੱਲੇ ਅਫਸਰ ਨੂੰ, ਇਕੱਲੇ ਬੰਦੇ ਨੂੰ ਇਹ ਗੱਲ ਸਮਝਾ ਦਿੱਤੀ ਆ ਵੀ ਵੀਰ ਮੇਰੇ, ਜੋ ਪਿੱਛੇ ਚੱਲਿਆ ਮੈਨੂੰ ਪਤਾ ਨਹੀਂ, ਜੋ ਹੁਣ ਗਾਂਹ ਚੱਲਣਾ ਇਹ ਮੈਨੂੰ ਪਤਾ, ਤੇ ਚੱਲਣਾ ਕਿੱਦਾਂ ਇਹ ਮੈਂ ਤੈਨੂੰ ਅੱਗੇ ਵੀ ਦੱਸੀ ਜਾਣਾ, ਤੇ ਹੁਣ ਮੈਂ ਕਰਾਂ ਫਿਰ ਦੱਸ ਦਿੰਦਾ ਵੀ ਜਿਹੜਾ ਵੀ ਬੰਦਾ
ਕਿਤੇ ਵੀ ਇੱਧਰ ਉੱਧਰ ਕੋਈ ਮੰਨ ਲਓ ਵੀ ਟੇਬਲ ਦੇ ਉੱਤੋਂ ਦੀ, ਟੇਬਲ ਦੀ ਸਾਈਡ ਦੀ, ਟੇਬਲ ਦੇ ਥੱਲਿਓਂ ਦੀ ਕੰਮ ਕਰਦਾ ਲੱਭ ਗਿਆ, ਪਹਿਲੀ ਗੱਲ ਤੇ ਉੱਤੇ ਕਾਰਵਾਈ ਹੋਊਗੀ। ਤੇ ਦੂਜੀ ਗੱਲ ਤੁਹਾਡੀ ਡਿਊਟੀ ਇਹ ਆ ਵੀ ਜਿਹੜੀ ਵੀ ਕੋਈ ਬੱਸ ਜਾਂ ਜਿਹੜੀ ਵੀ ਕੋਈ ਇਸ ਤਰ੍ਹਾਂ ਦੀ ਟਰਾਂਸਪੋਰਟ ਕੰਪਨੀ ਕੋਈ ਇਹੋ ਜਿਹਾ ਕੰਮ ਕਰਦੀ ਹੈ ਜਿਹਦੇ ਵਿੱਚ ਉਹ ਟੈਕਸ ਚੋਰੀ ਕਰਦੇ ਆ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਜਿਹੜਾ ਕਿ ਪ੍ਰਵਾਨਿਤ ਨਹੀਂ ਹੈਗਾ, ਭਾਵੇਂ ਕੋਈ ਹਨੇਰੇ ਸਵੇਰੇ ਕਹਿੰਦੇ ਵੀ ਬਾਹਰ ਹੀ ਬੱਸ ਲੈ ਜਾਣੀ, ਜਾਂ ਇਹ ਵੀ ਸੁਣ 'ਚ ਆਇਆ ਸੀ ਵੀ ਪਿਛਲੇ ਦਿਨੀ ਬੱਸਾਂ ਦੇ ਵਿੱਚ ਹੀ ਬਹੁਤ ਸਾਰਾ ਸਮਾਨ ਢੋਇਆ ਜਾਂਦਾ ਜਿਹੜਾ ਕਿ ਆਮ ਤੌਰ 'ਤੇ ਟਰੱਕਾਂ 'ਚ ਆਉਣਾ ਚਾਹੀਦਾ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਦੀ ਸਵੇਰੇ, ਸ਼ਾਮ ਨੂੰ, ਰਾਤ ਨੂੰ ਤੁਸੀਂ ਨਾਕੇਬੰਦੀ ਕਰਕੇ ਚੈੱਕਅਪ ਕਰੋ। ਜੇ ਤੇ ਤੁਸੀਂ ਉਹ ਸਾਰੇ ਕੁਝ ਨੂੰ ਰੋਕਣ 'ਚ ਕਾਮਯਾਬ ਹੋਗੇ ਤੇ ਫਿਰ ਸ਼ਾਬਾਸ਼ੀ ਜੀ, ਨਹੀਂ ਤੇ ਫਿਰ ਕਹਿੰਦੇ ਵੀ ਦੇਖਾਂਗੇ। ਦੇਖੋ ਲਾਲਜੀਤ ਸਿੰਘ ਭੁੱਲਰ ਹੋਰਾਂ ਦੇ ਕੋਲ ਸਮਾਂ ਥੋੜਾ, ਉਹਨਾਂ ਨੇ ਸਮਾਂ ਮੰਗਿਆ। ਸਮਾਂ ਇਸ ਕਰਕੇ ਥੋੜਾ ਕਿਉਂਕਿ ਇਹ ਮੁੱਦਾ ਬਹੁਤ ਵੱਡੇ ਪਰਿਵਾਰਾਂ ਨਾਲ ਸੰਬੰਧ ਰੱਖਦਾ, ਆਮ ਲੋਕਾਂ ਨਾਲ ਸੰਬੰਧ ਰੱਖਦਾ, ਬੱਸ 'ਚ ਸਾਰਿਆਂ ਨੂੰ ਚੜ੍ਹਨਾ। ਖਾਸ ਤੌਰ ਦੇ ਉੱਤੇ ਜਦੋਂ ਰਾਜਾ ਵੜਿੰਗ ਹੋਰੀ ਜਿਹੜੇ ਹੁਣ ਕਾਂਗਰਸ ਦੇ ਪ੍ਰਧਾਨ ਨੇ, ਉਹ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਆ, ਉਹਨਾਂ ਨੇ ਜਦੋਂ ਮੁੱਦਾ ਚੁੱਕਿਆ ਸੀ ਤੇ ਐਨ ਸਿਖਰ ਤੇ ਲੱਗ ਗਿਆ। ਉਹਨਾਂ ਤੋਂ ਬਾਅਦ ਕੁਰਸੀ ਇਹਨਾਂ ਨੂੰ ਮਿਲੀ ਹੈ, ਇਸ ਕਰਕੇ ਲੋਕਾਂ ਨੇ ਨਤੀਜੇ ਚਾਹੁੰਦੇ ਆ। ਠੀਕ ਹੈ, ਸਮਾਂ ਮਿਲਣਾ ਚਾਹੀਦਾ, ਟਾਈਮ ਟੇਬਲ ਬਣਾਓ, ਜੇ ਕੋਈ 2 ਨੰਬਰ ਦੇ ਵਿੱਚ ਕੰਮ ਚੱਲਦਾ ਉਹਨੂੰ ਬੰਦ ਕਰਾਓ, ਸਰਕਾਰੀ ਬੱਸਾਂ ਦੀ ਆਮਦਨ ਵਧੇ। ਅਸਲ ਦੇ ਵਿੱਚ ਜਿਹੜੀ ਗੱਲ ਆਪਾਂ ਅੱਗੇ ਵੀ ਪਹਿਲਾਂ ਬੇਨਤੀ ਕਰਦੇ ਸੀ ਵੀ ਜੇ ਇਹ ਵੀ ਉਸ ਟਕਰਾਅ ਵਾਲੇ ਪਾਸੇ ਤੁਰ ਪਏ ਤੇ ਉਹਦੇ ਅੱਗੇ ਵੀ ਨਤੀਜੇ ਆਏ ਨੇ, ਕਿਉਂਕਿ 2-4 ਜਦੋਂ ਫੈਸਲੇ ਹੋ ਜੇ ਆ ਜਾਣ ਤੇ ਫਿਰ ਉਸੇ ਫੈਸਲੇ ਦੀ ਰੌਸ਼ਨੀ ਦੇ ਵਿੱਚ ਹੀ ਅਗਲੀ ਗੱਲ ਲੱਗ ਜਾਂਦੀ ਹੁੰਦੀ ਜੀ ਉਹ ਪਹਿਲੀ ਸਰਕਾਰ ਨੇ ਵੀ ਸਾਡੇ ਨਾਲ ਇਦਾਂ ਕੀਤਾ ਸੀ, ਇਹ ਵੀ ਸਾਡੇ ਵਿਰੋਧੀ ਨੇ ਜੀ, ਇਹ ਵੀ ਇਦਾਂ ਕਰਦੇ ਨੇ। ਮੇਰੇ ਖਿਆਲ ਉਸ ਲੜਾਈ 'ਚ ਪੈਣ ਨਾਲੋਂ ਜ਼ਿਆਦਾ ਵਧੀਆ ਇਹ ਹੋਵੇ ਵੀ ਜਿੱਦਾਂ ਬੜੇ ਆਪਾਂ ਮੁਲਾਜ਼ਮ ਸੁਣਦੇ ਆ, ਉਹਨਾਂ ਦੀਆਂ ਜਥੇਬੰਦੀਆਂ ਵੀ ਕਹਿੰਦੀਆਂ ਵੀ ਜਾਂ ਤਾਂ ਪੰਜਾਬ ਰੋਡਵੇਜ਼ ਦੇ ਨੇ ਜਾਂ ਪਨਬੱਸ ਦੇ ਨੇ ਜਾਂ PRTC ਦੇ ਨੇ ਵੀ ਮਹਾਰਾਜ ਉਹ ਫਲਾਣੇ ਸਾਡੇ ਬਿੱਲ ਫਸੇ ਨੇ ਜੀ, ਉੱਧਰੋਂ ਦਾ ਪੈਸਾ ਨਹੀਂ ਆ ਰਿਹਾ। ਤੁਸੀਂ ਕਹਿੰਦੇ ਬੀਬੀਆਂ ਜਿਹੜੀਆਂ ਨੇ ਜਿਹਨਾਂ ਨੂੰ ਫ੍ਰੀ ਸਫ਼ਰ ਕਰਾਇਆ ਜਾਊਗਾ ਉਹ ਪੈਸਾ ਆਉਂਦਾ ਨਹੀਂ, ਸਾਡੀਆਂ ਤਨਖਾਹਾਂ ਰੁਕੀਆਂ ਨੇ। ਉਹ ਸਾਰੀਆਂ ਚੀਜ਼ਾਂ ਨੂੰ ਇੱਕ ਐਨਾਲਿਸਿਸ ਕਰਕੇ ਜੇ ਉਸ ਪਾਸੇ ਧਿਆਨ ਦਿੱਤਾ ਜਾਵੇ ਵੀ ਯਾਰ ਸਰਕਾਰੀ ਬੱਸਾਂ ਵਧਾ ਲਈਆਂ ਜਾਣ, ਕਿਉਂਕਿ ਜੇ ਸਰਕਾਰੀ ਬੱਸਾਂ ਵਧਣਗੀਆਂ ਉੱਧਰੋਂ ਆਮਦਨ ਵਧੂਗੀ, ਲੋਕਾਂ ਨੂੰ ਸਹੂਲਤ ਹੋਊਗੀ ਤੇ ਆਪੇ ਹੀ ਉਸ ਪਾਸੇ ਜਾਣ ਦੀ ਲੋੜ ਹੀ ਨਹੀਂ ਪਊਗੀ ਵੀ ਆਪਾਂ ਫਲਾਣੇ ਨੂੰ ਰੋਕੀਏ, ਢੀਂਡੇ ਨੂੰ ਰੋਕੀਏ। ਕਿਉਂਕਿ ਜੇ ਆਪਣਾ ਕਾਰੋਬਾਰ ਵਧੀਆ ਚੱਲਦਾ ਹੋਊਗਾ, ਜੇ ਅੱਗੇ ਬੱਸ ਆਪਣੀ ਆ ਪਿੱਛੇ ਬੱਸ ਆਪਣੀ, ਉਹ ਤੇ ਸਰਕਾਰ ਦੇ ਹੱਥ ਵੱਸ ਹੈ ਨਾ, ਫਿਰ ਟਾਈਮ ਵੱਧ ਗਈ ਤਾਂ ਘੱਟ ਗਈ। ਬਾਕੀ ਸੰਧਾਲੀਆ ਸਾਹਿਬ ਇੱਕ ਬੱਸ ਤੋਰੀ ਸੀ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ। ਅੱਛਾ, ਉਹ ਕਹਿੰਦੇ ਸੀ ਜੀ ਆਹ ਬੱਸ ਅਸਲੀ ਹੈ, ਬਾਦਲ ਸਾਹਿਬ ਵਾਲੀ ਅਕਾਲੀ ਦਲ ਵਾਲੀ ਬੱਸ ਅਸਲੀ ਨਹੀਂ। ਬੜਾ ਚਰਚਾ ਚੱਲਿਆ, ਕੈਪਟਨ ਸਾਹਿਬ ਨਾਲ ਭਾਜਪਾ ਦੇ ਨਾਲ ਗੱਠਜੋੜ ਹੋਇਆ, ਸੀਟਾਂ ਵੀ 15 ਕੁ ਲੜੀਆਂ, ਜਿੱਤੀ ਕੋਈ ਨਾ। ਦੂਜੇ ਨੰਬਰ ਤੇ ਬੰਦਾ ਸ਼ਾਇਦ ਇੱਕੋ ਹੀ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਆਏ ਸੀ। ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਬੱਸ ਨੂੰ ਬ੍ਰੇਕ ਮਾਰੀ, ਅਕਾਲੀ ਦਲ ਸੰਯੁਕਤ ਆਹ ਕਹਿੰਦੇ ਬੱਸ ਖੜੀ ਹੈ, ਮੈਂ ਜ਼ਿੰਮੇਵਾਰੀ ਲੈਣਾ ਕਿ ਕੋਈ ਸੀਟ ਨਹੀਂ ਜਿੱਤ ਸਕੇ, ਲੋਕਾਂ ਨੇ ਫਤਵਾ ਨਹੀਂ ਦਿੱਤਾ, ਮੇਰਾ ਅਸਤੀਫਾ ਹੈ। 5 ਮੈਂਬਰੀ ਕਮੇਟੀ ਬਣਾਤੀ ਪਾਰਟੀ ਨੇ। ਉਹ ਕਹਿੰਦੇ ਜੀ ਐਂ ਕਿੱਦਾਂ? ਉਹ 5 ਮੈਂਬਰੀ ਕਮੇਟੀ ਨੇ ਕਹਿਤਾ ਢੀਂਡਸਾ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ, ਤੁਸੀਂ ਕਮਾਲ ਦਾ ਕੰਮ ਕੀਤਾ, ਬਿਲਕੁਲ ਨਹੀਂ ਇੱਥੋਂ ਉਤਰਨਾ, ਸੈਲਫ ਮਾਰੋ, ਸਟੀਅਰਿੰਗ ਫੜੋ, ਗੇਅਰ ਪਾਓ, ਕਲੱਚ ਨਾ ਪਿਆ ਸੀ ਛੱਡੋ, ਰੇਸ ਦਿਓ, ਬਸ ਤੁਰੋ। ਨਹੀਂ ਇਹ ਤਾਂ ਗੱਲ ਹੈਗੀ ਆ। ਇਹ ਵੈਸੇ ਇੱਕ ਗੱਲ ਤਾਂ ਹੈਗੀ ਆ ਵੀ ਚਲੋ ਆਮ ਤੌਰ 'ਤੇ ਜਿਵੇਂ ਹੁੰਦਾ ਵੀ ਹਾਰ ਦੀ ਜ਼ਿੰਮੇਵਾਰੀ ਕਬੂਲੀ ਜਾਂਦੀ ਆ, ਉਹ ਢੀਂਡਸਾ ਸਾਹਿਬ ਨੇ ਹਾਰ ਦੀ ਜ਼ਿੰਮੇਵਾਰੀ ਕਬੂਲੀ। ਪਰ ਜਿੱਦਾਂ ਆਪਾਂ ਉਦੋਂ ਜ਼ਿਕਰ ਕਰਦੇ ਸੀ ਵੀ ਹੁਣ ਢੀਂਡਸਾ ਸਾਹਿਬ ਨੇ ਹਾਰ ਦੀ ਜ਼ਿੰਮੇਵਾਰੀ ਕਬੂਲੀ ਤੇ ਅੱਗੇ ਕੀ ਹੋਊਗਾ ਜੀ, ਉਹ ਹੁਣ ਪਤਾ ਲੱਗ ਗਿਆ। ਵੀ ਅੱਗੇ ਕੀ ਹੋਊਗਾ ਕਿ ਉਹ 5 ਮੈਂਬਰੀ ਕਮੇਟੀ ਨੇ ਫਿਰ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਮਹਾਰਾਜ, ਜਨਾਬ ਤੁਸੀਂ ਹੋ ਜੀ, ਆਪਾਂ ਕੀ ਕਹਿ ਸਕਦੇ ਹਾਂ। ਇੱਕ ਆਪਾਂ DGP ਸਾਹਿਬ ਦੀ ਪ੍ਰੈਸ ਕਾਨਫਰੰਸ ਦੀ ਗੱਲ ਕਰ ਲਈ ਕਰੋ ਜੀ, ਕਿਉਂਕਿ VK ਭਰਵਾ ਸਾਹਿਬ ਉਹਨਾਂ ਨੇ ਹੁਣ ਕਲੀਅਰ ਕੱਟ ਕੀਤਾ ਆ ਕਿ ਉਹ ਕਹਿੰਦੇ ਵੀ ਪਿਛਲੇ ਸਮੇਂ ਦੇ ਵਿੱਚ ਬੜਾ ਇਸ ਚੀਜ਼ ਦਾ ਦੋਸ਼ ਲੱਗਿਆ ਜੀ ਵੀ ਹਾਂਜੀ ਅਚਾਨਕ ਤੋਂ ਕ੍ਰਾਈਮ ਰੇਟ ਵੱਧ ਗਿਆ ਜੀ, ਦੇਖੋ ਕਿੰਨੇ ਕਤਲ ਹੋ ਗਏ ਜੀ, ਪੰਜਾਬ ਤਾਂ ਹੁਣ UP ਬਣਦਾ ਜਾਂਦਾ ਜੀ, ਬਿਹਾਰ ਬਣਦਾ ਜਾਂਦਾ ਜੀ, ਕੁਛ ਵੀ ਨਹੀਂ ਹੈਗਾ ਜੀ ਇੱਥੇ ਤਾਂ ਕਿਤੇ ਕੋਈ ਲਾਅ ਐਂਡ ਆਰਡਰ ਹੀ ਹੈ ਨਹੀਂਗਾ। ਹੁਣ ਉਹਨਾਂ ਨੇ ਜਿਹੜੇ ਫੈਕਟਸ ਐਂਡ ਫਿਗਰਸ ਆਣ ਕੇ ਪੇਸ਼ ਕੀਤੇ ਵੀ ਦੇਖੋ ਜੀ ਪਿਛਲੇ ਸਾਲ ਇੰਨੇ ਸੀ, ਉਦੋਂ ਪਿਛਲੇ ਸਾਲ ਇੰਨੇ ਸੀ, ਇਸ ਸਮੇਂ ਦੌਰਾਨ ਕਤਲ, ਐਤਕੀ ਤਾਂ ਅੰਕੜਾ ਹੀ ਬੜਾ ਥੋੜ੍ਹਾ। ਹੁਣ ਉਹ ਜਾਂ ਤਾਂ ਅੰਕੜਿਆਂ ਦੀ ਗੱਲ ਸੀਗੀ ਜਾਂ ਕਹਿ ਲਓ ਕਿ ਵੀ ਉਹ ਪ੍ਰਚਾਰਨ ਦੀ ਗੱਲ ਹੋ ਗਈ ਜਾਂ ਫਿਰ ਉਹਨੂੰ ਅਸਲ 'ਚ ਘੁੰਡੀ ਕਿੱਥੇ ਹੋਈ, ਉਹਨੂੰ ਉਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਹੁਣ ਮੈਸੇਜ ਜਾ ਪਾਉਂਦਾ ਲੋਕਾਂ ਤੱਕ ਨਹੀਂ ਜਾ ਪਾਉਂਦਾ, ਇਹ ਟਾਈਮ ਨੇ ਦੱਸਣਾ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਸਭ ਤੋਂ ਵਿਸ਼ੇਸ਼ ਗੱਲ ਜਿਹੜੀ ਸੀ, ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬਹੁਤੇ ਕਤਲ ਗੈਂਗਸਟਰਾਂ ਨੇ ਨਹੀਂ ਕੀਤੇ, ਉਹ ਆਪਸੀ ਝਗੜਿਆਂ ਦੇ ਵਿੱਚੋਂ, ਨਿੱਜੀ ਰੰਜਿਸ਼ਾਂ ਦੇ ਵਿੱਚੋਂ ਉਪਜੇ ਕਤਲ ਆ। ਹੋ ਸਕਦੇ ਆ ਪਰ ਕਤਲ ਤਾਂ ਕਤਲ ਹੀ ਆ, ਉਹਦੇ ਵਿੱਚ ਹਥਿਆਰ ਵਰਤੇ ਗਏ ਹੋਣਗੇ, ਉਹ ਕਤਲ ਕਰਨ ਦੀ ਕਿਸੇ ਦੇ ਕੋਲ ਹਿੰਮਤ ਆਈ ਹੋਊਗੀ, ਸ਼ਰੇਆਮ ਗੋਲੀਆਂ ਚੱਲਦੀਆਂ। ਠੀਕ ਹੈ, ਉਹਨਾਂ ਨੇ ਅੰਕੜਾ ਦੱਸਤਾ ਕਿ ਪਹਿਲਾਂ ਤਾਂ ਬਹੁਤੇ ਕਤਲ ਹੁੰਦੇ ਸੀ, ਹੁਣ ਤਾਂ ਕਤਲ ਘਟ ਗਏ ਹੈ, ਪ੍ਰਚਾਰ ਵੱਧ ਕੀਤਾ ਜਾ ਰਿਹਾ ਹੈ, ਗੈਂਗਸਟਰਾਂ ਵਾਲੇ ਕਤਲ ਘੱਟ ਨੇ। ਪਰ ਉਹ ਹਥਿਆਰ ਕਿੱਥੋਂ ਆਏ, ਇਹਨਾਂ ਚੀਜ਼ਾਂ ਨੂੰ ਰੋਕਣਾ ਕਿੱਦਾਂ, ਵੱਧ ਧਿਆਨ ਇਸ ਮੁੱਦੇ ਦੇ ਉੱਤੇ ਚਾਹੀਦਾ। ਠੀਕ ਹੈ, ਕਵਰ ਅਪ ਹੋਵੇ ਨਾ ਹੋਵੇ, ਪਰ ਪੰਜਾਬ ਦੇ ਲੋਕ ਗੋਲੀਆਂ ਦਾ ਖੜਾਕ ਨਹੀਂ, ਉਹ ਤਾਂ ਫਿਰ ਗਿੱਧਾ ਚਾਹੁੰਦੇ ਆ ਕਿ ਭਾਈ ਇੱਥੇ ਭੰਗੜਾ ਤੇ ਗਿੱਧਾ ਪਊਗਾ, ਸ਼ਾਇਦ ਆਸ ਕਰਦੇ ਹਾਂ। ਚੱਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।